ਭਾਗ 8ਵਾਂ। ਹਮੇਸ਼ਾ ਲੋਕ ਜਦੋਂ ਮੈਨੂੰ ਪੁੱਛਦੇ ਸਨ ਕਿ ਮੈਂ ਨਾਵਲ ਕਹਾਣੀਆਂ ਕਿਵੇਂ ਲਿਖ ਲੈਂਦੀ ਹਾਂ ਤਾਂ ਮੈਂ ਹੱਸ ਕੇ ਆਖਦੀ ਸੀ, ਕਾਗਜ਼ ਲੈ ਕੇ ਅਤੇ ਪੈਨ ਲੈ ਕੇ ਲਿਖਣ ਬੈਠ ਜਾਂਦੀ ਹਾਂ ਅਤੇ ਨਾਵਲ ਕਹਾਣੀ ਲਿਖ ਲੈਂਦੀ ਹਾਂ, ਹੋਰ ਕੀ। ਪਰ ਇਹ ਤਾਂ ਲੋਕਾਂ ਨੂੰ ਵੀ ਪਤਾ ਹੈ ਕਿ ਲਿਖਣ ਲਈ ਕਾਗਜ਼ ਚਾਹੀਦੇ ਹੁੰਦੇ ਹਨ ਅਤੇ ਪੈਨ ਚਾਹੀਦਾ ਹੁੰਦਾ ਹੈ। ਉਹ ਤਾਂ ਮੇਰੀ ਰਚਨਾਤਮਕ ਪ੍ਰਕਿਰਿਆ ਬਾਰੇ ਪੁੱਛਦੇ ਹਨ। ਉਹ ਤਾਂ ਬੀਜ ਤੋਂ ਬਿਰਖ ਬਣਨ ਦੀ ਵਾਰਤਾ ਜਾਣਨਾ ਚਾਹੁੰਦੇ ਹਨ। ਕਦੇ ਕੋਈ ਘਟਨਾ, ਕਦੇ ਕੋਈ ਪਾਤਰ, ਕਦੇ ਕੋਈ ਫਿਕਰਾ ਦੂਰ ਮਨ ਵਿੱਚ ਬੀਜ ਵਾਂਗ ਲੈ ਜਾਂਦਾ ਹੈ। ਵਕਤ ਪਾ ਕੇ ਉਹ ਪੁੰਗਰ ਪੈਂਦਾ ਹੈ ਅਤੇ ਫਿਰ ਉਹ ਐਡਾ ਵੱਡਾ ਹੋ ਜਾਂਦਾ ਹੈ ਕਿ ਮਨ ਵਿੱਚ ਸੰਭਾਲਿਆ ਨਹੀਂ ਜਾਂਦਾ ਅਤੇ ਮੈਂ ਲਿਖਣ ਬੈਠ ਜਾਂਦੀ ਹਾਂ। ਮਿਸਾਲ ਵਜੋਂ ਬੇਜੀ ਇੱਕ ਦਿਨ ਆਖ ਰਹੇ ਸਨ, ਦੇਖ ਲਓ ਇਹੋ ਜਿਹੇ ਵੀ ਲੋਕ ਪਏ ਨੇ। ਆਦਮੀ ਮਰ ਗਿਆ ਪਰ ਵੀਰਪਾਲ ਨੇ ਨੱਕ 'ਚੋਂ ਤੀਲੀ ਨਹੀਂ ਲਾਈ। ਗੱਲ ਸੁਣ ਕੇ ਵੀਰਪਾਲ ਦਾ ਚਿਹਰਾ ਮੇਰੇ ਜ਼ਿਹਨ 'ਚ ਆ ਗਿਆ। ਮੈਂ ਜਿਵੇਂ ਪੁੱਛਿਆ, ਵੀਰਪਾਲ? ਉਹ ਆਖਣ ਲੱਗੀ, ਉਹ ਮਰ ਗਿਆ, ਮੈਂ ਤੇ ਨਹੀਂ ਮਰੀ। ਗੱਲ ਭੁੱਲ ਭੁਲਾ ਗਈ। ਕਈ ਮਹੀਨਿਆਂ ਮਗਰੋਂ ਸਰਾਧਾਂ ਦੇ ਦਿਨ ਆਏ। ਮੈਂ ਤੇ ਬੇਜੀ ਪਹੋਏ ਗਏ। ਪਹੋਏ ਲੋਕ ਮਰਿਆਂ ਦੀ ਗੱਤ ਕਰਵਾਉਣ ਜਾਂਦੇ ਹਨ। ਉਸੇ ਬੱਸ 'ਚ ਵੀਰਪਾਲ ਵੀ ਸੀ। ਮੈਂ ਜਿਵੇਂ ਫੇਰ ਉਹਨੂੰ ਪੁੱਛਿਆ, ਵੀਰਪਾਲ? ਉਹਨੇ ਨਜ਼ਰਾਂ ਝੁਕਾ ਲਈਆਂ ਤੇ ਰੋ ਪਈ। ਗੱਲ ਫੇਰ ਆਈ ਗਈ ਹੋ ਗਈ। ਉਹਨਾਂ ਹੀ ਦਿਨਾਂ 'ਚ ਕਦੇ ਕਦੇ ਮੈਂ ਡਾਇਰੀ ਲਿਖਦੀ ਹੁੰਦੀ ਸੀ। ਮੈਂ ਲਿਖਿਆ, ਮੈਂ ਆਪਣੇ ਆਪ ਨੂੰ ਕਿੱਥੇ ਭੁੱਲ ਆਈ ਹਾਂ। ਇਸ ਘਰ ਦੇ ਸਭ ਲੋਕ ਕਿੱਥੇ ਚਲੇ ਗਏ ਨੇ? ਇੰਨੀ ਸੁੰਨਸਾਨ ਕਿਸ ਲਈ ਹੈ? ਕੌਣ ਰੋ ਰਿਹਾ ਹੈ? ਕਿਤੇ ਮੈਂ ਤੇ ਨਹੀਂ ਮਰ ਗਈ? ਰਾਤ ਅੱਧ ਵਿਚਕਾਰ ਕਿਉਂ ਖੜੋ ਗਈ ਹੈ? ਕਾਲ ਨੂੰ ਕਿਸਨੇ ਪਾਵੇ ਨਾਲ ਬੰਨ੍ਹ ਲਿਆ? ਕੀ ਹੁਣ ਪਹਿਰਾ ਨਹੀਂ ਬਦਲੇਗਾ? ਕੋਈ ਚੰਡੀ ਹੋਰ ਉਗਾਓ, ਕੋਈ ਰਾਮ ਹੋਰ ਲਿਆਓ। ਰਾਤ ਅੱਧ ਵਿਚਕਾਰ ਖੜੋ ਗਈ ਹੈ। ਇਸ ਤਰ੍ਹਾਂ ਲਿਖੀ ਸਾਰੀ ਡਾਇਰੀ ਇੱਕ ਦਿਨ ਜਦੋਂ ਮੈਂ ਮੁੜ ਕੇ ਪੜ੍ਹੀ ਤਾਂ ਲੱਗਿਆ ਇਹ ਡਾਇਰੀ ਮੈਂ ਨਹੀਂ, ਵੀਰਪਾਲ ਨੇ ਲਿਖੀ ਹੈ। ਇਸ ਡਾਇਰੀ ਦੀ ਲੇਖਕਾ ਦੀ ਕਹਾਣੀ ਜਦੋਂ ਮੈਂ ਲਿਖੀ ਤਾਂ ਉਸ ਕਿਤਾਬ ਦਾ ਨਾਮ ਰੱਖਿਆ ਤੀਲੀ ਦਾ ਨਿਸ਼ਾਨ ਤੇ ਵੀਰਪਾਲ ਦਾ ਨਾਂ ਕਿਰਨਜੀਤ ਹੋ ਗਿਆ। ਇਹ ਹੈ ਬੀਜ ਤੋਂ ਬਿਰਖ ਬਣਨ ਦੀ ਵਾਰਤਾ। ਇਹ ਤਾਂ ਗੱਲ ਹੋਈ ਕਿ ਮੈਂ ਕਿਵੇਂ ਲਿਖਦੀ ਹਾਂ। ਅਸਲ ਗੱਲ ਤਾਂ ਇਹ ਹੈ ਕਿ ਮੈਂ ਲਿਖਦੀ ਕਿਉਂ ਹਾਂ। ਕੋਈ ਵੀ ਲੇਖਕ ਕਿਉਂ ਲਿਖਦਾ ਹੈ? ਲੇਖਕ ਆਪਣੇ ਸਮੇਂ ਦੀ ਤੀਖਣ ਚੇਤਨਾ ਹਾਈਟਨਡ ਅਵੇਅਰਨੈਸ ਹੁੰਦਾ ਹੈ। ਇਉਂ ਆਖ ਲਓ ਕਿ ਵੇਲੇ ਦੀ ਤੀਖਣ ਚੇਤਨਾ ਉਹਨੂੰ ਆਪਣੇ ਪ੍ਰਗਟਾਅ ਦਾ ਸਾਧਨ ਬਣਾਉਂਦੀ ਹੈ, ਜਿਹਦੇ ਪਿੱਛੇ ਮਨੁੱਖ ਦੀ ਸਵੈ ਸੰਸਾਰ ਤੇ ਮੁੱਲਾਂ ਦੀ ਪਹਿਚਾਣ ਤੇ ਕਿਸੇ ਤੰਦਰੁਸਤ ਜੀਵਨ ਦਰਸ਼ਨ ਜਾਂ ਵਿਸ਼ਵ ਦ੍ਰਿਸ਼ਟੀ ਲਈ ਕੋਸ਼ਿਸ਼ ਹੁੰਦੀ ਹੈ। ਸਾਹਿਤ ਨੂੰ ਕਿਸੇ ਇੱਕ ਵਿਚਾਰਧਾਰਾ ਨਾਲ ਬੰਨ੍ਹਣਾ ਸਹੀ ਨਹੀਂ, ਕਿਉਂਕਿ ਹਰ ਇੱਕ ਵਿਚਾਰਧਾਰਾ ਕਿਸੇ ਸਮੇਂ ਤੇ ਸਥਾਨ ਦੀ ਲੋੜ ਵਿੱਚੋਂ ਪੈਦਾ ਹੁੰਦੀ ਹੈ ਤੇ ਉਸ ਸਮੇਂ ਦੇ ਲੰਘ ਜਾਣ ਮਗਰੋਂ ਉਸ ਵਿਚਾਰਧਾਰਾ ਦੀ ਸਿਰਫ ਇਤਿਹਾਸਕ ਮਹੱਤਤਾ ਰਹਿ ਜਾਂਦੀ ਹੈ। ਦੂਸਰਾ, ਗਤੀਸ਼ੀਲ ਜ਼ਿੰਦਗੀ ਨੂੰ ਕਿਸੇ ਇੱਕ ਵਿਚਾਰਧਾਰਾ ਨਾਲ ਬੰਨ੍ਹ ਕੇ ਖੜੀ ਕਰ ਦੇਣਾ ਉਚਿਤ ਨਹੀਂ। ਇਸ ਲਈ ਪ੍ਰਤੀਬੱਧਤਾ ਜ਼ਿੰਦਗੀ ਨਾਲ, ਜ਼ਿੰਦਗੀ ਦੇ ਮੂਲ ਤੱਤਾਂ ਤੇ ਸੱਚਾਂ ਨਾਲ, ਜ਼ਿੰਦਗੀ ਦੇ ਸੋਚ ਤੇ ਸਵਾਸਥ ਨਾਲ ਹੋਣੀ ਚਾਹੀਦੀ ਹੈ। ਜੇ ਗੱਲ ਹੋਰ ਸਪਸ਼ਟ ਕਰਨੀ ਹੋਵੇ ਤਾਂ ਮੈਂ ਆਖਣਾ ਚਾਹਾਂਗੀ ਕਿ ਲੇਖਕ ਸਾਨੂੰ ਜ਼ਿੰਦਗੀ ਦਾ ਮਾਡਲ ਦਿੰਦਾ ਹੈ। ਅੱਜ ਜ਼ਿੰਦਗੀ 'ਚ ਇੰਨੀ ਹਨੇਰਗਰਦੀ ਦਾ ਕਾਰਨ ਇਹ ਹੈ ਕਿ ਸਾਡੇ ਕੋਲ ਜਿਉਣ ਦਾ ਕੋਈ ਮਾਡਲ ਨਹੀਂ। ਉਦਾਹਰਨ ਲਈ ਕਾਲੀਦਾਸ ਦੀ ਸ਼ਕੁੰਤਲਾ ਦੇ ਪਹਿਲੇ ਪਹਿਰੇ 'ਚ ਹੀ ਲਿਖਿਆ ਹੋਇਆ, ਰਿਸ਼ੀਆਂ ਨੇ ਦਾਨਵਾਂ ਤੋਂ ਤੰਗ ਆ ਕੇ ਰਾਜੇ ਦੀ ਮਦਦ ਮੰਗੀ। ਰਾਜਾ ਯੁੱਧ ਕਰਕੇ ਦਾਨਵਾਂ ਨੂੰ ਭਜਾ ਦਿੰਦਾ ਤੇ ਫਿਰ ਰਿਸ਼ੀਆਂ ਨੂੰ ਪ੍ਰਣਾਮ ਕਰਨ ਆਉਂਦਾ ਹੈ। ਇੱਥੇ ਰਿਸ਼ੀ ਸਪਿਰਿਚੁਅਲ ਪਾਵਰ ਦੇ ਪ੍ਰਤੀਕ ਹਨ। ਰਾਜਾ ਪੋਲੀਟੀਕਲ ਪਾਵਰ ਦਾ ਤੇ ਦਾਨਵ ਈਵਲ ਫੋਰਸਿਸ ਦੇ। ਮਤਲਬ ਹੈ ਕਿ ਸਪਿਰਿਚੁਅਲ ਪਾਵਰ ਇਕੱਲੀ ਈਵਲ ਫੋਰਸਿਸ ਨੂੰ ਮਾਰ ਭਜਾਉਣ ਦੀ ਸਮਰੱਥ ਨਹੀਂ ਹੁੰਦੀ ਤੇ ਉਸ ਨੂੰ ਪੋਲੀਟੀਕਲ ਫੋਰਸ ਦੀ ਮਦਦ ਲੈਣੀ ਪੈਂਦੀ ਹੈ। ਪੋਲੀਟੀਕਲ ਪਾਵਰ ਬਹੁਤ ਸਮਰੱਥ ਹੋਣ ਦੇ ਬਾਵਜੂਦ ਸਪਿਰਿਚੁਅਲ ਪਾਵਰ ਦੇ ਅਧੀਨ ਰਹਿਣੀ ਚਾਹੀਦੀ ਹੈ। ਇਸੇ ਲਈ ਰਾਜਾ ਦਾਨਵਾਂ ਨੂੰ ਭਜਾ ਕੇ ਰਿਸ਼ੀਆਂ ਨੂੰ ਪ੍ਰਣਾਮ ਕਰਨ ਆਉਂਦਾ ਹੈ। ਉੱਥੇ ਇਹਨਾਂ ਵੱਡੀਆਂ ਗੱਲਾਂ ਦੀ ਜ਼ਿੰਦਗੀ ਵਿੱਚ ਥਾਂ ਪ੍ਰਤੀ ਲੇਖਕ ਸੁਚੇਤ ਹੈ ਤੇ ਅੱਜ ਇੰਨੇ 100 ਸਾਲ ਮਗਰੋਂ ਵੀ ਅਸੀਂ ਸਪਸ਼ਟ ਨਹੀਂ ਕਿ ਧਰਮ ਤੇ ਪੋਲੀਟਿਕਸ ਦਾ ਕੀ ਰਿਸ਼ਤਾ ਹੋਣਾ ਚਾਹੀਦਾ ਹੈ। ਕਲਾਸੀਕਲ ਸਾਹਿਤ ਆਪਣੇ ਵਕਤ ਦੀ ਗੱਲ ਤੇ ਹੀ ਨਹੀਂ ਖੜੋ ਜਾਂਦਾ, ਸਗੋਂ ਵਕਤ ਦੀਆਂ ਸਮੱਸਿਆਵਾਂ ਰਾਹੀਂ ਜ਼ਿੰਦਗੀ ਦੇ ਸਦੀਵੀ ਮਸਲਿਆਂ ਬਾਰੇ ਚੇਤਨਤਾ ਪ੍ਰਦਾਨ ਕਰਦਾ ਹੈ। ਆਮ ਕਰਕੇ ਲੋਕੀ ਮੈਨੂੰ ਪੁੱਛਦੇ ਹਨ, ਤੁਸੀਂ ਕਿਉਂ ਲਿਖਦੇ ਹੋ? ਇਹੀ ਸਵਾਲ ਸਕਾਟਲੈਂਡ ਦੀ ਰਾਜਧਾਨੀ ਗਲਾਸਗੋ ਵਿੱਚ ਖੁਸ਼ਵੰਤ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ। ਖੁਸ਼ਵੰਤ ਹੋਰਾਂ ਨੇ ਲਿਖਿਆ ਸੀ, ਮੈਂ ਆਪਣੇ ਲਈ ਲਿਖਦਾ। ਜੇ ਆਪਣੇ ਲਈ ਲਿਖਦੇ ਹੋ ਤਾਂ ਛਪਵਾਉਂਦੇ ਹੋ ਕਿਉਂ ਹੋ? ਸਵਾਲ ਕਰਨ ਵਾਲੇ ਨੇ ਅੱਗੋਂ ਪੁੱਛਿਆ। ਮੇਰੀ ਮਰਜ਼ੀ, ਖੁਸ਼ਵੰਤ ਹੋਰਾਂ ਨੇ ਜਵਾਬ ਦਿੱਤਾ ਸੀ।
ਪਰ ਅੱਜ ਦਾ ਮਨੋਵਿਗਿਆਨ ਆਖਦਾ ਹੈ ਕਿ ਮਰਜ਼ੀ ਵੀ ਤੁਹਾਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲੀ ਹੁੰਦੀ। ਦੂਸਰਾ, ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਸੀਂ ਕੌਣ ਹੋ। ਫਿਰ ਇਸ ਮਰਜ਼ੀ ਅਤੇ ਇਸ ਮੈਂ ਦੇ ਕੀ ਮਾਇਨੇ ਰਹਿ ਜਾਂਦੇ ਨੇ। ਖੁਸ਼ਵੰਤ ਸਿੰਘ ਦਾ ਜਵਾਬ ਉਹਨਾਂ ਲੇਖਕਾਂ ਦਾ ਜਵਾਬ ਹੈ ਜਿਹੜੇ ਸ੍ਰਿਸ਼ਟੀ ਨੂੰ ਸਵੈ ਦੇ ਪ੍ਰਕਰਨ 'ਚ ਰੱਖ ਕੇ ਦੇਖਦੇ ਹਨ। ਦੂਸਰੀ ਕਿਸਮ ਦੇ ਲੇਖਕ ਸਵੈ ਨੂੰ ਸਮਾਜਿਕ ਪ੍ਰਕਰਨ 'ਚ ਰੱਖ ਕੇ ਦੇਖਦੇ ਹਨ। ਪਰ ਸਮਾਜ ਤਾਂ ਆਖਦੇ ਨੇ 10 ਕੁਆਂ ਉੱਪਰ ਜਾ ਕੇ ਬਦਲ ਜਾਂਦਾ ਹੈ ਅਤੇ 10 ਸਾਲਾਂ ਵਿੱਚ ਬਦਲ ਜਾਂਦਾ ਹੈ। ਫਿਰ ਸਮਾਜਿਕ ਪ੍ਰਕਰਨ ਦੇ ਕੀ ਅਰਥ ਰਹਿ ਜਾਂਦੇ ਨੇ? ਅਸੀਂ ਕਿਉਂ ਲਿਖਦੇ ਹਾਂ? ਇਹ ਸਵਾਲ ਸਿਰਫ ਸਾਡੇ ਨਹੀਂ, ਇਹ ਸਵਾਲ ਸਾਡੇ ਪੂਰਵਜਾਂ ਦੇ ਸਾਹਮਣੇ ਵੀ ਆਏ ਹੋਣਗੇ। ਇਸ ਲਈ ਇਸ ਸਵਾਲ ਤੋਂ ਵੀ ਪਹਿਲਾਂ ਉਹਨਾਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਸਾਹਿਤ ਹੈ ਕੀ। ਇਹ ਭਾਲ ਅਜੇ ਤੱਕ ਜਾਰੀ ਹੈ। ਅੱਜ ਵੀ ਸਾਰਤਰ ਵਰਗੇ ਲੇਖਕ ਨੂੰ ਪੁਸਤਕ ਲਿਖਣੀ ਪੈਂਦੀ ਹੈ, ਸਾਹਿਤ ਕੀ ਹੈ। ਜਰਮਨ ਲੇਖਕ ਗੈਟੇ ਸਾਹਿਤ ਨੂੰ ਫ੍ਰੈਗਮੈਂਟਸ ਆਫ ਗ੍ਰੇਟ ਕਨਫੈਸ਼ਨ ਆਖਦਾ ਹੈ। ਟੈਗੋਰ ਇਹਨੂੰ ਮਨੁੱਖ ਦਾ ਸੁਪਨਾ ਕਹਿੰਦਾ ਹੈ। ਇਸ ਤਰ੍ਹਾਂ ਕੋਈ ਅਹਮ ਦੀ ਪੂਰਤੀ, ਕੋਈ ਸਵੈ ਦੀ ਤਲਾਸ਼, ਕੋਈ ਸਵੈ ਦੀ ਸਫਾਈ ਜਸਟੀਫਿਕੇਸ਼ਨ ਅਤੇ ਕੋਈ ਸਾਰਤਰ ਵਾਂਗ ਸਾਹਿਤ ਨੂੰ ਬਿੰਬਾਂ ਵਿੱਚ ਦਰਸ਼ਨ ਕਹਿੰਦਾ ਹੈ। ਇਹ ਸਾਰੀਆਂ ਹੀ ਗੱਲਾਂ ਸੱਚੀਆਂ ਹਨ, ਕਿਉਂਕਿ ਜਿੱਡਾ ਕੋਈ ਬੰਦਾ ਹੁੰਦਾ ਹੈ ਓਡਾ ਹੀ ਉਹ ਸਾਹਿਤਕਾਰ ਹੁੰਦਾ ਹੈ, ਓਡੇ ਹੀ ਉਹਦੇ ਸਵਾਲ ਦੇ ਜਵਾਬ ਹੁੰਦੇ ਹਨ। ਕੋਈ ਕਿਉਂ ਲਿਖਦਾ ਹੈ ਜਾਣਨ ਲਈ ਸਾਨੂੰ ਉਹਦੇ ਸਵੈ ਨਾਲ, ਸਮਾਜ ਨਾਲ ਅਤੇ ਮੁੱਲਾਂ ਨਾਲ ਰਿਸ਼ਤਿਆਂ ਨੂੰ ਸਮਝਣਾ ਪਏਗਾ। ਇਹਨਾਂ ਰਿਸ਼ਤਿਆਂ ਦੇ ਮਗਰ ਖੜੋਤੀਆਂ ਸੰਚਾਲਕ ਸ਼ਕਤੀਆਂ, ਧਰਮ, ਅਰਥ, ਕਾਮ ਅਤੇ ਮੋਕਸ਼ ਤੱਕ ਜਾਣਾ ਪਏਗਾ। ਪਰ ਇਹ ਸਭ ਅਸੀਂ ਤਦ ਹੀ ਜਾਣ ਸਕਦੇ ਹਾਂ ਅਤੇ ਸਮਝ ਸਕਦੇ ਹਾਂ ਜੇ ਅਸੀਂ ਵਿਚਾਰਾਂ ਦੇ ਵਿਕਾਸ ਦੇ ਇਤਿਹਾਸ ਤੋਂ ਜਾਣੂ ਹੋਈਏ। ਕਦੇ ਵੇਲਾ ਸੀ ਰੱਬ ਧੁਰਾ ਹੁੰਦਾ ਸੀ, ਪ੍ਰਕਿਰਤੀ ਉਹਦਾ ਪਸਾਰ, ਸਮਾਜ ਉਸ ਉੱਪਰਲਾ ਉਸਾਰ ਅਤੇ ਬੰਦਾ ਇੱਕ ਬਿੰਦੂ ਹੁੰਦਾ ਸੀ। ਪਰ ਹੁਣ ਮਨੁੱਖ ਦਾ ਸਵੈ ਧੁਰਾ ਹੈ, ਸਮਾਜ ਉਹਦਾ ਪਸਾਰ ਹੈ, ਕੁਦਰਤ ਉਹਦੀ ਪਾਣੀਹਾਰ ਅਤੇ ਰੱਬ ਬੇਲੋੜੀ ਵਸਤ। ਇਹ ਵਿਚਾਰਾਂ ਦਾ ਇਤਿਹਾਸ ਹੈ। ਦੂਸਰੀ ਗੱਲ ਹੈ, ਕੋਈ ਕਿਵੇਂ ਲਿਖਦਾ। ਲਿਖਣ ਲਈ ਜਿਸ ਵਿਧਾ ਨੂੰ ਲੇਖਕ ਅਪਣਾਉਂਦਾ ਹੈ, ਜੇ ਉਹਦੀ ਪਰਿਭਾਸ਼ਾ, ਤੱਤ, ਸਿਧਾਂਤ ਅਤੇ ਇਤਿਹਾਸ ਬਾਰੇ ਨਹੀਂ ਜਾਣਦਾ ਤਾਂ ਅਗਾਂਹ ਨਹੀਂ ਤੁਰ ਸਕਦਾ। ਗਾਇਤਰੀ ਦੇਵੀ ਨੇ ਬੰਗਾਲੀ ਵਿੱਚ 21 ਨਾਵਲ ਲਿਖਿਆ ਹੈ, ਨਾ ਹੰਤੇ, ਇਟ ਡਜ਼ਨਟ ਡਾਈ, ਅਤੇ ਉਸੇ ਨੂੰ ਸਾਹਿਤ ਅਕੈਡਮੀ ਦਾ ਅਵਾਰਡ ਮਿਲ ਗਿਆ। ਕਿਉਂ? ਇਸ ਲਈ ਕਿ ਉਹਦੇ ਨਾਵਲ ਦੇ ਪਿੱਛੇ ਟੈਗੋਰ ਅਤੇ ਸ਼ਰਤ ਚੰਦਰ ਵਰਗੇ ਨਾਵਲਕਾਰਾਂ ਦੇ ਨਾਵਲਾਂ ਦਾ ਇੱਕ ਅਮੀਰ ਵਿਰਸਾ ਸੀ, ਜਿਨ੍ਹਾਂ ਨੂੰ ਪੜ੍ਹ ਕੇ ਉਹ ਅਗਾਂਹ ਤੁਰੀ ਸੀ। ਅਲਬਰਟ ਕਾਮੂ ਨੇ ਸਿਰਫ 5-6 ਕਹਾਣੀਆਂ ਲਿਖੀਆਂ ਸਨ ਅਤੇ ਉਹ ਸੰਸਾਰ ਦੇ ਚੰਗੇ ਕਹਾਣੀਕਾਰਾਂ 'ਚੋਂ ਇੱਕ ਗਿਣਿਆ ਜਾਂਦਾ ਹੈ। ਕਿਉਂ? ਇਸ ਲਈ ਕਿ ਫਰੈਂਚ ਕਹਾਣੀ ਦਾ ਸਾਰਾ ਇਤਿਹਾਸ ਕਾਮੂ ਦੇ ਪਿੱਛੇ ਖੜ੍ਹਾ ਹੈ। ਦੂਜੀ ਗੱਲ ਹੈ ਕਿ ਲਿਖਣ ਦਾ ਇੱਕੋ ਇੱਕ ਸਾਧਨ ਹੈ ਬੋਲੀ। ਬੋਲੀ ਚਿੰਨ੍ਹ, ਸਾਈਨ ਤੋਂ ਪ੍ਰਤੀਕ, ਸਿੰਬਲ ਤੱਕ ਦਾ ਸਫ਼ਰ ਕਰਦੀ ਹੈ। ਜੇ ਲੇਖਕ ਨੇ ਸਰਲ, ਸਧਾਰਨ ਅਤੇ ਸਤ੍ਹਾ ਦੀਆਂ ਗੱਲਾਂ ਕਰਨੀਆਂ ਹੋਣ ਫਿਰ ਕੋਈ ਸਮੱਸਿਆ ਨਹੀਂ ਆਉਂਦੀ। ਪਰ ਜਦੋਂ ਉਹਨੇ ਬਹੁਪਰਤੀ, ਬਹੁਦਿਸ਼ਾਵੀ, ਜਟਿਲ ਗੱਲ ਕਰਨੀ ਹੈ, ਉੱਥੇ ਉਹਦਾ ਨਾਟਕੀ, ਚਿੱਤਰਮਈ, ਸੰਗੀਤਮਈ, ਅਲੰਕਾਰਿਕ ਬੋਲੀ ਨਾਲ ਹੀ ਕੰਮ ਨਹੀਂ ਸਰਦਾ। ਉੱਥੇ ਉਹਨੂੰ ਪ੍ਰਤੀਕਾਤਮਕ ਬੋਲੀ ਦੀ ਲੋੜ ਪੈਂਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਚੰਗਾ ਲੇਖਕ ਚਿੰਨ੍ਹ ਤੋਂ ਪ੍ਰਤੀਕ ਤੱਕ ਦਾ ਸਫ਼ਰ ਕਰਦੀ ਬੋਲੀ ਰਾਹੀਂ ਯਥਾਰਥ ਤੋਂ ਸੱਚ ਤੱਕ ਜਾਂਦਾ ਹੈ। ਤੁਸੀਂ ਆਖੋਗੇ ਸਾਹਿਤ ਸ਼ਾਸਤਰੀ ਗੱਲਾਂ ਦੀ ਥਾਂ ਆਪਣੀ ਕੋਈ ਗੱਲ ਕਰੋ, ਆਪਣੇ ਬਾਰੇ, ਆਪਣੀ ਲਿਖਤ ਦੇ ਆਧਾਰ ਬਾਰੇ, ਆਪਣੀ ਲਿਖਤ ਬਾਰੇ, ਆਪਣੀ ਲਿਖਤ ਬਾਰੇ। ਅੰਗ 9, ਆਪਣੀ ਹੋਂਦ ਦੇ ਅਰਥ ਤਲਾਸ਼ ਕਰਨਾ ਜਾਂ ਆਪਣੀ ਹੋਂਦ ਦਾ ਸਮਰਥਨ ਜਾਂ ਸਾਰਥਕਤਾ ਲੱਭਣੀ ਕਿਸੇ ਵੀ ਲੇਖਕ ਲਈ ਜਿਉਣ ਲਈ ਵੀ ਅਤੇ ਲਿਖਣ ਲਈ ਵੀ ਇਹਨਾਂ ਵਿੱਚੋਂ ਇੱਕ ਕੇਂਦਰੀ ਬਿੰਦੂ ਹੁੰਦਾ ਹੈ। ਮਤਲਬ ਹੈ ਭਾਸ਼ਾ ਵਿੱਚ ਲੇਖਕ ਆਪਣੀ ਰਚਨਾ ਰਾਹੀਂ ਆਪਣੇ ਆਪ ਨੂੰ ਲੱਭਣ ਲਈ ਜਾਂ ਆਪਣੇ ਆਪ ਨੂੰ ਭੁੱਲਣ ਲਈ ਸਾਹਿਤ ਸਿਰਜਦਾ ਹੈ। ਵੇਦਾਂ ਦੇ ਰਚਨਹਾਰਿਆਂ ਨੇ ਰਚਨਾ ਉੱਪਰ ਕਿਧਰੇ ਆਪਣਾ ਨਾਮ ਨਹੀਂ ਦਿੱਤਾ, ਕਿਉਂਕਿ ਨਾਮ ਤਾਂ ਸਿਰਫ ਜਿਸਮ ਦਾ ਹੁੰਦਾ ਹੈ। ਗੱਲ ਉੱਥੇ ਸਾਹਿਤ ਰਚ ਕੇ ਇਨਾਮ, ਸ਼ੋਹਰਤ, ਪਦਵੀਆਂ ਤੱਕ ਪਹੁੰਚਣ ਦੀ ਨਹੀਂ ਸੀ। ਸਾਹਿਤ ਇੱਕ ਸਾਧਨ ਸੀ ਆਪਣੇ ਆਪ ਨੂੰ ਜਾਣਨ ਦਾ, ਆਪਣੇ ਰਾਹੀਂ ਸੰਸਾਰ ਨੂੰ ਸਮਝਣ ਦਾ ਅਤੇ ਆਪਣੇ ਆਪ ਤੋਂ ਪਾਰ ਲੰਘ ਜਾਣ ਦਾ। ਤਦ ਹੀ ਰਿਸ਼ੀ ਆਖਦਾ, ਟੱਬਰ ਲਈ ਘਰ ਦਾ ਇੱਕ ਬੰਦਾ ਕੁਰਬਾਨ ਕੀਤਾ ਜਾ ਸਕਦਾ ਹੈ। ਇੱਕ ਪਿੰਡ ਲਈ ਇੱਕ ਟੱਬਰ, ਮੁਲਕ ਲਈ ਪਿੰਡ ਅਤੇ ਸ੍ਰਿਸ਼ਟੀ ਲਈ ਇੱਕ ਮੁਲਕ ਕੁਰਬਾਨ ਕੀਤਾ ਜਾ ਸਕਦਾ ਹੈ ਅਤੇ ਆਤਮਾ ਲਈ ਸਾਰੀ ਸ੍ਰਿਸ਼ਟੀ ਕੁਰਬਾਨ ਕੀਤੀ ਜਾ ਸਕਦੀ ਹੈ। ਆਤਮਾ ਜਿਹਦੀ ਪਹਿਚਾਣ ਮਗਰੋਂ ਰਿਸ਼ੀ ਆਖਦਾ ਹੈ, ਅਹਮ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਤਤ ਤਵਾਮ ਅਸੀਂ, ਤੂੰ ਵੀ ਉਹੀ ਹੈ। ਬ੍ਰਹਮ ਜੋ ਦੁਨੀਆ ਦਾ ਆਦਿ ਅਤੇ ਅੰਤ ਹੈ। ਇਸ ਦੇ ਉਲਟ ਅੱਜ ਦਾ ਅਸਤਿਤਵਵਾਦੀ ਮਨੁੱਖ ਆਖਦਾ ਹੈ, ਜੀ ਨਾਲ ਜਹਾਨ ਹੈ।
I am therefore world is। ਭਾਵ ਆਤਮਾ, ਸ੍ਰਿਸ਼ਟੀ, ਮੁਲਕ, ਪਿੰਡ, ਪਰਿਵਾਰ ਸਭ ਕੁਝ ਆਪਣੇ ਸਵੈ ਦੀ ਖਾਤਰ ਕੁਰਬਾਨ ਕਰ ਰਿਹਾ ਤੇ ਸਾਹਿਤਕਾਰ ਵੀ ਅੱਜ ਦੇ ਸਮੇਂ ਵਿੱਚ ਹੀ ਜੀ ਰਿਹਾ। ਕਿੱਥੋਂ ਤੁਰੀ ਸੀ, ਕਿੱਥੇ ਆ ਗਏ ਹਾਂ, ਇਸੇ ਸੰਕਟ ਨੂੰ ਸਮਝਣ ਦੀ ਇਹ ਕੋਸ਼ਿਸ਼ ਹੈ ਮੇਰੀ ਰਚਨਾ। ਵੈਸੇ ਤਾਂ ਆਖਿਆ ਜਾਂਦਾ ਹੈ ਕਿ ਸ਼ੇਕਸਪੀਅਰ ਦਾ ਵੀ ਉਹਦੀ ਰਚਨਾਵਾਂ ਵਿੱਚੋਂ ਇਮਤਿਹਾਨ ਲਿਆ ਜਾਂਦਾ। ਉਹ ਜ਼ਰੂਰ ਫੇਲ ਹੋ ਜਾਂਦਾ ਕਿਉਂਕਿ ਇਹ ਪਾਠਕ ਤੇ ਆਲੋਚਕ ਹੀ ਹੁੰਦੇ ਹਨ ਜੋ ਕਿਸੇ ਰਚਨਾ ਨੂੰ ਡੀਕੋਡ ਕਰਦੇ ਹਨ। ਲੇਖਕ ਤਾਂ ਸਿਰਫ ਸਿਰਜਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਇੱਕ ਸੰਸਾਰ 'ਚ ਅਸੀਂ ਜਿਉਂਦੇ ਹਾਂ ਤੇ ਇੱਕ ਸੰਸਾਰ ਅਸੀਂ ਆਪਣੇ ਮਨ ਵਿੱਚ ਸਿਰਜਿਆ ਹੁੰਦਾ ਹੈ। ਲੇਖਕ ਦੇ ਮਨ 'ਚ ਜਿਸ ਤਰ੍ਹਾਂ ਦੇ ਸੰਸਾਰ ਦਾ ਮਾਡਲ ਹੁੰਦਾ ਹੈ ਉਹ ਆਪਣੀ ਰਚਨਾ 'ਚ ਉਸੇ ਨੂੰ ਸਾਕਾਰ ਕਰਦਾ ਰਹਿੰਦਾ ਹੈ। ਇੱਕ ਤਰ੍ਹਾਂ ਨਾਲ ਉਹ ਰੱਬ ਤੋਂ ਵੀ ਵਧੀਆ ਸੰਸਾਰ ਸਿਰਜਣ ਦੇ ਆਹਰ 'ਚ ਹੁੰਦਾ ਹੈ। ਜਰਮਨ ਲੇਖਕ ਗੇਟੇ ਅਸਮਾਨੀ ਪੀਂਘਾਂ ਦੇ ਰੰਗਾਂ ਉੱਪਰ ਵੀ ਟੀਕਾ ਟਿੱਪਣੀ ਕਰਦਾ ਆਖਦਾ ਹੈ ਕਿ ਇਸ ਵਿੱਚ ਸੂਹਾ ਲਾਲ ਰੰਗ ਘੱਟ ਹੈ। ਮਨੁੱਖ ਦੇ ਦੋ ਹੀ ਰਿਸ਼ਤੇ ਹੁੰਦੇ ਹਨ, ਇੱਕ ਰਿਸ਼ਤਾ ਆਪਣੇ ਆਪ ਨਾਲ ਤੇ ਦੂਜਾ ਸ੍ਰਿਸ਼ਟੀ ਨਾਲ। ਇਹਨਾਂ ਰਿਸ਼ਤਿਆਂ ਦਾ ਆਧਾਰ ਵਿਗਿਆਨਕ ਬੁੱਧੀ ਹੋ ਸਕਦਾ ਹੈ, ਧਾਰਮਿਕ ਵਿਸ਼ਵਾਸ ਹੋ ਸਕਦਾ ਹੈ, ਸੋਚ ਦੀ ਸੂਝ ਹੋ ਸਕਦੀ ਹੈ। ਲੇਖਕ ਵਿਗਿਆਨ ਤੇ ਧਰਮ ਤੋਂ ਇਨਕਾਰੀ ਨਹੀਂ, ਪਰ ਉਹਦਾ ਧਿਆਨ ਵਧੇਰੇ ਸੋਝ ਵੱਲ ਹੁੰਦਾ ਹੈ। ਮਸਲਨ ਬੰਗਾਲੀ ਲੇਖਕ ਸ਼ਰਤ ਚੰਦਰ ਦੀ ਇੱਕ ਕਹਾਣੀ ਹੈ ਅਰਕਸ਼ਨੀਏ, ਜੋ ਰਿਸ਼ਤਿਆਂ ਦੇ ਸੋਝ ਦੀ, ਮਨ ਦੇ ਸੋਝ ਦੀ ਗੱਲ ਕਰਦੀ ਹੈ। ਇਸ ਕਹਾਣੀ ਵਿੱਚ ਲੇਖਕ ਸੋਝ ਦੀ ਤਲਾਸ਼ ਵਿੱਚ ਵਿਚਾਰ ਨੂੰ ਦਰਸ਼ਨ ਤੱਕ ਲੈ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਹੈ ਜਿਸ ਵਿੱਚ ਇੱਕ ਔਰਤ ਆਪਣਾ ਮਰਿਆ ਹੋਇਆ ਬੱਚਾ ਲੈ ਕੇ ਮਹਾਤਮਾ ਬੁੱਧ ਕੋਲ ਗਈ। ਮਹਾਰਾਜ, ਇਹਨੂੰ ਜਿਉਂਦਾ ਕਰ ਦਿਓ। ਬੁੱਧ ਨੇ ਆਖਿਆ, ਜ਼ਰੂਰ ਕਰ ਦਿਆਂਗਾ, ਬਸ ਮੁੱਠੀ ਭਰ ਚੌਲ ਕਿਸੇ ਘਰੋਂ ਮੰਗ ਲਿਆ, ਪਰ ਲਿਆਈ ਉਸ ਘਰੋਂ ਜਿੱਥੇ ਕਦੇ ਕੋਈ ਮਰਿਆ ਨਾ ਹੋਵੇ। ਉਹ ਔਰਤ ਦਿਨ ਭਰ ਅਜਿਹਾ ਘਰ ਲੱਭਦੀ ਰਹੀ ਜਿੱਥੇ ਕਦੇ ਕੋਈ ਮਰਿਆ ਨਾ ਹੋਵੇ ਤੇ ਸ਼ਾਮ ਨੂੰ ਖਾਲੀ ਪਰਤ ਆਈ ਤੇ ਮਹਾਤਮਾ ਨੂੰ ਦੱਸਿਆ, ਅਜਿਹਾ ਕੋਈ ਘਰ ਨਹੀਂ ਜਿੱਥੇ ਕਦੇ ਕੋਈ ਮਰਿਆ ਨਾ ਹੋਵੇ। ਇਹੀ ਗੱਲ ਤਾਂ ਬੁੱਧ ਉਹਨੂੰ ਆਖਣਾ ਚਾਹੁੰਦਾ ਸੀ ਕਿ ਮੌਤ ਟਾਲੀ ਨਹੀਂ ਜਾ ਸਕਦੀ। ਹਨੇਰੇ 'ਚ ਤੁਰੇ ਫਿਰਦੇ ਰਹਿਣ ਦੀ ਥਾਂ ਉਹ ਆਖਦਾ, ਆਪਣਾ ਦੀਵਾ ਆਪ ਬਣੋ। ਤੇ ਫਿਲਾਸਫੀ, ਦਰਸ਼ਨ ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਸਵੈ ਨੂੰ ਜਾਣੋ। ਅਸਲ ਵਿੱਚ ਸਾਹਿਤ ਅੰਤਰ ਧਿਆਨ, ਕੰਟੈਂਪਲੇਸ਼ਨ ਦਾ ਨਾਮ ਹੈ। ਪਰ ਅੱਜ ਅਸੀਂ ਸੋਚਣ ਤੋਂ ਟਲਦੇ ਜਾਂ ਸੋਚਣ ਨੂੰ ਟਾਲਦੇ ਰਹਿੰਦੇ ਹਾਂ। ਆਪਣੇ ਆਪ ਦੀ ਵਿਆਖਿਆ ਦੂਜਿਆਂ ਕੋਲੋਂ ਮੰਗਦੇ ਹਾਂ। ਇਸੇ ਕਰਕੇ ਇੱਕ ਮਾਤੜ ਭਾਈ ਇੱਕ ਫਿਲਾਸਫਰ ਕੋਲ ਗਿਆ ਤੇ ਆਖਣ ਲੱਗਾ, ਮੈਨੂੰ ਮੇਰੇ ਬਾਰੇ ਕੁਝ ਦੱਸੋ। ਫਿਲਾਸਫਰ ਨੇ ਆਖਿਆ, ਦੂਜਿਆਂ ਨਾਲੋਂ ਮਨੁੱਖ ਆਪਣੇ ਬਾਰੇ ਆਪ ਵਧੇਰੇ ਜਾਣਦਾ ਹੁੰਦਾ ਹੈ। ਮਾਤੜ ਭਾਈ ਨੇ ਆਖਿਆ, ਆਪਣੇ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ, ਤੁਸੀਂ ਮੇਰੇ ਬਾਰੇ ਮੈਨੂੰ ਸਮਝਾਓ। ਫਿਲਾਸਫਰ ਨੇ ਆਖਿਆ, ਇਉਂ ਕਰੀਂ, ਜਿਸ ਦਿਨ ਮੀਂਹ ਪਿਆ, ਮੀਂਹ 'ਚ ਅਸਮਾਨ ਵੱਲ ਮੂੰਹ ਕਰਕੇ ਖੜਾ ਹੋ ਜਾਈਂ, ਤੈਨੂੰ ਆਪਣੇ ਬਾਰੇ ਸਭ ਇਲਹਾਮ ਹੋ ਜਾਏਗਾ। ਉਸ ਭਾਈ ਨੇ ਮੀਂਹ ਵਾਲੇ ਦਿਨ ਉਸੇ ਤਰ੍ਹਾਂ ਕੀਤਾ, ਪਰ ਉਹਨੂੰ ਕੋਈ ਇਲਹਾਮ ਨਾ ਹੋਇਆ। ਤਾਂ ਮੁੜ ਫਿਲਾਸਫਰ ਕੋਲ ਗਿਆ। ਫਿਲਾਸਫਰ ਨੇ ਪੁੱਛਿਆ, ਤੂੰ ਕਿਵੇਂ ਕੀਤਾ ਸੀ? ਆਖਣ ਲੱਗਾ, ਜਦੋਂ ਮੀਂਹ ਆਇਆ ਮੈਂ ਉੱਪਰ ਨੂੰ ਮੂੰਹ ਕਰਕੇ ਮੀਂਹ 'ਚ ਖੜਾ ਹੋ ਗਿਆ। ਘੰਟਾ ਭਰ ਖੜਾ ਰਿਹਾ। ਜਦੋਂ ਕੋਈ ਇਲਹਾਮ ਨਾ ਹੋਇਆ ਤਾਂ ਮੈਂ ਸੋਚਿਆ ਕਿ ਮੈਂ ਵੀ ਕਿੱਡਾ ਮੂਰਖ ਹਾਂ, ਉਂਝ ਮੀਂਹ 'ਚ ਮੂੰਹ ਚੁੱਕੀ ਖੜਾ। ਤਾਂ ਫਿਲਾਸਫਰ ਨੇ ਦੱਸਿਆ, ਇਹ ਜੋ ਤੂੰ ਸੋਚਿਆ ਕਿ ਤੂੰ ਕਿੱਡਾ ਮੂਰਖ ਹੈ, ਇਹੀ ਤਾਂ ਤੈਨੂੰ ਤੇਰੇ ਬਾਰੇ ਇਲਹਾਮ ਹੋਇਆ। ਇਸ ਤਰ੍ਹਾਂ ਦੇ ਇਲਹਾਮ ਤੋਂ ਡਰਦੇ ਅਸੀਂ ਆਪਣੇ ਮਨ, ਬਚਨ, ਕਰਮ ਉੱਪਰ ਧਿਆਨ ਨਹੀਂ ਕਰਦੇ। ਪਰ ਇੱਕ ਸਾਹਿਤਕਾਰ ਸਵੈ ਦੇ ਪਰ ਨਾਲ ਰਿਸ਼ਤਿਆਂ ਨੂੰ ਪ੍ਰਗਟਾਉਣ ਵਾਲੀ ਬੋਲੀ ਦੀ ਸੋਝ ਉੱਪਰ ਵੀ ਧਿਆਨ ਕਰਦਾ ਹੈ। ਯੂਨਾਨੀ ਲੇਖਕ ਕਜ਼ਾਨ ਡਜ਼ਾਕੇਜ਼ ਦਾ ਨਾਵਲ ਹੈ ਫਰੀਡਮ ਔਰ ਡੈਥ। ਉਸ ਵਿੱਚ ਇੱਕ ਥਾਂ ਫੜੇ ਜਾ ਚੁੱਕੇ ਕੁਝ ਰੈਵੋਲੂਸ਼ਨਰੀ ਮੁੰਡਿਆਂ ਉੱਪਰ ਚਲਾਏ ਜਾ ਰਹੇ ਮੁਕੱਦਮਿਆਂ ਦੇ ਫੈਸਲੇ ਕਰਨ ਲਈ ਇੱਕ ਕਮਰੇ ਵਿੱਚ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਇੱਕ ਮਧੂਮੱਖੀ ਉਸ ਕਮਰੇ 'ਚ ਚਲੀ ਜਾਂਦੀ ਹੈ, ਪਰ ਝੱਟ ਹੀ ਬਾਹਰ ਆ ਜਾਂਦੀ ਹੈ ਤੇ ਆਖਦੀ ਹੈ, ਇਹਨਾਂ ਲੋਕਾਂ 'ਚ ਫੁੱਲਾਂ ਪੱਤਿਆਂ ਵਾਲੀ ਖੁਸ਼ਬੂ ਹੀ ਨਹੀਂ ਹੈ। ਇਹ ਹੈ ਗੱਲ ਆਖਣ ਦੀ ਖੂਬਸੂਰਤੀ। ਤੁਸੀਂ ਆਖੋਗੇ, ਅਸੀਂ ਤਾਂ ਤੁਹਾਨੂੰ ਤੁਹਾਡੀ ਸਿਰਜਣ ਪ੍ਰਕਿਰਿਆ ਬਾਰੇ ਪੁੱਛਿਆ ਸੀ। ਸੱਚ ਜਾਣਨਾ, ਕੋਈ ਨਾਵਲ ਮੈਂ ਕਦੇ ਪਲਾਨ ਨਹੀਂ ਕੀਤਾ, ਕਦੇ ਨੋਟਸ ਤਿਆਰ ਨਹੀਂ ਕੀਤੇ, ਕਦੇ ਇੱਕ ਤੋਂ ਵੱਧ ਖਰੜਾ ਨਹੀਂ ਬਣਾਇਆ ਤੇ ਕਦੇ ਵੀ ਕਿਸੇ ਨਾਵਲ ਲਿਖਣ ਨੂੰ 5 ਦਿਨ ਤੋਂ ਵੱਧ ਦਾ ਸਮਾਂ ਨਹੀਂ ਲਾਇਆ। ਸ਼ਾਇਦ ਇਸੇ ਲਈ ਮੈਨੂੰ ਆਪਣੀ ਕਿਸੇ ਰਚਨਾ ਉੱਪਰ ਕਦੇ ਮਾਣ ਅਭਿਮਾਨ ਮਹਿਸੂਸ ਨਹੀਂ ਹੋਇਆ। ਨਾਵਲ ਨੂੰ ਸਿਰਜਣ ਦਾ ਕੰਮ ਸ਼ਾਇਦ ਅਚੇਤ ਮਨ ਕਰਦਾ ਹੈ ਤੇ ਮੈਂ ਉਹਨੂੰ ਸਿਰਫ ਲਿਖ ਦਿੰਦੀ ਹਾਂ। ਬੀਜ ਤੋਂ ਬਿਰਖ ਕਿਵੇਂ ਬਣਦਾ, ਇਹਦੀ ਉਦਾਹਰਨ ਮੈਂ ਸੂਰਜ ਤੇ ਸਮੁੰਦਰ ਨਾਵਲ ਦੀ ਦੇ ਸਕਦੀ ਹਾਂ। ਜਦੋਂ ਮੈਂ ਨਾਵਲ ਲਿਖਿਆ ਸੀ ਤਾਂ ਇਸੇ ਰਚਨਾ ਨੇ ਆਪਣੇ ਜ਼ੋਰ ਨਾਲ ਮੇਰੇ ਕੋਲੋਂ 5 ਦਿਨਾਂ 'ਚ ਆਪਣੇ ਆਪ ਨੂੰ ਲਿਖਵਾ ਲਿਆ ਸੀ। 5 ਦਿਨ ਕਿਸੇ ਰਚਨਾ ਨੂੰ ਸੋਚਣ, ਸਮਝਣ, ਵਿਉਂਤਣ, ਨਜਿੱਠਣ ਤੇ ਸਿਰਜਣ ਲਈ ਕਾਫੀ ਨਹੀਂ ਹੁੰਦੇ।
ਕਾਫੀ ਇਹ ਤਦ ਹੀ ਹੁੰਦੇ ਹਨ ਜੇ ਇਹ ਸਾਰਾ ਕੰਮ ਤੁਹਾਨੂੰ ਬਿਨਾਂ ਦੱਸਿਆਂ ਤੁਹਾਡਾ ਅਚੇਤ ਮਨ ਕਰਦਾ ਰਿਹਾ ਹੋਵੇ। ਇਸੇ ਲਈ ਉਦੋਂ ਇਸ ਰਚਨਾ ਨੂੰ ਮੈਂ ਇਉਂ ਨਹੀਂ ਸੀ ਜਾਣਿਆ ਜਿਵੇਂ ਰੇਡੀਓ ਵਾਲਿਆਂ ਦੇ ਆਖਣ ਉੱਪਰ ਇਸ ਨਾਵਲ ਨੂੰ ਮੁੜ ਪੜ੍ਹ ਕੇ ਜਾਣਿਆ। ਮੈਂ ਕੁਝ ਹੈਰਾਨ ਵੀ ਹੋਈ ਹਾਂ ਕਿ ਇਹ ਸਭ ਉਦੋਂ ਮੈਂ ਕਿਵੇਂ ਲਿਖ ਲਿਆ। ਇਹ ਰਚਨਾ ਏਡੀ ਸਰਲ ਨਹੀਂ ਜਿੰਨੀ ਸਤ੍ਹਾ ਤੋਂ ਲੱਗਦੀ ਹੈ। ਨਾ ਹੀ ਇਹ ਨਾਵਲ ਜਿਵੇਂ ਕਿ ਆਮ ਮੇਰੇ ਉੱਪਰ ਦੋਸ਼ ਲਗਾਇਆ ਜਾਂਦਾ ਨਿਰੋਲ ਕਿਸੇ ਔਰਤ ਦੇ ਦੁੱਖਾਂ ਦਰਦਾਂ ਦੀ ਕਹਾਣੀ ਹੈ। ਜ਼ਰਾ ਗੌਰ ਨਾਲ ਦੇਖੀਏ ਤਾਂ ਇਸ ਰਚਨਾ ਦੇ ਪਾਤਰ ਸਵੈ ਦੀ ਤਲਾਸ਼, ਸਵੈ ਦੀ ਪਹਿਚਾਣ, ਸਵੈ ਦੀ ਪ੍ਰਾਪਤੀ ਦੀ ਯਾਤਰਾ 'ਤੇ ਤੁਰੇ, ਸਵੈ ਰਾਹੀਂ ਪਰ ਤੇ ਕਦੇ ਪਰ ਰਾਹੀਂ ਸਵੈ ਤੱਕ ਪਹੁੰਚਣ ਦੇ ਯਤਨ ਵਿੱਚ ਹਨ। ਪਰ ਇਸ ਸਭ ਕੁਝ ਦਾ ਮੈਨੂੰ ਖਿਆਲ ਕਿਵੇਂ ਆਇਆ? ਇਸ ਨਾਵਲ ਦੀ ਕਹਾਣੀ ਦਾ ਬੀਜ ਜੇ ਟੋਲਣਾ ਹੋਵੇ ਤਾਂ ਬਹੁਤ ਸਾਲ ਪਹਿਲਾਂ ਦੀ ਇੱਕ ਨਿੱਕੀ ਜਿਹੀ ਘਟਨਾ ਹੈ। ਹਰਨੇਕ ਮੇਰੀ ਕਮਲ ਭੈਣ ਦਾ ਘਰ ਵਾਲਾ ਕਈ ਸਾਲਾਂ ਮਗਰੋਂ ਵਲੈਤ ਤੋਂ ਆਇਆ ਤਾਂ ਉਹਦੇ ਭਰਾਵਾਂ ਵਰਗੇ ਦੋਸਤ ਨੇ ਖਾਣੇ ਉੱਤੇ ਸੱਦਿਆ। ਦੋਸਤ ਦੀ ਵਹੁਟੀ ਨੇ ਪੁੱਛਿਆ, ਹਰਨੇਕ ਉੱਥੇ ਵਲੈਤ ਵਿੱਚ ਤਾਂ ਸਾਰੀਆਂ ਹੀ ਕੁੜੀਆਂ ਬਹੁਤ ਸੋਹਣੀਆਂ ਹੋਣਗੀਆਂ, ਪਰ ਭਾਬੀ ਤੇਰੇ ਨਾਲੋਂ ਸੋਹਣੀ ਕੋਈ ਨਹੀਂ। ਹਰਨੇਕ ਨੇ ਹੱਸ ਕੇ ਆਖਿਆ। ਗੱਲ ਆਈ ਗਈ ਹੋ ਗਈ, ਪਰ ਭਾਬੀ ਦਾ ਸਵਾਲ ਤੇ ਹਰਨੇਕ ਦਾ ਜਵਾਬ ਮੇਰੇ ਮਨ 'ਚ ਕਿਧਰੇ ਡੂੰਘਾ ਲੈ ਗਿਆ ਤੇ ਫਿਰ ਵਕਤ ਪਾ ਕੇ ਇਹੀ ਬੀਜ ਪਤਾ ਨਹੀਂ ਕਿਵੇਂ ਤੇ ਕਦੋਂ ਬੀਜ ਤੋਂ ਬਿਰਖ ਬਣ ਗਿਆ। ਮੇਰੇ ਮਨ 'ਚ ਝੱਖੜ ਵਾਂਗ ਝੁੱਲਣ ਲੱਗ ਪਿਆ। ਮੈਂ ਮਨ ਦੇ ਇਸ ਝੱਖੜ ਤੋਂ ਪਾਰ ਲੰਘਣ ਲਈ ਇਹਨੂੰ ਕਾਗਜ਼ ਉੱਤੇ ਉਤਾਰ ਦਿੱਤਾ। ਇਸ ਨਾਵਲ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਅੰਦਰ ਇੱਕ ਪ੍ਰੋਫੈਸਰ ਵੀ ਹੈ ਤੇ ਲੇਖਕ ਵੀ ਹੈ। ਉਹ ਇੱਕ ਲੜਕੀ ਰਾਣੀ ਨਾਲ ਇਸ਼ਕ ਕਰਦਾ, ਜਿਸ ਕਾਰਨ ਆਪਣੀ ਪਤਨੀ ਸੋਨਾ ਵੱਲ ਧਿਆਨ ਹੀ ਨਹੀਂ ਦਿੰਦਾ, ਸਗੋਂ ਉਸ ਨਾਲ ਖਰਵਾ ਵੀ ਹੈ। ਇਸ ਸਮੇਂ ਅਜੀਤ ਭਾਬੀ ਨਾਲ ਹੁੰਦਿਆਂ ਬੇਇਨਸਾਫੀਆਂ ਕਾਰਨ ਭਰਾ ਨਾਲ ਮਨ ਹੀ ਮਨ ਔਖਾ ਰਹਿੰਦਾ ਹੈ ਤੇ ਭਾਬੀ ਨਾਲ ਹਮਦਰਦੀ ਕਰਦਾ ਹੈ ਤੇ ਮਗਰੋਂ ਇਹ ਹਮਦਰਦੀ ਮੋਹ 'ਚ ਬਦਲ ਜਾਂਦੀ ਹੈ। ਭਾਬੀ ਅਜੀਤ ਦੇ ਇਸ ਮੋਹ ਤੋਂ ਮੁਕਤ ਹੋਣ ਲਈ ਤੇ ਅਜੀਤ ਨੂੰ ਬੇਰੁਜ਼ਗਾਰੀ ਦੇ ਭਾਰ ਤੋਂ ਬਚਾਉਣ ਲਈ ਉਹਨੂੰ ਵਲੈਤ ਭੇਜਣ 'ਚ ਮਦਦ ਕਰਦੀ ਹੈ। ਵਲੈਤ ਜਾਣ ਤੋਂ ਇੱਕ ਦਿਨ ਪਹਿਲਾਂ ਜਦੋਂ ਇੰਦਰ ਆਪਣੀ ਸਹੇਲੀ ਨਾਲ ਕਿਧਰੇ ਗਿਆ ਹੋਇਆ ਤਾਂ ਅਜੀਤ ਬਹੁਤ ਭਾਵੁਕ ਹੋ ਕੇ ਚਾਹੁੰਦਾ ਹੈ ਕਿ ਭਾਬੀ ਉਹਦੇ ਇੰਨੇ ਨੇੜੇ ਹੋ ਜਾਏ ਕਿ ਸਭ ਵਿਥਾਂ ਮਿਟ ਜਾਣ, ਪਰ ਸੋਨਾ ਇਸ ਗੱਲੋਂ ਇਨਕਾਰੀ ਹੈ। ਅਜੀਤ ਦੇ ਜਾਣ ਮਗਰੋਂ ਸੋਨਾ ਪਾਠ ਪੂਜਾ 'ਚ ਆਪਣੇ ਆਪ ਨੂੰ ਭੁਲਾ ਦੇਣਾ ਚਾਹੁੰਦੀ ਹੈ। ਆਪਣੇ ਆਪ ਤੋਂ ਪਾਰ ਲੰਘ ਜਾਣ ਲਈ ਉਹ ਧਾਰਮਿਕ ਯਾਤਰਾ ਉੱਤੇ ਚਲੀ ਜਾਂਦੀ ਹੈ। ਇਸ ਸਮੇਂ ਉਹ ਧਾਰਮਿਕ ਮਹਾਤਮਾ ਦੇ ਅਸਲੀ ਤੇ ਮੋਹ ਮਾਇਆ ਵਿੱਚ ਗ੍ਰਸੇ ਇਸਤਰੀ ਦੀ ਲੋਚਾ ਵਾਲੇ ਰੂਪ ਨਾਲ ਟਕਰਾ ਜਾਂਦੀ ਹੈ ਤੇ ਉਹ ਮਾਨਸਿਕ ਤਵਾਜ਼ਨ ਗੁਆ ਬੈਠਦੀ ਹੈ। ਵਲੈਤ ਜਾ ਕੇ ਅਜੀਤ ਅਨੇਕ ਲੜਕੀਆਂ ਔਰਤਾਂ ਨਾਲ ਸੰਬੰਧ ਬਣਾਉਂਦਾ, ਤੋੜਦਾ, ਆਪਣੇ ਆਪ ਤੱਕ ਪਹੁੰਚਣ ਤੇ ਆਪਣੇ ਆਪ ਤੋਂ ਪਾਰ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਬਿਮਾਰੀ ਦੀ ਹੱਦ ਤੱਕ ਚਲੀ ਜਾਂਦੀ ਹੈ। ਉਹ ਮਨੋਵਿਗਿਆਨੀ ਕੋਲ ਇਲਾਜ ਲਈ ਜਾਂਦਾ ਹੈ। ਇੱਧਰ ਮਹਾਤਮਾ ਦੇ ਸੰਸਾਰਕ ਰੂਪ ਨਾਲ ਟਕਰਾ ਜਾਣ ਕਾਰਨ ਜਦੋਂ ਸੋਨਾ ਮਨ ਦਾ ਤਵਾਜ਼ਨ ਖੋ ਕੇ ਬਹੁਤ ਬਿਮਾਰ ਹੋ ਜਾਂਦੀ ਹੈ ਤਾਂ ਉਹਦਾ ਡਾਕਟਰੀ ਇਲਾਜ ਤੋਂ ਬਿਨਾਂ ਟੂਣੇ ਟਾਮਣਾ ਦੇ ਨਾਲ ਸਿਆਣਿਆਂ ਤੋਂ ਵੀ ਇਲਾਜ ਕਰਾਇਆ ਜਾਂਦਾ ਹੈ, ਪਰ ਆਰਾਮ ਨਹੀਂ ਆਉਂਦਾ। ਇਸ ਦੌਰਾਨ ਰਾਣੀ ਇੰਦਰ ਨੂੰ ਉਹਦੀਆਂ ਲਿਖਤਾਂ ਵਾਲਾ ਹੀ ਇੰਦਰ ਸਮਝ ਆਪਣੇ ਡਾਕਟਰ ਪਤੀ ਨੂੰ ਛੱਡ ਕੇ ਉਸ ਕੋਲ ਆ ਜਾਂਦੀ ਹੈ। ਉਸ ਵੇਲੇ ਇੰਦਰ ਉਹਨੂੰ ਸਮਝਾਉਂਦਾ ਹੈ ਕਿ ਸਾਹਿਤ ਲਿਖਣਾ ਹੋਰ ਗੱਲ ਹੁੰਦੀ ਹੈ ਤੇ ਸਾਹਿਤ ਜਿਉਣਾ ਹੋਰ ਗੱਲ, ਤੇ ਉਹਨੂੰ ਵਾਪਸ ਡਾਕਟਰ ਕੋਲ ਭੇਜ ਦਿੰਦਾ ਹੈ। ਉੱਧਰ ਅਜੀਤ ਨੂੰ ਜਦੋਂ ਭਾਬੀ ਦੇ ਬਿਮਾਰ ਹੋਣ ਦਾ ਪਤਾ ਲੱਗਦਾ ਹੈ ਤਾਂ ਬਹੁਤ ਪਰੇਸ਼ਾਨ ਹੋ ਕੇ ਦੇਸ ਪਰਤ ਆਉਂਦਾ ਹੈ। ਉਹਦੇ ਆਏ ਤੋਂ ਪ੍ਰੋਫੈਸਰ ਇੰਦਰ ਜ਼ਰਾ ਵਿਹਲਾ ਮਹਿਸੂਸ ਕਰਦਾ ਹੈ ਤੇ ਰਾਣੀ ਨੂੰ ਮਿਲਣ ਚਲਿਆ ਜਾਂਦਾ ਹੈ। ਉਸ ਰਾਤ ਸੋਨਾ ਆਪ ਚੱਲ ਕੇ ਅਜੀਤ ਕੋਲ ਆਉਂਦੀ ਹੈ। ਉਹਨੂੰ ਲੱਗਦਾ ਹੈ ਸ਼ਾਇਦ ਮੈਂ ਕਿਧਰੇ ਗਲਤ ਸੀ ਤੇ ਅਜੀਤ ਠੀਕ ਸੀ। ਉਹਦੇ ਕੋਲ ਮੰਜੇ 'ਤੇ ਬੈਠੀ ਤੂੰ ਹੀ ਅਜੀਤ ਉਂਗਲਾ ਜਾਂਦਾ ਹੈ। ਅਜੀਤ, ਕੀ ਹੁਣ ਤੈਨੂੰ ਮੇਰੇ ਨਾਲ ਪਿਆਰ ਨਹੀਂ ਰਿਹਾ? ਉਹ ਪੁੱਛਦੀ ਹੈ। ਨਹੀਂ ਭਾਬੀ, ਇਹ ਗੱਲ ਨਹੀਂ, ਉਹ ਦੱਸਦਾ ਹੈ। ਹੋਰ ਕੀ? ਉਹ ਆਖਦੀ ਹੈ। ਹੁਣ ਤੂੰ ਮੇਰੇ ਲਈ ਸਿਰਫ ਇੱਕ ਔਰਤ ਨਹੀਂ, ਅਜੀਤ ਦੱਸਦਾ ਹੈ ਤੇ ਉਹਦੇ ਨੇੜੇ ਹੋ ਕੇ ਸੌਂ ਜਾਂਦਾ ਹੈ। ਤੇ ਉਹ ਸੂਰਜ ਤੇ ਸਮੁੰਦਰ ਨਾਵਲ ਦੀ ਕਹਾਣੀ ਮੁੱਕ ਜਾਂਦੀ ਹੈ। ਸੂਰਜ ਤੇ ਸਮੁੰਦਰ ਪ੍ਰਤੀਕ ਹਨ ਦੋ ਵੱਡੀਆਂ ਸ਼ਕਤੀਆਂ ਦੇ। ਇਹ ਸ਼ਕਤੀਆਂ ਸੰਸਾਰ ਦਾ ਆਦਿ ਵੀ ਹਨ ਤੇ ਅੰਤ ਵੀ। ਅੱਗ ਸੂਰਜ ਜਿਹਦਾ ਪ੍ਰਤੀਕ ਹੈ, ਜ਼ਿੰਦਗੀ ਦੇਣ ਤੇ ਜ਼ਿੰਦਗੀ ਲੈਣ ਦਾ ਕਾਰਨ ਬਣਦੀ ਹੈ। ਪਾਣੀ ਸਮੁੰਦਰ ਜਿਹਦਾ ਪ੍ਰਤੀਕ ਹੈ, ਜ਼ਿੰਦਗੀ ਨੂੰ ਕਾਇਮ ਰੱਖਣ ਤੇ ਅਗਾਂਹ ਤੋਰਨ ਦਾ ਸਾਧਨ ਹੈ। ਇਹ ਸ਼ਕਤੀਆਂ ਆਪਣੇ ਥਾਂ ਬਹੁਤ ਜ਼ਰੂਰੀ ਹਨ, ਪਰ ਜੇ ਇੱਕ ਦੂਜੇ ਦੇ ਨੇੜੇ ਆਉਣ ਤਾਂ ਇੱਕ ਦੂਜੇ ਦੇ ਵਿਨਾਸ਼ ਦਾ ਹੇਤੂ ਵੀ ਹਨ। ਮਰਦ ਜੇ ਸੂਰਜ ਹੈ ਤਾਂ ਔਰਤ ਇੱਕ ਸਮੁੰਦਰ ਹੈ। ਸਮੁੰਦਰ ਜਿਸ ਵਿੱਚ ਨਿੱਤ ਸੂਰਜ ਡੁੱਬਦਾ, ਜਿਸ ਵਿੱਚੋਂ ਨਿੱਤ ਸੂਰਜ ਚੜ੍ਹਦਾ ਹੈ। ਸਮੁੰਦਰ ਜਿਸ ਵਿੱਚ ਜ਼ਹਿਰੀਲੇ ਜਾਨਵਰ ਵੀ ਹਨ ਤੇ ਸੁੱਚੇ ਮੋਤੀ ਵੀ। ਸਮੁੰਦਰ ਜਿਸ ਵਿੱਚ ਜਲ ਪਰੀਆਂ ਰਹਿੰਦੀਆਂ ਹਨ, ਜਿਨ੍ਹਾਂ ਦੇ ਗੀਤ ਸੁਣ ਕੇ ਮਲਾਹ ਰਾਹ ਭੁੱਲ ਜਾਂਦੇ ਹਨ।
ਜਹਾਜ਼ਾਂ ਨੂੰ ਡੋਬ ਦੇਣ ਵਾਲਾ ਤੇ ਜਹਾਜ਼ਾਂ ਨੂੰ ਪਾਰ ਲਾ ਦੇਣ ਵਾਲਾ ਸਮੁੰਦਰ, ਜਿਸ ਨੂੰ ਦੇਵਤਿਆਂ ਤੇ ਦੈਂਤਾਂ ਨੇ ਜਦੋਂ ਰਿੜਕਿਆ ਸੀ ਤਾਂ ਵਿੱਚੋਂ ਜ਼ਹਿਰ ਵੀ ਨਿਕਲੀ ਸੀ ਤੇ ਅੰਮ੍ਰਿਤ ਵੀ। ਫਿਰ ਗੱਲ ਕੀ ਬਣੀ? ਗੱਲ ਇਹ ਹੈ ਕਿ ਸੂਰਜ ਤੇ ਸਮੁੰਦਰ ਦੇ ਸਾਰੇ ਪਾਤਰ ਸਵੈ ਸਿੱਧੀ ਲਈ ਵੱਖਰੇ ਰਾਹ ਚੁਣਦੇ ਹਨ। ਪ੍ਰੋਫੈਸਰ ਸਾਹਿਤ ਰਚਨਾ ਰਾਹੀਂ ਸਵੈ ਸਿੱਧੀ ਤੱਕ ਪਹੁੰਚਣਾ ਚਾਹੁੰਦਾ ਹੈ, ਪਰ ਉਹ ਪਹੁੰਚ ਨਹੀਂ ਸਕਦਾ ਕਿਉਂਕਿ ਉਹ ਸਾਹਿਤ ਰਚਦਾ ਹੈ, ਸਾਹਿਤ ਜਿਉਂਦਾ ਨਹੀਂ। ਅਜੀਤ ਦੇਹ ਰਾਹੀਂ ਸਵੈ ਦੀ ਸੰਤੁਸ਼ਟਤਾ ਚਾਹੁੰਦਾ ਹੈ, ਪਰ ਹੁੰਦੀ ਨਹੀਂ ਕਿਉਂਕਿ ਦੇਹ ਦਾ ਸਾਧਨ ਹੈ, ਲਕਸ਼ ਨਹੀਂ। ਸੋਨਾ ਧਰਮ ਰਾਹੀਂ ਸਵੈ ਤੋਂ ਪਾਰ ਲੰਘ ਜਾਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹਨੂੰ ਉਦੋਂ ਧੱਕਾ ਲੱਗਦਾ ਜਦੋਂ ਵੇਖਦੀ ਹੈ ਕਿ ਧਰਮ ਨੂੰ ਲੋਕਾਂ ਨੇ ਆਪਣੀ ਪੱਧਰ ਉੱਤੇ ਉਤਾਰ ਲਿਆ। ਇਉਂ ਚੱਕਰਾਂ 'ਚ ਪਏ ਉਹ ਆਪਣੀ ਥਾਂ ਬਦਲ ਲੈਂਦੇ ਹਨ। ਸੋਨਾ, ਜਿਹੜੀ ਕਿਸੇ ਵੇਲੇ ਜਾਣ ਬੁੱਝ ਕੇ ਅਜੀਤ ਨੂੰ ਦੂਰ ਭੇਜਦੀ, ਹੁਣ ਉਹਦੇ ਕੋਲ ਬੈਠੀ ਹੈ। ਅਜੀਤ, ਜਿਹੜਾ ਕਦੇ ਭਾਬੀ ਨੂੰ ਸਾਰੇ ਰਿਸ਼ਤਿਆਂ ਦਾ ਜਵਾਬ ਬਣਾ ਲੈਣਾ ਚਾਹੁੰਦਾ ਹੈ, ਆਖਦਾ, ਭਾਬੀ ਹੁਣ ਤੂੰ ਮੇਰੇ ਲਈ ਸਿਰਫ ਇੱਕ ਔਰਤ ਨਹੀਂ। ਇਉਂ ਇਹ ਨਾਵਲ ਸੋਨਾ ਨੂੰ ਮਨ ਦੀ ਪ੍ਰਤੀਕ, ਪ੍ਰੋਫੈਸਰ ਨੂੰ ਵਚਨ ਦਾ ਪ੍ਰਤੀਕ, ਅਜੀਤ ਨੂੰ ਕਰਮ ਦਾ ਪ੍ਰਤੀਕ ਬਣਾ ਕੇ ਆਪਣੇ ਥਾਂ ਭਟਕਦੇ ਵਿਖਾ ਕੇ ਸਪਸ਼ਟ ਕਰਦਾ ਹੈ ਕਿ ਸਵੈ ਸਿੱਧੀ ਲਈ ਮਨ, ਵਚਨ, ਕਰਮ ਦੀ ਇਕਸੁਰਤਾ ਚਾਹੀਦੀ ਹੈ। ਅੰਗ 10। ਕਹਿੰਦੇ ਨੇ ਬੰਦੇ ਦੇ ਸਿਰ 3 ਰਿਣ ਹੁੰਦੇ ਹਨ, ਇੱਕ ਪਿੱਤਰਾਂ ਦਾ, ਦੂਜਾ ਮਾਂ ਦਾ ਤੇ ਤੀਜਾ ਗੁਰੂਆਂ ਦਾ। ਅਜੀਬ ਗੱਲ ਨਹੀਂ ਕਿ ਮੈਂ ਆਪਣੀਆਂ ਹੀ ਗੱਲਾਂ ਕਰੀ ਜਾ ਰਹੀ ਹਾਂ। ਉਮਰ ਦੀ ਜਿਸ ਸਿਖਰ ਦੁਪਹਿਰ ਦੀ ਮੈਂ ਗੱਲ ਕਰ ਰਹੀ ਹਾਂ, ਕੀ ਉਦੋਂ ਰੁੱਖ ਨਹੀਂ ਸੀ ਹੁੰਦੇ ਜਾਂ ਰੁੱਖਾਂ ਦੀ ਛਾਂ ਨਹੀਂ ਸੀ ਹੁੰਦੀ? ਉਦੋਂ ਰੁੱਖ ਵੀ ਹੁੰਦੇ ਸਨ ਤੇ ਰੁੱਖਾਂ ਦੀ ਛਾਂ ਵੀ ਹੁੰਦੀ ਸੀ, ਪਰ ਮੈਂ ਆਪਣੇ ਹੀ ਧਿਆਨ ਕੋਲੋਂ ਦੀ ਲੰਘੀ ਜਾ ਰਹੀ ਸੀ। ਬੇਜੀ ਦੀ ਮਾਮੇ ਦੀ ਧੀ ਤੇ ਮੇਰੀ ਮਾਸੀ ਦਾ ਲੜਕਾ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਦੇ ਨਾਮ ਮੇਰੇ ਕੋਲੋਂ ਚਿੱਠੀ ਲੈਣ ਆਇਆ। ਚਿੱਠੀ ਤਾਂ ਮੈਂ ਲਿਖ ਦਿੱਤੀ, ਪਰ ਮਾਸੀ ਦੇ ਲੜਕੇ ਦਾ ਨਾਮ ਹੀ ਯਾਦ ਨਾ ਆਵੇ। ਗੱਲ ਸੁਣ, ਤੇਰਾ ਨਾਮ ਕੀ ਲਿਖਾਂ? ਜਦੋਂ ਮੈਂ ਉਹਨੂੰ ਪੁੱਛਿਆ ਤਾਂ ਉਹ ਨਾਰਾਜ਼ ਹੀ ਹੋ ਗਿਆ। ਆਖਣ ਲੱਗਿਆ, ਕੱਲ੍ਹ ਨੂੰ ਤੁਸੀਂ ਆਪਣਾ ਨਾਮ ਮੇਰੇ ਕੋਲੋਂ ਪੁੱਛੋਗੇ। ਫਿਰ ਭੁੱਲ ਗਈ, ਗੱਲ ਤਾਂ ਮੈਂ ਗੁਰੂਆਂ ਦੇ ਰਿਣ ਦੀ ਕਰ ਰਹੀ ਸੀ। ਉਂਝ ਤਾਂ ਹਰ ਉਹ ਗੱਲ, ਹਰ ਉਹ ਵਸਤ, ਹਰ ਉਹ ਘਟਨਾ ਤੁਹਾਡੀ ਗੁਰੂ ਹੋ ਸਕਦੀ ਹੈ, ਜਿਹੜੀ ਤੁਹਾਡੇ ਮਨ ਦੇ ਕਿਸੇ ਹਨੇਰੇ ਕੋਨੇ ਨੂੰ ਲਿਸ਼ਕਾ ਕੇ ਲੰਘੇ। ਇਸੇ ਲਈ ਅੱਗੇ ਆਖਦਾ ਹੈ, ਮੇਰਾ ਪਹਿਲਾ ਗੁਰੂ ਇੱਕ ਚਿੜੀ ਸੀ। ਸਤਿਆਕਾਮ ਜਦੋਂ ਵਿੱਦਿਆ ਪ੍ਰਾਪਤੀ ਲਈ ਗੁਰੂ ਕੋਲ ਗਿਆ ਸੀ ਤਾਂ 400 ਗਊਆਂ ਦੇ ਕੇ ਸਤਿਆਕਾਮ ਨੂੰ ਆਖਿਆ ਸੀ, ਤੂੰ ਇਹਨਾਂ ਨੂੰ ਜੰਗਲ 'ਚ ਚਾਰਦਾ ਰਹਿ, ਜਦ 1000 ਹੋ ਜਾਣ ਤਾਂ ਆ ਜਾਵੇਂ। 1000 ਗਊਆਂ ਲੈ ਕੇ ਜਦੋਂ ਸਤਿਆਕਾਮ ਗੁਰੂ ਕੋਲ ਗਿਆ ਤਾਂ ਉਹਨੇ ਪੁੱਛਿਆ, ਇਹ ਜੋ ਤੇਰੇ ਮੂੰਹ ਉੱਤੇ ਵਿੱਦਿਆ ਦਾ ਚਾਨਣ ਹੈ, ਇਹ ਕਿੱਥੋਂ ਆਇਆ? ਸਤਿਆਕਾਮ ਨੇ ਦੱਸਿਆ, ਇਹ ਅਣਮਨੁੱਖੀ ਗੁਰੂਆਂ ਦੀ ਦੇਣ ਹੈ। ਅਣਮਨੁੱਖੀ ਗੁਰੂਆਂ ਦੀ ਦੇਣ ਤੋਂ ਤਾਂ ਅਸੀਂ ਚੇਤਨ ਵੀ ਨਹੀਂ ਹੁੰਦੇ। ਮੈਂ ਤਾਂ ਉਹਨਾਂ ਗੁਰੂਆਂ ਦੀ ਗੱਲ ਕਰਨਾ ਚਾਹੁੰਦੀ ਹਾਂ ਜਿਹੜੇ ਮੈਨੂੰ ਅਜੇ ਤੱਕ ਚੇਤੇ ਨੇ। 11ਵੀਂ 'ਚ ਪੜ੍ਹਦੀ ਸੀ। ਪ੍ਰੋਫੈਸਰ ਬਲਵੰਤ ਸਿੰਘ ਨੇ 3ਜੀ MA ਦਾ ਇਮਤਿਹਾਨ ਦਿੱਤਾ ਸੀ। ਉਹ ਯੂਨੀਵਰਸਿਟੀ 'ਚੋਂ ਫਸਟ ਆਏ ਸਨ ਤੇ ਉਹਨਾਂ ਦੀ ਫੋਟੋ ਅਖਬਾਰ 'ਚ ਛਪੀ ਸੀ। ਉਹਨਾਂ ਦੇ ਜਮਾਤ 'ਚ ਆਉਣ ਤੋਂ ਪਹਿਲਾਂ ਮੈਂ ਲਿਖ ਕੇ ਮੇਜ਼ ਉੱਪਰ ਰੱਖ ਦਿੱਤਾ, ਸਰ ਵੀ ਆਰ ਪ੍ਰਾਊਡ ਆਫ ਯੂ। ਉਹ ਜਮਾਤ 'ਚ ਆਏ, ਚਿੱਠ ਪੜ੍ਹੀ, ਜਮਾਤ ਵੱਲ ਝਾਕੇ ਤੇ ਫਿਰ ਮੇਰੇ ਵੱਲ ਉਂਗਲ ਕਰਕੇ ਪੁੱਛਣ ਲੱਗੇ, ਤੂੰ ਲਿਖਿਆ? ਮੈਂ ਡਰਦਿਆਂ ਹਾਂ 'ਚ ਸਿਰ ਹਿਲਾਇਆ। ਆਈ ਆਲਸੋ ਵਾਂਟ ਟੂ ਬੀ ਪ੍ਰਾਊਡ ਆਫ ਯੂ, ਉਹਨਾਂ ਨੇ ਆਖਿਆ ਤੇ ਫਿਰ ਪੜ੍ਹਾਉਣ ਲੱਗ ਪਏ। ਮੈਂ ਪੜ੍ਹਦੀ ਰਹੀ ਤੇ ਜਮਾਤਾਂ ਪਾਸ ਕਰਦੀ ਰਹੀ ਤੇ ਫਿਰ ਪੜ੍ਹਾਉਣ ਲੱਗ ਪਈ, ਪਹਿਲਾਂ ਕਾਲਜ ਵਿੱਚ, ਮਗਰੋਂ ਯੂਨੀਵਰਸਿਟੀ ਵਿੱਚ। ਪ੍ਰੋਫੈਸਰ ਸਾਹਿਬ DPI ਬਣਨ ਮਗਰੋਂ ਰਿਟਾਇਰ ਹੋ ਚੁੱਕੇ ਸਨ। ਸੋ ਮੈਂ ਪਹਿਲਾਂ ਕਹਾਣੀਆਂ ਲਿਖੀਆਂ ਤੇ ਮਗਰੋਂ ਨਾਵਲ। ਨਿੱਕੇ ਮੋਟੇ ਇਨਾਮਾਂ ਤੋਂ ਮਗਰੋਂ ਜਦੋਂ ਮੇਰੇ ਨਾਵਲ ਇਹ ਹਮਾਰਾ ਜੀਵਨਾ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਤਾਂ ਬਹੁਤ ਸਾਰੇ ਲੋਕਾਂ 'ਚ ਵਧਾਈ ਦੀਆਂ ਚਿੱਠੀਆਂ ਆਈਆਂ ਤੇ ਕੁਝ ਤਾਰਾਂ ਵੀ। ਇਹਨਾਂ ਵਿੱਚ ਇੱਕ ਪੋਸਟ ਕਾਰਡ ਵੀ ਸੀ। ਇਹ ਪ੍ਰੋਫੈਸਰ ਬਲਵੰਤ ਸਿੰਘ ਹੋਰਾਂ ਵੱਲੋਂ ਸੀ। ਸਿਰਫ ਇੱਕ ਹੀ ਲਾਈਨ ਲਿਖੀ ਸੀ, ਆਈ ਐਮ ਪ੍ਰਾਊਡ ਆਫ ਯੂ। MA ਵਿੱਚ ਸਾਨੂੰ ਪ੍ਰੋਫੈਸਰ ਗੁਲਵੰਤ ਸਿੰਘ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਵਰਗੇ ਵਿਦਵਾਨਾਂ ਦੇ ਨਾਲ ਪ੍ਰੋਫੈਸਰ ਜਨਕ ਸਿੰਘ ਵੀ ਪੜ੍ਹਾਉਂਦੇ ਹੁੰਦੇ ਸਨ। ਇੱਕ ਦਿਨ ਸ਼ਰਾਰਤ ਸੁੱਝੀ, ਮੈਂ ਉਹਨਾਂ ਤੋਂ ਕਲਾਸ 'ਚ ਪੁੱਛ ਲਿਆ, ਸਰ ਵਾਹਿਗੁਰੂ ਲਫ਼ਜ਼ ਦੇ ਕੀ ਮਾਇਨੇ ਹਨ? ਮਾਇਨੇ ਸ਼ਾਇਦ ਉਹਨਾਂ ਨੂੰ ਵੀ ਨਹੀਂ ਸੀ ਆਉਂਦੇ। ਉਹਨਾਂ ਨੇ ਮੈਨੂੰ ਇਹ ਆਖ ਕੇ ਕਲਾਸ 'ਚੋਂ ਕੱਢ ਦਿੱਤਾ, ਅੱਛਾ ਤੈਨੂੰ ਵਾਹਿਗੁਰੂ ਲਫ਼ਜ਼ ਦੇ ਮਾਇਨੇ ਵੀ ਨਹੀਂ ਆਉਂਦੇ, ਨਿਕਲ ਜਾ ਮੇਰੀ ਕਲਾਸ 'ਚੋਂ, ਨਾਲਾਇਕ। ਮੈਂ ਕਲਾਸ 'ਚੋਂ ਬਾਹਰ ਆ ਗਈ। ਬਾਹਰ ਆ ਕੇ ਮੈਨੂੰ 3-4 ਛਿੱਕਾਂ ਆਈਆਂ। ਮੈਂ ਵਾਪਸ ਕਲਾਸ 'ਚ ਚਲੀ ਗਈ। ਫਿਰ ਕਿਸ ਲਈ ਆ ਗਈ? ਪ੍ਰੋਫੈਸਰ ਜਨਕ ਸਿੰਘ ਨੇ ਪੁੱਛਿਆ। ਮੈਨੂੰ ਛਿੱਕਾਂ ਆਈਆਂ ਸਨ ਤੇ ਮੈਂ ਸੋਚਿਆ ਤੁਸੀਂ ਮੈਨੂੰ ਯਾਦ ਕਰ ਰਹੇ ਹੋ। ਸਾਰੀ ਜਮਾਤ ਹੱਸ ਪਈ, ਪ੍ਰੋਫੈਸਰ ਸਾਹਿਬ ਵੀ ਹੱਸ ਪਏ।
ਉਸ ਦਿਨ ਸ਼ਾਮ ਨੂੰ ਉਹ ਸਾਡੇ ਘਰ ਮੇਰੀ ਸ਼ਿਕਾਇਤ ਲਾਉਣ ਗਏ, ਪਰ ਚਾਹ ਪਾਣੀ ਪੀਂਦਿਆਂ ਭੁੱਲ ਹੀ ਗਏ ਕਿ ਮੇਰੀ ਸ਼ਿਕਾਇਤ ਲਾਉਣ ਆਏ ਸੀ। ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਇੱਕ ਦਿਨ ਪੁੱਛਿਆ, ਬੀਬੀ ਟਿਵਾਣਾ, ਜਿਸ ਨਹਿਰ ਦੇ ਨਾਲ ਤੁਸੀਂ ਆਪਣੇ ਘਰ ਤੋਂ ਕਾਲਜ ਆਏ ਹੋ, ਉਸ 'ਚ ਪਾਣੀ ਸੀ ਕਿ ਨਹੀਂ? ਮੈਂ ਆਖਿਆ, ਮੈਂ ਖਿਆਲ ਨਹੀਂ ਕੀਤਾ। ਲੋਕ ਹੱਸ ਪਏ। ਪ੍ਰੋਫੈਸਰ ਸਾਹਿਬ ਨਹੀਂ ਹੱਸੇ। ਉਹਨਾਂ ਨੇ ਪੁੱਛਿਆ ਹੀ ਤਾਂ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਹੁਤ ਵਾਰੀ ਮੈਂ ਆਪਣੇ ਆਪ ਕੋਲੋਂ ਗੈਰ ਹਾਜ਼ਰ ਹੁੰਦੀ ਰਹਿੰਦੀ ਸੀ। ਗੱਲ ਕਰਨ ਦਾ ਇਹ ਉਹਨਾਂ ਦਾ ਆਪਣਾ ਤਰੀਕਾ ਸੀ, ਆਪਣਾ ਸਲੀਕਾ ਸੀ। ਮਗਰੋਂ ਮੈਨੂੰ ਲੱਗਿਆ ਪ੍ਰੋਫੈਸਰ ਸਾਹਿਬ ਨੂੰ ਜ਼ਰੂਰ ਕੋਈ ਕਾਲਾ ਜਾਦੂ ਆਉਂਦਾ। ਇਸੇ ਕਰਕੇ ਤਾਂ ਉਹ ਕਲਾਸ 'ਚ ਬੈਠੇ ਗੈਰ ਹਾਜ਼ਰ ਵਿਦਿਆਰਥੀਆਂ ਨੂੰ ਤਾੜ ਲੈਂਦੇ ਸਨ, ਉਹਨਾਂ ਦੀਆਂ ਸੋਚਾਂ ਪੜ੍ਹ ਲੈਂਦੇ ਸਨ, ਸੰਭਾਵਨਾਵਾਂ ਜਾਣ ਲੈਂਦੇ ਸਨ। ਉਹਨਾਂ ਦਾ ਇਹ ਫਿਕਰਾ, she can do much more in life than getting mere distinctions, ਜ਼ਿੰਦਗੀ ਵਿੱਚ ਕਈ ਵਾਰ ਮੇਰੇ ਅੱਗੇ ਆ ਖੜਿਆ, ਆਪਣੇ ਕਹਿਰ ਤੇ ਕਰਮ ਸਮੇਤ। 5 ਸਟੇਟ ਅਵਾਰਡ, 3 ਨੈਸ਼ਨਲ ਅਵਾਰਡ ਤੇ 1 ਇੰਟਰਨੈਸ਼ਨਲ ਅਵਾਰਡ ਲੈ ਚੁੱਕਣ ਮਗਰੋਂ ਜਦੋਂ UGC ਵੱਲੋਂ ਮੇਰੀਆਂ ਲਿਖਤਾਂ ਉੱਪਰ ਸੈਮੀਨਾਰ ਕਰਵਾਇਆ ਜਾ ਰਿਹਾ ਸੀ ਤਾਂ ਸਰੋਤਿਆਂ 'ਚ ਬੈਠੀ ਮੈਂ ਸੋਚ ਰਹੀ ਸੀ, ਅੱਜ ਤੇ ਪ੍ਰੋਫੈਸਰ ਸਾਹਿਬ ਖੁਸ਼ ਹੋਣਗੇ, ਪਰ ਉਹਨਾਂ ਆਖਿਆ, ਮੈਂ ਨਹੀਂ ਮੰਨਦਾ। ਇਹ ਕੋਈ ਗੱਲ ਹੋਈ? ਕੋਈ ਵੱਡਾ ਨਾਵਲ ਲਿਖੋ 1000 ਸਫ਼ੇ ਦਾ। ਮੇਰੇ ਵਿਦਿਆਰਥੀ ਨਾਰਾਜ਼ ਸਨ ਕਿ ਕਿਸੇ ਲਿਖਤ ਦਾ ਮੁੱਲ ਸਫ਼ਿਆਂ ਨਾਲ ਤਾਂ ਨਹੀਂ ਬਣਦਾ, ਪਰ ਮੈਨੂੰ ਲੱਗਿਆ ਪ੍ਰੋਫੈਸਰ ਸਾਹਿਬ ਠੀਕ ਆਖਦੇ ਹਨ। ਉਹ ਇਉਂ ਹੀ ਵਾਹ ਬਈ ਵਾਹ ਆਖ ਕੇ ਦਰਿਆਓਂ ਪਾਰ ਲੰਘਾ ਆਉਂਦੇ ਨੇ। ਪਰਲੇ ਪਾਸੇ ਤੁਰੇ ਜਾਂਦੇ ਲੋਕਾਂ ਵਿੱਚੋਂ ਬਹੁਤੇ ਉਹਨਾਂ ਦੇ ਹੀ ਵਿਦਿਆਰਥੀ ਹਨ। ਉਹਨਾਂ ਵਿੱਚੋਂ ਕਈ ਤਾਂ ਇਹਨਾਂ ਨੂੰ ਮੱਤਾਂ ਦੇਣ ਲੱਗ ਪਏ ਹਨ ਕਿ ਛੱਡੋ, ਇਹ ਮੰਝ ਮੁਹਾਣੇ ਵਾਲਾ ਕੰਮ ਤੁਸੀਂ ਆਪ ਪਾਰ ਲੰਘਣ ਦੀ ਕਰੋ। ਪਰ ਸਿਦਕ ਹੈ, ਇੱਕ ਸਿਰੜ ਹੈ ਕਸਬ ਦਾ। ਆਪ ਕਿਤਾਬਾਂ ਲਿਖ ਕੇ ਨਾਮਾਂ ਕਮਾ ਕੇ ਨਾਮਣਾ ਖੱਟਣ ਦੀ ਥਾਂ ਬਹੁਤੀ ਵਾਰੀ ਅਜੇ ਵੀ ਆਪਣੇ ਵਿਦਿਆਰਥੀਆਂ ਨੂੰ ਕਲਮਾਂ ਘੜ ਦੇਈ ਜਾ ਰਹੇ ਨੇ। ਮੈਨੂੰ ਤਾਂ ਕਈ ਵਾਰੀ ਲੱਗਦਾ ਅਸੀਂ ਸਾਰੇ ਉਹਨਾਂ ਦੀਆਂ ਕਲਮਾਂ ਹੀ ਤਾਂ ਹਾਂ। ਪ੍ਰੋਫੈਸਰ ਪ੍ਰੀਤਮ ਸਿੰਘ ਮਾਡਲ ਹਨ। ਇਹ ਮਾਡਲ ਕਾਪੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅੱਜ ਪ੍ਰੋਫੈਸਰ ਪ੍ਰੀਤਮ ਸਿੰਘ ਵਾਂਗ ਬਹੁਤੇ ਲੋਕਾਂ ਵਿੱਚ ਨਾ ਸੱਚ ਨੂੰ ਸਮਝ ਸਕਣ ਦੀ ਸਮਝ ਹੈ, ਨਾ ਸੱਚ ਆਖ ਸਕਣ ਦੀ ਹਿੰਮਤ ਹੈ, ਤੇ ਨਾ ਹੀ ਸੱਚ ਦੀ ਕੀਮਤ ਤਾਰਨ ਜੋਗਾ ਠਰਮਾ ਹੈ। ਮੈਂ ਦੇਖਿਆ ਉਹਨਾਂ ਦੀ ਹਰ ਸੋਚ, ਹਰ ਗੱਲ, ਹਰ ਕੰਮ ਤੇ ਹਰ ਰਿਸ਼ਤਾ ਆਦਰਨੀय ਹੈ। ਨੰਗੇ ਪੈਰਾਂ ਦਾ ਸਫ਼ਰ 'ਚ ਮੈਂ ਭੂਤਵਾੜੇ ਦਾ ਜ਼ਿਕਰ ਕੀਤਾ ਸੀ ਤੇ ਪ੍ਰੋਫੈਸਰ ਸਾਹਿਬ ਨੂੰ ਮੈਂ ਮਹਾਂਭੂਤ ਆਖਿਆ ਸੀ। ਅਸਲ 'ਚ ਤਾਂ ਮੈਂ ਪ੍ਰੋਫੈਸਰ ਸਾਹਿਬ ਨੂੰ ਮਹਾਂਗੁਰੂ ਆਖਣਾ ਚਾਹੁੰਦੀ ਹਾਂ, ਤੇ ਗੁਰੂ ਦਕਸ਼ਨਾ ਦੇਣ ਜੋਗੇ ਅਸੀਂ ਭਾਵੇਂ ਨਹੀਂ, ਕਿਉਂਕਿ ਨਾ ਇਹ ਸਤਯੁਗ ਹੈ ਤੇ ਨਾ ਦੁਆਪਰ ਤੇ ਨਾ ਹੀ ਤ੍ਰੇਤਾ, ਇਹ ਤਾਂ ਕਲਯੁਗ ਹੈ। ਹਾਂ, ਮੇਰੀ ਇਹ ਸਾਹਿਤਕ ਯਾਤਰਾ ਇਹਨਾਂ ਗੁਰੂਆਂ ਨੂੰ ਨਮਸਕਾਰ ਕੀਤੇ ਬਿਨਾਂ ਅਗਾਂਹ ਨਹੀਂ ਤੁਰ ਸਕਦੀ। ਤੁਸੀਂ ਇਹਨਾਂ ਗੱਲਾਂ ਬਾਰੇ ਵੱਖਰੀ ਰਾਏ ਵੀ ਰੱਖ ਸਕਦੇ ਹੋ, ਕਿਉਂਕਿ ਵੱਖਰੀ ਰਾਏ ਰੱਖ ਸਕਣਾ ਤੁਹਾਡਾ ਅਧਿਕਾਰ ਹੈ। ਤੁਸੀਂ ਆਖੋਗੇ, ਇਸ ਯਾਤਰਾ ਵੇਲੇ ਰਾਹ 'ਚ ਮੀਲ ਪੱਥਰ ਵੀ ਤਾਂ ਦਿਸੇ ਹੋਣਗੇ। ਦਿਸੇ ਸੀ। ਉਂਝ ਤਾਂ ਅਸਮਾਨ ਉੱਪਰ ਤਾਰੇ ਹੀ ਤਾਰੇ ਸਨ, ਪਰ ਮੈਂ ਆਪਣੇ ਹੀ ਧਿਆਨ ਲੰਘੀ ਜਾ ਰਹੀ ਸੀ। ਹੋਰਨਾਂ ਵੱਲ ਧਿਆਨ ਨਾ ਦੇਣ ਦਾ ਇੱਕ ਕਾਰਨ ਵੀ ਸੀ। ਇੱਕ ਗੱਲੋਂ ਮੈਂ ਬੜੀ ਕਾਇਰ ਹਾਂ, ਤੋਹਮਤਾਂ ਤੋਂ ਬਹੁਤ ਛੇਤੀ ਡਰ ਜਾਂਦੀ ਹਾਂ। ਆਪਣੀ ਸਫਾਈ ਦੇਣੀ ਹੀ ਆਪਣੀ ਤੋਹੀਨ ਲੱਗਦੀ ਹੈ। ਬਹੁਤ ਪਹਿਲਾਂ ਮੈਂ ਆਪਣੀ ਭੈਣ ਕੋਲ ਦਿੱਲੀ ਗਈ ਹੋਈ ਸੀ। ਕੁਲਵੰਤ ਸਿੰਘ ਵਿਰਕ ਉਹਦੇ ਘਰ ਵਾਲੇ ਦਾ ਵਾਕਫ ਸੀ। ਅਸੀਂ ਸਾਰੇ ਉਹਨੂੰ ਮਿਲਣ ਗਏ। ਉਹ ਘਰ ਨਹੀਂ ਸੀ, ਵਹੁਟੀ ਰੁੱਖੀ ਜਿਹੀ ਲੱਗੀ। ਕੁਝ ਦਿਨਾਂ ਮਗਰੋਂ ਮੈਂ ਵਾਪਸ ਪਟਿਆਲੇ ਆ ਗਈ। ਵਿਰਕ ਦੀ ਵਹੁਟੀ ਇੱਕ ਦਿਨ ਸਾਡੇ ਘਰ ਆਈ ਤੇ ਆਖਣ ਲੱਗੀ, ਮੈਂ ਤੁਹਾਡੇ ਨਾਲ ਲੜਨ ਆਈ ਹਾਂ। ਪਹਿਲੇ ਚਾਹ ਪਾਣੀ ਪੀਓ, ਫਿਰ ਲੜ ਵੀ ਲੈਣਾ। ਮੈਂ ਆਖਿਆ। ਚਾਹ ਮੁੱਕ ਜਾਣ ਮਗਰੋਂ ਮੈਂ ਪੁੱਛਿਆ, ਤੁਸੀਂ ਮੇਰੇ ਨਾਲ ਲੜਨਾ ਕਿਉਂ ਹੈ? ਕਿਉਂਕਿ ਮੇਰਾ ਪਤੀ ਆਖਦਾ ਹੈ ਕਿ ਟਿਵਾਣਾ ਮੇਰੀ ਫਰੈਂਡ ਹੈ। ਮੈਂ ਹੈਰਾਨ ਹੋ ਕੇ ਉਸ ਵੱਲ ਝਾਕੀ। ਸੋਹਣੀ ਸੁਨੱਖੀ ਬਾਲ ਬੱਚੇਦਾਰ ਉਹ ਔਰਤ ਕਿੰਨੀ ਪਰੇਸ਼ਾਨ ਸੀ ਕਿ ਉਹ ਦਿੱਲੀ ਤੋਂ ਮੇਰੇ ਨਾਲ ਲੜਨ ਲਈ ਆਈ ਸੀ। ਤੁਹਾਡੇ ਪਤੀ ਨੇ ਆਖਿਆ ਤੇ ਤੁਸੀਂ ਮੰਨ ਲਿਆ? ਦੇਖੋ, ਤੁਹਾਡਾ ਪਤੀ ਤੁਹਾਨੂੰ ਯੂਸਫ ਲੱਗਦਾ ਹੋਏਗਾ। ਅਸੀਂ ਤਾਂ ਅਜਿਹੇ ਬੰਦੇ ਨੂੰ ਆਪਣੇ ਘਰ ਨੌਕਰ ਵੀ ਨਾ ਰੱਖੀਏ। ਮੈਂ ਜਦੋਂ ਆਖਿਆ, ਉਹਨੂੰ ਇਤਬਾਰ ਆ ਗਿਆ। ਫਿਰ ਉਹ ਦੱਸਣ ਲੱਗੀ, ਮੈਂ ਤਾਂ ਅੰਮ੍ਰਿਤਾ ਨੂੰ ਵੀ ਆਖ ਦਿੱਤਾ ਵੀ ਮੇਰੇ ਘਰ ਵਾਲੇ ਨੂੰ ਫੋਨ ਨਾ ਕਰਿਆ ਕਰੇ। ਉਹ ਔਰਤ ਚਲੀ ਗਈ, ਪਰ ਮੈਂ ਬਹੁਤ ਪਰੇਸ਼ਾਨ ਹੋ ਕੇ ਸੋਚਦੀ ਰਹੀ, ਔਰਤ ਮਰਦ ਦਾ ਰਿਸ਼ਤਾ ਇੰਨਾ ਬੇਭਰੋਸਗੀ ਵਾਲਾ ਕਿਉਂ ਹੁੰਦਾ ਹੈ? ਕੋਈ ਤਾਂ ਕਾਰਨ ਹੁੰਦੇ ਹੋਣਗੇ। ਤੁਹਾਨੂੰ ਉਲੰਘ ਕੇ ਜੇ ਬੰਦਾ ਕਿਧਰੇ ਹੋਰ ਜਾਂਦਾ ਤਾਂ ਉਹ ਬੰਦਾ ਤੁਹਾਡੀ ਲੋੜ ਕਿਉਂ ਬਣਿਆ ਰਹੇ? ਮਿਸਿਸ ਸ਼ਰਮਾ ਠੀਕ ਹੀ ਤਾਂ ਆਖਦੀ ਸੀ, ਜਿਹੜਾ ਤੁਹਾਨੂੰ ਰਵਾਉਂਦਾ ਉਹ ਰੋਣ ਦੇ ਯੋਗ ਨਹੀਂ। ਪਰ ਮੈਂ ਸ਼ਾਇਦ ਨਿਰੀਆਂ ਥਿਓਰੈਟੀਕਲ ਗੱਲਾਂ ਸੋਚ ਰਹੀ ਸੀ। ਭਾਰਤੀ ਔਰਤ ਦੇ ਜੀਣ ਥੀਣ ਤੇ ਸੋਚ ਦਾ ਆਦ ਅੰਤ ਉਹਦਾ ਆਦਮੀ ਹੀ ਹੁੰਦਾ। ਉਹੀ ਉਹਦਾ ਮੁੱਲ ਮਿੱਥਦਾ ਹੈ ਤੇ ਉਹ ਆਪ ਹੀ ਆਪਣਾ ਉਹੀ ਮੁੱਲ ਪ੍ਰਵਾਨ ਕਰ ਲੈਂਦੀ ਹੈ।
ਉਹਨੇ ਇਹ ਵੀ ਪ੍ਰਵਾਨ ਕਰ ਲਿਆ ਹੋਇਆ ਹੈ ਕਿ ਉਹਨੇ ਬਾਕੀ ਸਾਰਿਆਂ ਲਈ ਜਿਉਣਾ ਹੈ। ਧਰਮ ਸਮਾਜ ਤੋਂ ਲੈ ਕੇ ਘਰ ਪਰਿਵਾਰ ਤੱਕ ਉਹਦੇ ਫਰਜ਼ਾਂ ਦੇ ਗਵਾਹ ਹਨ। ਕੋਈ ਉਹਦੇ ਲਈ ਜੀਵੇ, ਇਹ ਅੱਜ ਵੀ ਉਹਦਾ ਸੁਪਨਾ ਹੈ। ਉਹਦੀ ਹੋਂਦ ਦਾ ਸਵੀਕਾਰਿਆ ਜਾਣਾ ਹੀ ਉਹਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਜੋ ਕਿਸੇ ਵਿਰਲੀ ਔਰਤ ਨੂੰ ਹੀ ਪ੍ਰਾਪਤ ਹੁੰਦੀ ਹੈ। ਇਹ ਸੋਚਾਂ ਮੈਨੂੰ ਉਲਝਾਉਂਦੀਆਂ ਰਹਿੰਦੀਆਂ ਨੇ ਅਤੇ ਮੈਂ ਇਹ ਵੀ ਸੋਚਦੀ ਹਾਂ ਕਿ ਲੇਖਕ ਔਰਤਾਂ ਨੂੰ ਇਹ ਲੋਕ ਕੀ ਸਮਝਦੇ ਨੇ। ਸਾਹਿਤਿਕ ਗੱਲਾਂ, ਕਹਾਣੀ ਸ਼ਾਇਦ ਮੈਂ ਉਦੋਂ ਹੀ ਲਿਖੀ ਸੀ, ਪਰ ਨਹੀਂ, ਕੁਝ ਲੋਕ ਇਹਨਾਂ ਗੱਲਾਂ ਤੋਂ ਉੱਪਰ ਵੀ ਹੁੰਦੇ ਨੇ। ਅੱਖਾਂ ਵਾਲੇ ਡਾਕਟਰ ਦਲਜੀਤ ਸਿੰਘ ਦੀ ਵਹੁਟੀ ਸਵਰਨ ਇਸ ਪੱਖ ਤੋਂ ਕਮਾਲ ਦੀ ਔਰਤ ਹੈ। ਡਾਕਟਰ ਸਾਹਿਬ ਨੂੰ ਇੱਕ ਵਾਰੀ ਮੈਂ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਕੋਲ ਕਿਸੇ ਦੀ ਸਿਫਾਰਿਸ਼ ਕਰਨ ਲਈ ਆਖਿਆ ਤਾਂ ਉਹਨਾਂ ਨੇ ਨਾਂਹ ਕਰ ਦਿੱਤੀ। ਆਖਣ ਲੱਗੇ, ਇਹ ਠੀਕ ਹੈ, ਸਾਡਾ ਬਥੇਰਾ ਆਉਣ ਜਾਣ ਹੈ ਉਹਨਾਂ ਦੇ ਘਰ, ਪਰ ਮੈਂ ਅੱਜ ਤੱਕ ਕਦੇ ਕਿਸੇ ਦੀ ਸਿਫਾਰਿਸ਼ ਨਹੀਂ ਕੀਤੀ। ਸਵਰਨ ਬੋਲੀ, ਭੈਣ ਜੀ ਨੇ ਕਿਹੜਾ ਅੱਜ ਤੱਕ ਕਦੇ ਤੁਹਾਨੂੰ ਸਿਫਾਰਿਸ਼ ਲਈ ਆਖਿਆ? ਤੁਸੀਂ ਨਾ ਜਾਓ, ਮੈਂ ਜਾਵਾਂਗੀ ਇਹਨਾਂ ਦੇ ਨਾਲ। ਅਤੇ ਸਵਰਨ ਨੇ ਕਾਰ ਲਈ ਫੋਨ ਕਰ ਦਿੱਤਾ। ਕਾਰ ਆ ਗਈ ਤਾਂ ਡਾਕਟਰ ਸਾਹਿਬ ਆਖਣ ਲੱਗੇ, ਜਦ ਤੂੰ ਜਾ ਰਹੀ ਹੈ ਮੈਂ ਕੀ ਪਿੱਛੇ ਰਹਿ ਗਿਆ, ਮੈਂ ਵੀ ਚੱਲਦਾ। ਇਸੇ ਤਰ੍ਹਾਂ ਡਾਕਟਰ ਟੀ.ਡੀ. ਸ਼ਰਮਾ ਜਦੋਂ ਸਾਡੀ ਕੋਠੀ ਦੇ ਨਾਲ ਵਾਲੀ ਕੋਠੀ 'ਚ ਰਹਿੰਦੇ ਸਨ ਤਾਂ ਇੱਕ ਰਾਤ, ਅੱਧੀ ਰਾਤ ਨੂੰ, ਜਦੋਂ ਮੈਨੂੰ ਅਪੈਂਡਿਸਾਈਟਿਸ ਦਾ ਅਟੈਕ ਹੋ ਗਿਆ, ਬਹੁਤ ਤਕਲੀਫ ਸੀ। ਡਾਕਟਰ ਸਾਹਿਬ ਸਵੇਰ ਤੱਕ ਬੈਠੇ ਰਹੇ ਕਿ ਕਿਧਰੇ ਐਮਰਜੈਂਸੀ ਵੇਲੇ ਹਸਪਤਾਲ ਲਿਜਾ ਕੇ ਆਪਰੇਸ਼ਨ ਹੀ ਨਾ ਕਰਨਾ ਪਵੇ। ਸਵੇਰੇ ਬੇਜੀ ਡਾਕਟਰ ਸਾਹਿਬ ਦਾ ਮੁੜ ਧੰਨਵਾਦ ਕਰਨ। ਡਾਕਟਰ ਸਾਹਿਬ ਆਖਣ ਲੱਗੇ, ਬੇਜੀ ਮੈਂ ਇਹਦੀ ਖਾਤਰ ਤਾਂ ਨਹੀਂ ਬੈਠਾ ਰਿਹਾ, ਮੈਂ ਤਾਂ ਪੰਜਾਬੀ ਸਾਹਿਤ ਦੀ ਖਾਤਰ ਬੈਠਾ ਰਿਹਾ। ਸੋਚਿਆ ਜੇ ਮਰ ਗਈ ਤਾਂ ਨਾਵਲ ਕੌਣ ਲਿਖੇਗਾ। ਪਰ ਮੈਨੂੰ ਲੱਗਦਾ ਡਾਕਟਰ ਸਾਹਿਬ ਨਾ ਮੇਰੀ ਖਾਤਰ ਬੈਠੇ ਰਹੇ ਸਨ ਅਤੇ ਨਾ ਹੀ ਪੰਜਾਬੀ ਸਾਹਿਤ ਖਾਤਰ। ਉਹਨਾਂ ਦੀ ਆਪਣੀ ਕਸਬ ਪ੍ਰਤੀ ਇਮਾਨਦਾਰੀ ਨੇ ਉਹਨਾਂ ਨੂੰ ਉੱਥੇ ਬਿਠਾਈ ਰੱਖਿਆ ਸੀ। ਤੁਸੀਂ ਆਖੋਗੇ ਇਹ ਤਾਂ ਆਮ ਜਿਹੀਆਂ ਗੱਲਾਂ ਨੇ, ਮੈਂ ਸਾਹਿਤ ਦੀ ਕੋਈ ਗੱਲ ਕਰਾਂ, ਪਰ ਮੈਂ ਆਖਦੀ ਹਾਂ ਅੱਜ ਸਾਹਿਤ ਸਧਾਰਨ ਮਨੁੱਖ ਦੀ ਸਧਾਰਨ ਜ਼ਿੰਦਗੀ ਤੋਂ ਉਰਾਂ ਪਰਾਂ ਦੀਆਂ ਗੱਲਾਂ ਵੱਲ ਰੁਚਿਤ ਨਹੀਂ ਹੈ ਅਤੇ ਨਾ ਹੀ ਨਿਰੀਆਂ ਗਿਆਨ ਧਿਆਨ ਦੀਆਂ ਗੱਲਾਂ ਸਾਹਿਤ ਬਣਦੀਆਂ ਹਨ। ਨਾਰਦ ਮੁਨੀ ਸਨਤ ਕੁਮਾਰ ਰਿਸ਼ੀ ਨੂੰ ਪੁੱਛਦਾ ਹੈ, ਮੈਂ ਚਾਰੇ ਵੇਦ ਪੜ੍ਹ ਲਏ ਹਨ, ਬਾਕੀ ਸਭ ਗ੍ਰੰਥ ਅਤੇ ਸ਼ਸਤਰ ਵੀ, ਪਰ ਇੰਨੇ ਗਿਆਨ ਦੇ ਬਾਵਜੂਦ ਵੀ ਮੈਂ ਦੁੱਖ ਤੋਂ ਪਾਰ ਨਹੀਂ ਲੰਘ ਸਕਿਆ। ਕੀ ਕਾਰਨ ਹੈ? ਰਿਸ਼ੀ ਨੇ ਦੱਸਿਆ, ਨਾਰਦ ਤੂੰ ਜੋ ਕੁਝ ਪੜ੍ਹਿਆ ਉਹ ਸਿਰਫ ਸ਼ਬਦ ਹਨ। ਹਾਂ, ਜੇ ਕਿਸੇ ਵਿਦਵਾਨ ਦੀ ਵਿਦਵਤਾ ਨੇ ਮੈਨੂੰ ਇਸ ਰਾਹ 'ਤੇ ਤੁਰਦਿਆਂ ਪ੍ਰਭਾਵਿਤ ਕੀਤਾ ਤਾਂ ਉਹ ਹਨ ਡਾਕਟਰ ਮੋਹਨ ਸਿੰਘ ਦੀਵਾਨਾ। ਡਾਕਟਰ ਮੋਹਨ ਸਿੰਘ ਦੀਵਾਨਾ ਨੇ ਸਾਨੂੰ ਚੰਡੀਗੜ੍ਹ ਸੱਦਿਆ। ਮੈਨੂੰ ਆਖਣ ਲੱਗੇ, ਇਹ ਜੋ 5 ਟਰੰਕ ਉਰਦੂ, ਹਿੰਦੀ, ਅੰਗਰੇਜ਼ੀ, ਪੰਜਾਬੀ ਦੀਆਂ ਕੀਮਤੀ ਕਿਤਾਬਾਂ ਟਾਈਪ ਕੀਤੇ ਖਰੜਿਆਂ ਹੱਥ ਲਿਖਤਾਂ ਨਾਲ ਭਰੇ ਪਏ ਹਨ, ਇਹਨਾਂ ਨੂੰ ਬੇਟਾ ਲੈ ਜਾ। ਬਿਮਲਾ ਅਤੇ ਜੀਤ ਦੇ ਤਾਂ ਫੀਲਡ ਹੀ ਵੱਖਰੇ ਹਨ, ਉਹਨਾਂ ਨੇ ਇਹਨਾਂ ਨੂੰ ਕੀ ਕਰਨਾ ਹੈ? ਤੇਰੇ ਕੋਲੋਂ ਜੋ ਕੁਝ ਇਹਨਾਂ ਦਾ ਬਣਿਆ ਬਣਾ ਲਈ। ਚਲੇ ਜਾਣ ਤੋਂ ਪਹਿਲਾਂ ਚਾਹੁੰਦਾ ਕਿ ਇਹ ਠੀਕ ਹੱਥਾਂ ਤੱਕ ਪਹੁੰਚ ਜਾਣ। ਚਲੇ ਜਾਣਾ? ਕਿੱਥੇ ਚਲੇ ਜਾਣਾ ਤੁਸੀਂ? ਮੈਂ ਪੁੱਛਿਆ ਅਤੇ ਨਾਲ ਹੀ ਸੋਚ ਰਹੀ ਸੀ, ਹੋ ਸਕਦਾ ਹੈ ਫੇਰ ਕਿਧਰੇ ਅਮਰੀਕਾ, ਲੰਡਨ, ਪੈਰਿਸ ਕਿਸੇ ਧਰਮ ਦੀ, ਸਾਹਿਤ ਦੀ, ਫਿਲਾਸਫੀ ਦੀ ਜਾਂ ਭਾਸ਼ਾ ਦੀ ਕਿਸੇ ਕਾਨਫਰੰਸ ਦੀ ਪ੍ਰਧਾਨਗੀ ਕਰਨ ਜਾਣਾ ਹੋਵੇ। ਬਥੇਰਾ ਜੀ ਲਿਆ ਹੁਣ, ਪਰ ਤੁਹਾਡੇ ਵਰਗੇ ਮਿਸਟਿਕਸ ਦੇ ਤਾਂ ਆਖਦੇ ਨੇ ਜਿਉਣਾ ਮਰਨਾ ਆਪਣੇ ਵੱਸ 'ਚ ਹੁੰਦਾ ਹੈ, ਤਦੇ ਹੀ ਤਾਂ ਆਖਦਾ ਵੀ ਚੱਲੀਏ ਹੁਣ। ਸੋਚਦੇ ਹੋਵੋਗੇ ਅਗਲੀ ਵਾਰੀ ਕਿਸੇ ਚੰਗੀ ਥਾਂ ਜਨਮ ਲਈਏ। ਇੱਥੇ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਦੁਨੀਆ ਦੇ ਵਿਦਵਾਨ ਜਿਸ ਬੰਦੇ ਦੀਆਂ ਲਿਖਤਾਂ ਨੂੰ ਪ੍ਰਮਾਣ ਵਜੋਂ ਵਰਤਦੇ ਹਨ ਉਹ ਹੈ ਕੌਣ। ਨਹੀਂ, ਇਹ ਮੇਰਾ ਆਖਰੀ ਜਨਮ ਹੈ, ਇਸ ਤੋਂ ਮਗਰੋਂ ਮੈਂ ਜਨਮ ਨਹੀਂ ਲੈਣਾ। ਇਹ ਤੁਹਾਨੂੰ ਕਿਵੇਂ ਪਤਾ ਹੈ? ਮੈਂ ਪੁੱਛਿਆ। ਪਲੋਟੀਨਸ ਲਿਖਦਾ ਹੈ, ਜੇ ਅੱਖ ਸੂਰਜ ਵਰਗੀ ਨਾ ਹੁੰਦੀ ਤਾਂ ਸੂਰਜ ਨੂੰ ਕਿਵੇਂ ਦੇਖ ਸਕਦੇ? ਸੋ ਅਗਰ ਤੁਸੀਂ ਵਕਤ ਤੋਂ ਪਾਰ ਲੰਘ ਜਾਓ ਤਾਂ ਭੂਤ, ਭਵਿੱਖ, ਭਵਾਨ ਨੂੰ ਜਿੱਥੋਂ ਮਰਜ਼ੀ ਦੇਖ ਸਕਦੇ ਹੋ। ਮੈਨੂੰ ਆਪਣੇ ਪਿਛਲੇ ਜਨਮ ਦਾ ਵੀ ਪਤਾ ਹੈ। ਉਦੋਂ ਮੈਂ ਫਲਾਣਾ ਸੀ ਅਤੇ ਤਕੱਲਸ ਉਦੋਂ ਵੀ ਮੇਰਾ ਦੀਵਾਨਾ ਹੀ ਸੀ ਅਤੇ ਮੈਂ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਮਰਿਆ ਸੀ, ਪਰ ਇਹ ਗੱਲਾਂ ਲੋਕਾਂ ਨੂੰ ਦੱਸਣ ਵਾਲੀਆਂ ਨਹੀਂ। ਪਰ ਅਜੇ ਨਹੀਂ ਮਰਨਾ, ਮੈਂ ਆਖਿਆ। ਅੱਛਾ ਛੱਡ ਇਹ ਗੱਲ, ਹੋਰ ਦੱਸ ਫਿਰ ਤੇਰਾ ਕੀ ਹਾਲ ਹੈ? ਹਾਲ ਠੀਕ ਹੈ। ਹੋਰ ਕੀ ਲਿਖਿਆ? ਹਸਤਾਖਰ ਨਾਵਲ ਹੁਣੇ ਛਪਿਆ, ਤੁਹਾਡੇ ਲਈ ਕਾਪੀ ਲੈ ਕੇ ਆਈ ਹਾਂ। ਸੁਣਾ ਕਿੱਧਰੋਂ ਇੱਕ ਅੱਧ ਸਫ਼ਾ। ਨਾਵਲ ਚੁੱਕ ਕੇ ਜਿੱਥੋਂ ਵੀ ਸਫ਼ਾ ਖੁੱਲ੍ਹਿਆ ਮੈਂ ਪੜ੍ਹਨ ਲੱਗ ਪਈ। ਵਕਤ ਨੂੰ ਜੇ ਪੁੱਠਾ ਗੇੜਿਆ ਜਾ ਸਕਦਾ ਤਾਂ ਦੇਖਿਆ ਜਾ ਸਕਦਾ ਸੀ ਕਿ ਇਹ ਕੋਠੀ ਵੀ ਆਮ ਕੋਠੀਆਂ ਵਰਗੀ ਕੋਠੀ ਸੀ, ਬੱਦਲਾਂ ਨੂੰ ਜੋੜ ਕੇ ਬਣਾਈ ਹੋਈ ਨਹੀਂ ਅਤੇ ਨਾ ਹੀ ਸਮੁੰਦਰ ਦੀ ਕਿਸੇ ਛੱਲ ਦੀ ਬਣੀ ਹੋਈ ਸੀ। ਆਮ ਲੋਕਾਂ ਵਰਗੇ ਇਸ 'ਚ ਲੋਕ ਰਹਿੰਦੇ ਸਨ। ਨਾ ਉਹ ਬਾਂਹ ਵਧਾ ਕੇ ਤਾਰੇ ਤੋੜ ਸਕਦੇ ਸਨ ਅਤੇ ਨਾ ਹੀ ਅੱਗ ਪੀ ਸਕਦੇ ਸਨ। ਇੱਕ ਸਰਦਾਰ ਸੀ, 2 ਉਹਦੀਆਂ ਵਹੁਟੀਆਂ ਸਨ, 2 ਧੀਆਂ ਅਤੇ ਇੱਕ ਪੁੱਤਰ। ਹਾਂ ਬਸ ਕਰ, ਜਦੋਂ ਉਹਨੇ ਆਖਿਆ
ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਇੱਕੋ ਨਜ਼ਰ 'ਚ ਬੰਦੇ ਨੂੰ ਅੰਦਰੋਂ ਬਾਹਰੋਂ ਦੇਖ ਲੈਣ ਵਾਲੇ ਡਾਕਟਰ ਨੇ 5-7 ਫਿਕਰਿਆਂ ਤੋਂ ਹੀ ਜਾਣ ਲਿਆ ਸੀ ਕਿ ਮੈਂ ਕੀ ਲਿਖਿਆ ਤੇ ਕਿਵੇਂ ਲਿਖਿਆ। ਮੈਂ ਤੇਰੀ ਤਾਰੀਫ ਨਹੀਂ ਕਰਦਾ, ਆਪਣੇ ਬੱਚਿਆਂ ਦੀ ਤਾਰੀਫ ਨਹੀਂ ਕਰੀਦੀ। ਮੈਂ ਸਿਰਫ ਤੈਨੂੰ ਦੱਸਣਾ ਚਾਹੁੰਦਾ ਕਿ ਤੂੰ ਸਿਰਫ ਇੱਕ ਬੰਦੇ ਨੂੰ ਹੀ ਬਿਲੋਂਗ ਨਹੀਂ ਕਰਦੀ। ਇੱਕ ਕੌਮ, ਇੱਕ ਮੁਲਕ, ਇੱਕ ਸਾਹਿਤ ਤੇ ਫਿਰ ਸਾਰੀ ਸ੍ਰਿਸ਼ਟੀ ਨੂੰ ਬਿਲੋਂਗ ਕਰਦੀ ਹੈ। ਲਿਖਣ ਲਈ ਵੱਡੇ ਕਲਾਸੀਕਲ ਵਿਸ਼ੇ ਚੁਣਿਆ ਕਰ, ਕੋਈ ਵੱਡਾ ਕੰਮ ਕਰ, ਤੂੰ ਕਰ ਸਕਦੀ ਹੈ। ਜ਼ਿੰਦਗੀ 'ਚ ਮੈਂ ਬੜੀ ਥੱਕ ਗਈ ਮਹਿਸੂਸ ਕਰਦੀ ਹਾਂ। ਮੈਂ ਆਖਿਆ, ਤੈਨੂੰ ਧਿਆਨਯੋਗ ਜ਼ਰਾ ਕੁ ਦੱਸਾਂਗਾ ਜਿਸ ਨਾਲ ਐਨਰਜੀ ਜਿੰਨੀ ਖਰਚੇ ਉਸ ਤੋਂ ਕਿਤੇ ਵੱਧ ਤੈਨੂੰ ਪ੍ਰਾਪਤ ਹੋ ਜਾਏ। ਇਹ ਆਖਰੀ ਚੀਜ਼ ਹੈ ਜੋ ਮੈਂ ਤੈਨੂੰ ਦੇ ਕੇ ਜਾਣਾ ਚਾਹੁੰਦਾ। ਉਹਨਾਂ ਨੇ ਜਦੋਂ ਆਖਰੀ ਚੀਜ਼ ਦੀ ਗੱਲ ਕੀਤੀ, ਸੁੱਤੇ ਸਿੱਧ ਮੇਰਾ ਮਨ ਪਿਛਾਂਹ ਨੂੰ ਭੌਂ ਗਿਆ। 15-16 ਸਾਲ ਪਿਛਾਂਹ ਨੂੰ। ਡਾਕਟਰ ਦੀਵਾਨਾ ਨੂੰ ਕਲੇਮ ਵਿੱਚ ਪਟਿਆਲੇ 3 ਘਰ ਅਲਾਟ ਹੋ ਗਏ ਸਨ। 2 ਉਹਨਾਂ ਨੇ ਕਿਰਾਏਦਾਰਾਂ ਤੋਂ ਛੁਡਵਾ ਕੇ ਵੇਚਣੇ ਸਨ। ਕਿਸੇ ਨੇ ਦੱਸਿਆ, ਟਿਵਾਣਾ ਦੀ ਭੂਆ ਦਾ ਪੁੱਤਰ ਉੱਥੇ ਇਨਕਮ ਟੈਕਸ ਅਫਸਰ ਹੈ, ਉਹ ਤੁਹਾਡੀ ਮਦਦ ਕਰ ਸਕਦਾ ਹੈ ਤੇ ਟਿਵਾਣਾ ਯੂਨੀਵਰਸਿਟੀ 'ਚ ਪੰਜਾਬੀ ਪੜ੍ਹਾਉਂਦੀ ਹੈ। ਡਾਕਟਰ ਨੇ ਸਾਰੇ ਪੰਜਾਬੀ ਜਗਤ ਉੱਪਰ ਛੱਟੀ ਘੁਮਾਈ ਹੋਈ ਸੀ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਉਹ ਹੈੱਡ ਰਿਟਾਇਰ ਹੋਇਆ ਸੀ। ਸਾਰਿਆਂ ਦੀ ਹੀਜ ਪਿਆਜ਼ ਜਾਣਦਾ ਸੀ। ਉਹਨੇ ਵਰਤਮਾਨ ਦੇ ਕਰਤਿਆਂ ਧਰਤਿਆਂ ਵਿੱਚੋਂ ਸਭ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਿਵਾਜਿਆ ਹੋਇਆ ਸੀ। ਕਿਸੇ ਦੀਆਂ ਫੀਸਾਂ ਭਰ ਕੇ, ਕਿਸੇ ਨੂੰ ਨੌਕਰੀ ਦਿਵਾ ਕੇ, ਕਿਸੇ ਦੇ ਨੰਬਰ ਵਧਾ ਕੇ, ਕਿਸੇ ਨੂੰ ਥੀਸਿਸ ਲਿਖਵਾ ਕੇ। ਬਾਕੀ ਦੇ ਲੋਕ ਉਂਝ ਵੀ ਉਹਦੀ ਵਿਦਵਤਾ ਦੀ ਧਾਕ ਮੰਨਦੇ ਸਨ। ਮੰਨਣ ਵੀ ਕਿਉਂ ਨਾ, ਪੰਜਾਬੀ ਸਾਹਿਤ ਦਾ ਇਤਿਹਾਸ ਸਭ ਤੋਂ ਪਹਿਲਾਂ ਲਿਖਿਆ ਹੀ ਉਹਨੇ ਸੀ। ਹੁਣ ਤੱਕ ਉਹਦੀਆਂ ਅੰਗਰੇਜ਼ੀ 'ਚ 90, ਪੰਜਾਬੀ 'ਚ 80, ਹਿੰਦੀ ਉਰਦੂ 'ਚ 55 ਕਿਤਾਬਾਂ ਤੇ ਪੈਂਫਲੇਟ ਛਪ ਚੁੱਕੇ ਸਨ। ਤੇ ਜਿਹੜਾ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਉਰਦੂ, ਹਿਬਰੂ, ਅੰਗਰੇਜ਼ੀ, ਫਰੈਂਚ, ਜਰਮਨ ਆਦਿ ਅਨੇਕਾਂ ਬੋਲੀਆਂ ਦਾ ਮਾਹਰ ਸੀ, ਉਹ ਕਿਸੇ ਨੂੰ ਕੀ ਬਿੱਧਦਾ ਸੀ। ਸੋ ਡਾਕਟਰ ਇੱਕ ਦਿਨ ਪੁੱਛ ਆ ਕੇ ਪਟਿਆਲੇ ਸਾਡੇ ਘਰ ਆ ਪਹੁੰਚਿਆ। ਦੱਸਿਆ, ਮੈਂ ਡਾਕਟਰ ਮੋਹਨ ਸਿੰਘ ਦੀਵਾਨਾ ਹਾਂ। ਚਿੱਟੀ ਦਾੜੀ, ਚਿੱਟੇ ਕੱਪੜੇ, ਨੂਰਾਨੀ ਚਿਹਰਾ। ਆਓ ਭਗਤ ਕੀਤੀ, ਚਾਹ ਪਾਣੀ ਪਿਲਾਇਆ। ਭੂਆ ਦੇ ਲੜਕੇ ਨੂੰ ਦਫ਼ਤਰੋਂ ਸੱਦ ਕੇ ਡਾਕਟਰ ਸਾਹਿਬ ਦਾ ਕੰਮ ਦੱਸ ਦਿੱਤਾ। ਭੂਆ ਦੇ ਲੜਕੇ ਨਾਲ ਡਾਕਟਰ ਸਾਹਿਬ ਗੱਲਾਂ ਬਾਤਾਂ ਕਰਦੇ ਰਹੇ ਤੇ ਆਥਣ ਹੋ ਗਿਆ। ਡਾਕਟਰ ਨੇ ਕਈ ਦਿਨ ਰਹਿਣਾ ਸੀ, ਜਦੋਂ ਤੱਕ ਕਿ ਦੋਵੇਂ ਮਕਾਨ ਖਾਲੀ ਹੋ ਕੇ ਵਿਕ ਨਹੀਂ ਜਾਂਦੇ। ਰਾਤ ਹੋਣ ਤੋਂ ਪਹਿਲਾਂ ਮਾਂ ਨੂੰ ਆਖਿਆ, ਭਰਾ ਜੀ ਰੋਟੀ ਪਾਣੀ ਜੀ ਸਦਕੇ ਤਿੰਨੋਂ ਵੇਲੇ ਇੱਥੇ ਛਕੋ, ਪਰ ਘਰ ਕੋਈ ਬੰਦਾ ਨਹੀਂ, ਇਸ ਲਈ ਸਹੁੰ ਤੁਸੀਂ ਆਪਣੇ ਮਕਾਨ 'ਚ ਜਾਇਆ ਕਰਨਾ। ਸੋ ਜਿੰਨੇ ਦਿਨ ਘਰ ਖਾਲੀ ਹੋ ਕੇ ਵਿਕੇ ਨਹੀਂ, ਡਾਕਟਰ ਰਹਿੰਦਾ ਸਾਡੇ ਘਰ ਰਿਹਾ ਤੇ ਸੌਂਦਾ ਆਪਣੇ ਘਰ ਰਿਹਾ। ਰੋਜ਼ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤਾਂ ਲੱਗਿਆ, ਸੱਚੀ ਇਸ ਡਾਕਟਰ ਦੀ ਵਿਦਵਤਾ ਦਾ ਕੋਈ ਪਾਰਾਵਾਰ ਨਹੀਂ। ਉਹਦੀ ਵਿਦਵਤਾ ਕਾਰਨ ਸੰਸਾਰ ਭਰ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਉਹਨੂੰ ਬੁਲਾ ਕੇ ਭਾਸ਼ਣ ਕਰਾਏ ਸਨ, ਜਿਨ੍ਹਾਂ ਕਾਰਨ ਕੋਈ ਪੱਛਮੀ ਵਿਦਵਾਨ ਉਹਨੂੰ ਦਿਵ ਦ੍ਰਿਸ਼ਟੀ ਦਾ ਮਾਲਕ, ਕੋਈ ਆਧੁਨਿਕ ਉਪਨਿਸ਼ਦਾਂ ਦਾ ਰਚੇਤਾ, ਕੋਈ ਮਹਾਨ ਮਿਸਟਿਕ, ਕੋਈ ਰਿਸ਼ੀਆਂ ਦਾ ਅਸਲੀ ਵਾਰਸ ਆਖਦੇ ਹਨ। ਮੈਂ ਦੀਵਾਨੇ ਬਾਰੇ ਇੱਕ ਲੇਖ ਲਿਖਿਆ, ਰੱਬ ਵਰਗਾ। ਸੁਣ ਕੇ ਉਹ ਖੁਸ਼ ਹੋਇਆ, ਪਰ ਇਹ ਲੇਖ ਜਦੋਂ ਆਰਸੀ 'ਚ ਛਪਿਆ ਤਾਂ ਮੈਂ ਰੱਬ ਵਰਗਾ ਸਿਰਲੇਖ ਦੇਣ ਦੀ ਥਾਂ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਦਿੱਤਾ। ਮੇਰਾ ਮਤਲਬ ਸੀ, ਲੋਕਾਂ ਨੇ ਰੱਬ ਵਰਗਾ ਦੇ ਉਹ ਮਹਿਣੇ ਨਹੀਂ ਕੱਢਣੇ ਜੋ ਮੈਂ ਸੋਚੇ ਹਨ ਕਿ ਰੱਬ ਕੋਲ ਸਭ ਕੁਝ ਹੈ, ਪਰ ਉਹ ਦੂਜਿਆਂ ਨੂੰ ਉਹਨਾਂ ਦੀ ਔਕਾਤ ਤੇ ਕਰਮਾਂ ਅਨੁਸਾਰ ਚੰਗਾ ਮਾੜਾ ਦਿੰਦਾ ਹੈ। ਡਾਕਟਰ ਦੀਵਾਨਾ ਨਾਰਾਜ਼ ਹੋ ਗਿਆ। ਫਿਰ ਵੀ 83 ਸਾਲ ਦੀ ਉਮਰ 'ਚ ਤੁਰ ਜਾਣ ਦੀ ਤਿਆਰੀ ਕਰ ਰਿਹਾ। ਜਦੋਂ ਮੈਨੂੰ ਆਖ ਰਿਹਾ ਸੀ 2000 ਕਿਤਾਬਾਂ ਤਾਂ ਮੈਂ ਲਾਇਬ੍ਰੇਰੀਆਂ ਨੂੰ ਵੰਡ ਦਿੱਤੀਆਂ ਹਨ, ਪਰ ਇਹ ਜੋ 5 ਟਰੰਕ ਉਰਦੂ, ਹਿੰਦੀ, ਅੰਗਰੇਜ਼ੀ, ਪੰਜਾਬੀ ਦੀਆਂ ਕੀਮਤੀ ਕਿਤਾਬਾਂ ਟਾਈਪ ਕੀਤੇ ਖਰੜਿਆਂ ਤੇ ਹੱਥ ਲਿਖਤਾਂ ਨਾਲ ਭਰੇ ਪਏ ਹਨ, ਇਹਨਾਂ ਨੂੰ ਤੂੰ ਬੇਟਾ ਲੈ ਜਾ। ਤਾਂ ਮੈਂ ਬਹੁਤ ਉਦਾਸ ਹੋ ਕੇ ਸੋਚ ਰਹੀ ਸੀ, ਮੈਂ ਇਹ ਟਰੰਕ ਨਹੀਂ ਲੈ ਕੇ ਆਈ, ਪਰ ਡਾਕਟਰ ਦੀਵਾਨਾ ਸੱਚੀ ਇਸ ਸੰਸਾਰ ਤੋਂ ਚਲੇ ਗਿਆ। ਹੁਣ ਇਹ ਸਭ ਟਰੰਕ ਤੇ ਟਰੰਕਾਂ ਵਿਚਲਾ ਕੀਮਤੀ ਸਮਾਨ ਪੰਜਾਬੀ ਯੂਨੀਵਰਸਿਟੀ ਕੋਲ ਅਮਾਨਤ ਹੈ ਤੇ ਯੂਨੀਵਰਸਿਟੀ ਇਹਦੀ ਯੋਗ ਸਾਂਭ ਸੰਭਾਲ ਲਈ ਯਤਨਸ਼ੀਲ ਹੈ। ਅੰਗ 11। ਸਾਡੇ ਘਰ 'ਚ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਦਾ ਕਿਸੇ ਨੂੰ ਸ਼ੌਕ ਨਹੀਂ। ਵੀਰੇ ਤੇ ਮਨਜੀਤ, ਆਪਣੇ ਭਰਾ ਤੇ ਭੈਣ ਨੂੰ ਮੈਂ ਸਕੂਲ ਵਿੱਚ ਵੀ ਪੰਜਾਬੀ ਮਜ਼ਮੂਨ ਨਹੀਂ ਸੀ ਲੈਣ ਦਿੱਤਾ। ਸੋਚਿਆ, ਅੰਗਰੇਜ਼ੀ ਸਕੂਲ 'ਚ ਪੜ੍ਹਦਿਆਂ ਅੰਗਰੇਜ਼ੀ ਤਾਂ ਆ ਹੀ ਜਾਏਗੀ, ਦੂਸਰੀ ਬੋਲੀ ਹਿੰਦੀ ਆਉਣੀ ਚਾਹੀਦੀ ਹੈ ਤੇ ਸਾਡੀ ਰਾਸ਼ਟਰ ਭਾਸ਼ਾ ਹੈ, ਪੰਜਾਬੀ ਤਾਂ ਘਰੋਂ ਹੀ ਸਿੱਖ ਜਾਣਗੇ। ਵੱਡਿਆਂ ਹੁੰਦਿਆਂ ਧੀ ਕੇ ਅੰਗਰੇਜ਼ੀ ਵੱਲ ਇੰਨੇ ਚਲੇ ਗਏ ਕਿ ਪੰਜਾਬੀ ਇਹਨਾਂ ਨੂੰ ਉੱਕਾ ਨਹੀਂ ਸੀ ਆਉਂਦੀ।
ਉਂਝ ਵੀ ਇਹ ਪੰਜਾਬੀ ਨੂੰ ਦੇਸੀ ਜਿਹੀ ਬੋਲੀ ਸਮਝ ਕੇ ਮਜ਼ਾਕ ਕਰਨ ਲੱਗ ਪਏ ਸਨ। ਮੇਰੀ ਵਲਾਇਤ ਰਹਿੰਦੀ ਭੈਣ ਕਮਲਜੀਤ ਦਾ ਘਰ ਵਾਲਾ ਹਰਨੇਕ ਆਖਦਾ ਸੀ, ਬੰਦੇ ਨੂੰ ਬਿਜ਼ਨਸ ਕਰਨਾ ਚਾਹੀਦਾ ਹੈ। ਜੇ ਬਿਜ਼ਨਸ ਨਾ ਹੋਵੇ ਤਾਂ ਨੌਕਰੀ ਕਰ ਲਏ, ਜੇ ਨੌਕਰੀ ਨਾ ਕਰ ਸਕੇ ਤਾਂ ਚੋਰੀ ਕਰ ਲਏ, ਚੋਰੀ ਵੀ ਨਾ ਹੋਏ ਤਾਂ ਮੰਗ ਕੇ ਗੁਜ਼ਾਰਾ ਕਰ ਲਏ, ਜੇ ਮੰਗਿਆ ਵੀ ਨਾ ਜਾਏ ਤਾਂ ਪੰਜਾਬੀ ਦੀ ਐਮਏ ਕਰ ਲਏ। ਉਹਦੀ ਇਸ ਗੱਲ ਉੱਪਰ ਸਾਰੇ ਹੱਸਦੇ ਸਨ। ਮੈਂ ਜੋ ਘਰ 'ਚ ਸਭ ਤੋਂ ਵੱਡੀ ਹੋਣ ਕਰਕੇ ਮੁਫਤ ਦਾ ਰੂਹ ਪਾਉਂਦੀ ਸੀ, ਇਹੀ ਤਾਂ ਇੱਕ ਗੱਲ ਸੀ ਮੇਰੇ ਉੱਪਰ ਰੂਹ ਪਾਉਣ ਵਾਲੀ ਕਿ ਮੈਂ ਪੰਜਾਬੀ ਦੀ ਪ੍ਰੋਫੈਸਰ ਸੀ, ਪੰਜਾਬੀ 'ਚ ਲਿਖਦੀ ਸੀ। ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਅੰਗਰੇਜ਼ੀ ਮੈਨੂੰ ਸ਼ਾਇਦ ਆਉਂਦੀ ਹੀ ਨਹੀਂ। ਉਹਨਾਂ ਨੂੰ ਇਸ ਗੱਲ ਦੀ ਵੀ ਹੈਰਾਨੀ ਲੱਗਦੀ ਕਿ ਮੈਂ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਸੀ। ਸੰਨ 1972 'ਚ ਮੈਨੂੰ ਸਾਹਿਤ ਅਕੈਡਮੀ ਦਿੱਲੀ ਤੋਂ ਅਵਾਰਡ ਮਿਲਿਆ ਤਾਂ ਰੇਡੀਓ ਉੱਪਰ ਖਬਰਾਂ 'ਚ ਇਹ ਵੀ ਇੱਕ ਖਬਰ ਸੀ। ਵੀਰਾ ਉਦੋਂ ਆਪਣੀ ਪਲਟਨ ਦੇ ਨਾਲ ਨਾਗਾਲੈਂਡ 'ਚ ਸੀ। ਕਿਸੇ ਨੇ ਦੱਸਿਆ ਵਿਹਲੇ ਵੇਲੇ ਉਹ ਆਪਣੇ ਜਵਾਨਾਂ ਤੋਂ ਸ਼ੇਅਰ ਲਿਖਵਾ ਕੇ ਜੰਗਲ ਦੇ ਦਰਖਤਾਂ ਉੱਪਰ ਟੰਗਵਾਉਂਦਾ ਰਹਿੰਦਾ। ਰੇਡੀਓ ਤੋਂ ਖਬਰ ਸੁਣ ਕੇ ਉਹਦੇ ਕਰਨੈਲ ਨੇ ਵੀਰੇ ਨੂੰ ਸੱਦਿਆ ਤੇ ਪੁੱਛਿਆ, ਕਿਸੇ ਟਿਵਾਣਾ ਲੜਕੀ ਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ, ਤੂੰ ਜਾਣਦਾ? ਵੀਰੇ ਨੇ ਦੱਸਿਆ, ਮੇਰੀ ਸਿਸਟਰ ਹੈ। ਕਰਨਲ ਨੇ ਖਬਰ ਬਾਕੀ ਅਫਸਰਾਂ ਨੂੰ ਵੀ ਦੱਸੀ ਤਾਂ ਉਸ ਸ਼ਾਮ ਸਾਰੇ ਅਫਸਰਾਂ ਨੇ ਖੁਸ਼ੀ ਵਿੱਚ ਵੀਰੇ ਤੋਂ ਵਿਸਕੀ ਪੀਤੀ। ਘਰ ਛੁੱਟੀ ਆਇਆ ਵੀਰਾ ਮੈਨੂੰ ਪੁੱਛਣ ਲੱਗਾ, ਭੈਣ ਜੀ ਤੁਹਾਡੀਆਂ ਕਿਤਾਬਾਂ ਦੇ ਨਾਮ ਕੀ ਨੇ? ਕੀ ਗੱਲ ਪੜ੍ਹਨੀਆਂ ਨੇ? ਮੈਂ ਪੁੱਛਿਆ। ਨਹੀਂ, ਲੋਕ ਪੁੱਛ ਲੈਂਦੇ ਨੇ, ਉਹਨੇ ਦੱਸਿਆ, ਤੇ ਮੇਰੇ ਬਾਰੇ ਬੀਜੀ ਆਖਦੇ ਨੇ। ਅਕਲ ਤਾਂ ਬਥੇਰੀ ਸੀ ਜੇ ਕਿਸੇ ਚੰਗੇ ਪਾਸੇ ਲਾਉਂਦੀ। ਮਨਜੀਤ ਚੰਡੀਗੜ੍ਹ ਪੜ੍ਹਦੀ ਸੀ। ਪਹਿਲਾਂ ਉਹਨੇ ਸਾਈਕੋਲੋਜੀ ਤੇ ਮਗਰੋਂ ਅੰਗਰੇਜ਼ੀ ਦੀ ਐਮਏ ਕੀਤੀ। ਲੋਕਾਂ ਨੇ ਉਹਨੂੰ ਪੁੱਛਣਾ, ਤੂੰ ਟਿਵਾਣਾ ਦੀ ਭੈਣ ਹੈ? ਉਹਨੇ ਆਖਣਾ, ਨਹੀਂ, ਉਹ ਮੇਰੀ ਭੈਣ ਹੈ। ਫਿਰ ਉਹ ਮੰਨਣੋਂ ਹੀ ਹਟ ਗਈ ਕਿ ਮੈਂ ਉਹਦੀ ਭੈਣ ਹਾਂ। ਉਹਦੀ ਦਲੀਲ ਸੀ, ਲੋਕ ਗੱਲ ਉਸ ਨਾਲ ਕਰਦੇ ਹਨ ਤੇ ਪੁੱਛਦੇ ਮੇਰੇ ਬਾਰੇ ਹਨ। ਮੈਨੂੰ ਸਮਝ ਨਹੀਂ ਆਉਂਦੀ ਲੋਕ ਤੁਹਾਨੂੰ ਮਹੱਤਤਾ ਕਿਉਂ ਦਿੰਦੇ ਨੇ। ਪੰਜਾਬੀ 'ਚ ਕਿਤਾਬਾਂ ਲਿਖ ਲੈਣੀਆਂ ਵੀ ਕੋਈ ਗੱਲ ਹੈ? ਉਹ ਆਖਦੀ। ਫਿਰ ਕਿਸੇ ਨੇ ਦੱਸਿਆ, ਮਨਜੀਤ ਪੰਜਾਬੀ 'ਚ ਕਿਤਾਬਾਂ ਲਿਖਦੀ ਹੈ। ਮਨਜੀਤ ਪੰਜਾਬੀ 'ਚ ਕਵਿਤਾਵਾਂ ਲਿਖਦੀ ਹੈ। ਮੈਨੂੰ ਇਤਬਾਰ ਨਾ ਆਇਆ। ਸੋਚਿਆ ਪੰਜਾਬੀ 'ਚ ਕਵਿਤਾਵਾਂ ਲਿਖ ਕੇ ਉਹ ਜ਼ਰੂਰ ਪੰਜਾਬੀ ਕਵਿਤਾ ਦਾ ਮਜ਼ਾਕ ਉਡਾਉਂਦੀ ਹੋਏਗੀ। ਪਰ ਇਲਹਾਮ, ਇਲਜ਼ਾਮ, ਉਨੀਂਦਾ ਵਰਤਮਾਨ, ਸਵਿਤਰੀ ਉਹਦੀ ਕਵਿਤਾ ਦੀਆਂ ਤਾਂ 4 ਕਿਤਾਬਾਂ ਛਪ ਗਈਆਂ ਸਨ। ਉਸਦੀ ਕਵਿਤਾ ਨੂੰ ਸਾਹਿਤ ਅਕਾਦਮੀ ਦਿੱਲੀ ਨੇ ਅਵਾਰਡ ਵੀ ਦੇ ਦਿੱਤਾ ਸੀ। ਪਹਿਲੀ ਵਾਰੀ ਜਦੋਂ ਮੈਂ ਉਹਦੀ ਕਵਿਤਾ ਪੜ੍ਹੀ ਤਾਂ ਬੜੀ ਹੈਰਾਨ ਹੋਈ। ਕਵਿਤਾ ਵਿੱਚ ਉਹ ਕੱਚੀ ਉਮਰ ਦੀਆਂ ਕੱਚੀਆਂ ਜਿਹੀਆਂ ਗੱਲਾਂ ਨਹੀਂ ਸੀ ਕਰ ਰਹੀ। ਉਹਦੀ ਕਵਿਤਾ ਤਾਂ ਤੀਖਣ ਵਿਰਾਟ ਚਿੰਤਨ ਦੀ ਧਾਰਨੀ ਸੀ। ਮਸਲਨ ਉਹ ਕਹਿੰਦੀ ਹੈ, ਇਹ ਕਿਹੋ ਜਿਹੇ ਸਮੇਂ ਆ ਗਏ ਨੇ, ਅਸੀਂ ਸਮੇਂ ਦੀ ਦਹਿਲੀਜ਼ ਤੇ ਬੈਠੇ ਆਪਣੇ ਘਰ ਦਾ ਪਤਾ ਪੁੱਛ ਰਹੇ ਹਾਂ। ਚਿਤਾ ਦੀ ਅੱਗ ਤੇ ਯੱਗ ਦੀ ਅੱਗ 'ਚ ਜਦੋਂ ਅੰਤਰ ਮੁੱਕ ਜਾਏ, ਫਿਰ ਕੀ ਕਰੀਏ? ਜੰਜੀਰ ਨੂੰ ਪਜੀਰ ਬਣਦਿਆਂ ਚਿਰ ਲੱਗਦਾ ਹੈ, ਬੰਦਿਆਂ ਨੂੰ ਆਜ਼ਾਦ ਹੁੰਦਿਆਂ ਡਰ ਲੱਗਦਾ ਹੈ, ਬੰਦਿਆਂ ਨੂੰ ਇਨਸਾਨ ਬਣਦਿਆਂ ਯੁੱਗ ਲੱਗਦਾ ਹੈ। ਮੈਂ ਦੇਖਿਆ ਮਨਜੀਤ ਦੀ ਕਵਿਤਾ ਯੁੱਗ ਬੋਧ ਦੀ ਧਾਰਨੀ ਹੈ। ਪਰੰਪਰਾ ਦੀਆਂ ਰਵਾਇਤੀ ਗੱਲਾਂ ਨੂੰ ਉਹ ਪਿਛਾਂਹ ਛੱਡ ਆਈ ਸੀ। ਸੱਚ ਕਹਿ ਸਕਣ ਦੀ ਉਸ 'ਚ ਜੁਰਅਤ ਵੀ ਸੀ, ਕਹਿਣ ਦੀ ਉਸ ਕੋਲ ਜਾਚ ਵੀ ਸੀ। ਜਿਵੇਂ ਕੁਝ ਕੁੜੀਆਂ ਬਨਾਰਸੀ ਸਾੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਇੱਕ ਵਾਰ ਵੇਖ ਕੇ ਜੀ ਭਰ ਜਾਂਦਾ ਹੈ। ਕੁਝ ਕੁੜੀਆਂ ਬੇਗਮ ਅਖਤਰ ਦੀਆਂ ਗਜ਼ਲਾਂ ਹੁੰਦੀਆਂ ਹਨ ਜੋ ਬਹੁਤ ਘੱਟ ਲੋਕਾਂ ਨੂੰ ਪਸੰਦ ਆਉਂਦੀਆਂ ਹਨ। ਪਤੀ ਇੱਕ ਭੁੱਖਾ ਭੇੜੀਆ ਹੈ ਜੋ ਤੁਹਾਨੂੰ ਹੋਰ ਸਭ ਭੇੜੀਆਂ ਤੋਂ ਬਚਾ ਲੈਂਦਾ ਹੈ, ਪਰ ਆਖਰ ਵਿੱਚ ਆਪ ਖਾ ਜਾਂਦਾ ਹੈ। ਮਨਜੀਤ ਟਿਵਾਣਾ ਵਰਤਮਾਨ ਪੀੜ੍ਹੀ ਦੀ ਇੱਕ ਜ਼ਹੀਨ ਸ਼ਾਇਰਾ ਹੈ। ਇਸੇ ਲਈ ਉਹਦਾ ਸਮਕਾਲੀ ਕਵੀ ਸੁਰਜੀਤ ਪਾਤਰ ਉਹਨੂੰ ਸਾਡੇ ਸਮਿਆਂ ਦੀ ਰਾਵੀਆ ਆਖਦਾ। ਉਹ ਕਹਿੰਦੀ ਹੈ, ਮੈਂ ਭੂਤ ਤੇ ਭਵਿੱਖ ਵਿਚਲੀ ਅਣਹੋਣੀ ਕਥਾ ਦਾ ਬਿਆਨ ਹਾਂ। ਮੈਂ ਤਾਂ ਕੱਸੀ ਹੋਈ ਰੱਸੀ ਤੇ ਤੁਰਦਾ ਸਾਡੀ ਪੀੜ੍ਹੀ ਦਾ ਉਣੀਂਦਾ ਵਰਤਮਾਨ ਹਾਂ। ਮੈਂ ਨਰਕ ਤੇ ਸਵਰਗ ਦੇ ਵਿਚਕਾਰ ਵਹਿੰਦੀ ਹੋਈ ਨਦੀ ਹਾਂ। ਮੈਂ ਯਮਰਾਜ ਤੇ ਧਰਮਰਾਜ ਦੀ ਸਾਂਝੀ ਦੀਵਾਰ ਉੱਤੇ ਧਰਿਆ ਦੀਵਾ ਹਾਂ। ਮੈਂ ਹੈਰਾਨ ਹੁੰਦੀ ਹਾਂ, ਉਹ ਬੋਲੀ ਦੀ ਵਰਤੋਂ ਵੇਲੇ ਏਡੀ ਸਮਰੱਥ ਕਿਵੇਂ ਹੈ। ਉਹਦੇ ਬਿੰਬ ਅਸਲੋਂ ਮੌਲਿਕ, ਬਹੁਅਰਥਕ ਤੇ ਬਹੁਪਰਤੀ ਹੁੰਦੇ ਹਨ। ਉਹ ਬੋਲੀ ਨੂੰ ਸਿਰਫ ਵਰਤਦੀ ਨਹੀਂ, ਬੋਲੀ ਨੂੰ ਸਿਰਜਦੀ ਵੀ ਹੈ। ਉਹ ਵਧੀਆ ਲਿਖਦੀ ਹੈ। ਉਹ ਠੀਕ ਹੀ ਆਖਦੀ ਸੀ।
ਉਹ ਮੇਰੀ ਭੈਣ ਨਹੀਂ, ਮੈਂ ਉਹਦੀ ਭੈਣ। ਅੰਗ 12। ਇੱਕ ਵਾਰੀ ਭਾਸ਼ਾ ਵਿਭਾਗ ਪੰਜਾਬੀ ਵਾਲਿਆਂ ਨੇ ਆਖਿਆ, ਐਨਸਾਈਕਲੋਪੀਡੀਆ ਲਈ ਔਰਤ ਉੱਪਰ ਇੱਕ ਲੇਖ ਲਿਖ ਦਿਓ। ਮੈਂ ਇਸ ਗੱਲ ਨੂੰ ਬੜੀ ਸੰਜੀਦਗੀ ਨਾਲ ਲਿਆ। ਇਹ ਲੇਖ ਲਿਖਣ ਲਈ ਬੜਾ ਕੁਝ ਪੜ੍ਹਿਆ, ਬੜਾ ਕੁਝ ਸੋਚਿਆ ਤੇ ਲੇਖ ਲਿਖ ਦਿੱਤਾ। ਭਾਸ਼ਾ ਵਿਭਾਗ ਨੂੰ ਭੇਜ ਦਿੱਤਾ। 15 ਕੁ ਦਿਨਾਂ ਮਗਰੋਂ ਲੇਖ ਵਾਪਸ ਆ ਗਿਆ। ਨਾਲ ਨੋਟ ਸੀ, ਸਾਨੂੰ ਅਜਿਹੇ ਲੇਖ ਨਹੀਂ ਚਾਹੀਦੇ, ਸਾਨੂੰ ਤਾਂ ਔਰਤ ਬਾਰੇ ਸਧਾਰਨ ਜਿਹੀ ਜਾਣਕਾਰੀ ਚਾਹੀਦੀ ਹੈ। ਵੀਰਾ ਆਖਣ ਲੱਗਿਆ, ਲੇਖ ਦੀ ਵੀ ਫਿਰ ਕੀ ਲੋੜ ਹੈ, ਆਪਣੀ ਇੱਕ ਤਸਵੀਰ ਭੇਜ ਦਿਓ। ਇਹੀ ਗੱਲ ਰਾਜਕੁਮਾਰੀ ਪ੍ਰਵੀਨ ਆਖਦੀ ਸੀ। ਮੇਰੀ ਮੰਮੀ ਕਹਿੰਦੇ ਸੀ, ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਡੇ ਮੈਡਮ ਕਿੰਨੇ ਸਿੰਪਲ ਨੇ। ਸਿੰਪਲ? ਮੈਂ ਸੋਚਦੀ ਹਾਂ, ਮੈਂ ਸ਼ਾਇਦ ਸਿੰਪਲ ਹੀ ਹਾਂ। ਇਸੇ ਲਈ ਸੱਚ ਤੇ ਛਲ ਦੇ ਵਿਚਕਾਰ ਜੋ ਇੱਕ ਮਹੀਨ ਲਾਈਨ ਹੈ, ਉਹ ਕਈ ਵਾਰ ਨਹੀਂ ਦਿਸਦੀ। ਇੱਕ ਵਾਰੀ ਇੱਕ ਮਹਾਂਵਿਦਵਾਨ ਯੂਨੀਵਰਸਿਟੀ ਦੇ ਫੰਕਸ਼ਨ ਉੱਪਰ ਆਇਆ। ਅਸੀਂ ਉਹਦੀ ਬੜੀ ਆਓ ਭਗਤ ਕੀਤੀ। ਉਸ ਦਿਨ ਦਾ ਉਹ ਚੀਫ ਗੈਸਟ ਸੀ। ਆਥਣੇ ਉਹ ਸਾਡੇ ਘਰ ਆ ਗਿਆ। ਮੈਂ ਪੁੱਛਿਆ, ਚਾਹ ਲਓਗੇ, ਕੌਫੀ ਜਾਂ ਦੁੱਧ? ਚਾਹ, ਕੌਫੀ, ਦੁੱਧ ਤੋਂ ਬਿਨਾਂ ਹੋਰ ਕੀ ਪਿਲਾ ਸਕਦੀ ਹੈ? ਜਦੋਂ ਉਹਨੇ ਪੁੱਛਿਆ, ਮੈਂ ਉਹਦੀ ਚਿੱਟੀ ਦਾੜੀ ਤੇ ਚਿੱਟੇ ਕੱਪੜਿਆਂ ਵੱਲ ਝਾਕੀ ਤੇ ਆਖਿਆ, ਹੋਰ ਨਲਕੇ ਦਾ ਠੰਡਾ ਪਾਣੀ। ਜੇ ਨਲਕੇ ਦਾ ਠੰਡਾ ਪਾਣੀ ਹੈ ਤਾਂ ਅਸੀਂ ਚੱਲਦੇ ਹਾਂ। ਆਖੋ ਉੱਠ ਖੜਾ ਹੋਇਆ। ਠੀਕ ਹੈ, ਆਖ ਮੈਂ ਹੱਥ ਜੋੜ ਦਿੱਤੇ। ਉਹ ਮਹਾਂਵਿਦਵਾਨ ਉਨੀ ਪੈਰੀ ਮੁੜ ਗਿਆ। ਤੇ ਇੱਕ ਹੋਰ ਗੱਲ, ਇੱਕ ਲੇਖਕ ਨੇ ਦੱਸਿਆ, ਉਹ ਮੈਨੂੰ ਬਹੁਤ ਸਮਝਦਾਰ ਸਮਝਦਾ ਤੇ ਮੇਰੇ ਕੋਲੋਂ ਸਲਾਹ ਲੈਣੀ ਚਾਹੁੰਦਾ ਹੈ। ਸਮੱਸਿਆ ਇਹ ਸੀ ਕਿ ਉਹਦੀ ਇੱਕ ਪ੍ਰੇਮਿਕਾ ਹੁੰਦੀ ਸੀ ਜੋ ਮਰ ਗਈ ਹੈ। ਉਸੇ ਦੀ ਧੀ ਹੁਣ 20 ਸਾਲ ਦੀ ਹੋ ਗਈ ਹੈ ਤੇ ਉਹਨੂੰ ਪ੍ਰੇਮ ਕਰਨ ਲੱਗ ਪਈ ਹੈ। ਹੁਣ ਉਹ ਕੀ ਕਰੇ? ਮੈਂ ਆਖਿਆ, ਕਰਨਾ ਕੀ ਹੈ, ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੇ। ਇੱਕ ਵਾਰੀ ਇੱਕ ਅਖਬਾਰ ਨੇ ਮੇਰੇ ਬਾਰੇ ਛਾਪਿਆ। ਮੈਂ ਕਲਾਸ ਵਿੱਚ ਗੁਰੂ ਨਾਨਕ ਦੇ ਉਲਟ ਬੋਲਦੀ ਰਹੀ ਤੇ ਕਲਾਸ ਵਾਕਆਊਟ ਕਰ ਗਈ। ਯੂਨੀਵਰਸਿਟੀ ਨੂੰ ਅਜਿਹੇ ਪ੍ਰੋਫੈਸਰਾਂ ਨੂੰ ਨਹੀਂ ਰੱਖਣਾ ਚਾਹੀਦਾ। ਜਮਾਤ ਦੇ ਮੁੰਡਿਆਂ ਨੇ ਸ਼ਹਿਰ ਜਾ ਕੇ ਐਡੀਟਰ ਨੂੰ ਫੜ ਲਿਆ। ਤੂੰ ਮੈਡਮ ਦੇ ਉਲਟ ਕਿਸ ਆਧਾਰ ਉੱਤੇ ਲਿਖਿਆ? ਉਹਨੇ ਦੱਸਿਆ, ਇਹ ਲਿਖਣ ਦੇ ਮੈਨੂੰ ਪੈਸੇ ਮਿਲੇ ਹਨ, ਪਰ ਨਾਰਾਜ਼ ਨਾ ਹੋ, ਅਗਲੇ ਅੰਕ 'ਚ ਮਾਫ਼ੀ ਮੰਗ ਲਈ ਜਾਏਗੀ ਕਿ ਗਲਤੀ ਲੱਗ ਗਈ। ਤੇ ਉਹਨੇ ਮਾਫ਼ੀ ਮੰਗ ਵੀ ਲਈ। ਮਗਰੋਂ ਪਤਾ ਲੱਗਾ, ਪੈਸੇ ਦੇਣ ਵਾਲਾ ਬੰਦਾ ਮੇਰੇ ਨਾਲ ਰੀਡਰੀ ਲਈ ਕੈਂਡੀਡੇਟ ਸੀ। ਅਜਿਹੀ ਨਿੱਕੇ ਮੋਟੇ ਗਿਲਿਆਂ ਵੇਲੇ, ਬੀਬੀ ਦੁਨੀਆ ਤੂੰ ਤੇ ਨਹੀਂ ਬਣਾਈ ਜੋ ਤੇਰੀ ਮਰਜ਼ੀ ਦੀ ਬਣੀ ਹੋਵੇ। ਡਾਕਟਰ ਰੋਸ਼ਨ ਲਾਲ ਅਹੂਜਾ ਦੀ ਇਹ ਗੱਲ ਮੇਰਾ ਧਰਵਾਸ ਬਣੀ ਹੈ। ਗੱਲ ਤਾਂ ਆਪਾਂ ਸਾਹਿਤਿਕ ਸਵੈਜੀਵਨੀ ਦੀ ਕਰ ਰਹੇ ਸੀ। ਇਹ ਵਾਧੂ ਪ੍ਰਸੰਗ ਕਿੱਥੋਂ ਆ ਗਏ? ਪਰ ਮੈਂ ਆਖਦੀ ਹਾਂ ਕਿ ਕਿਸੇ ਵੀ ਸਾਹਿਤ ਨੂੰ ਸਮਝਣ ਲਈ ਹੋਰ ਗੱਲਾਂ ਦੇ ਨਾਲ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਸਾਹਿਤ ਨੂੰ ਰਚਣ ਵਾਲਾ ਜੋ ਹੈ, ਉਸ ਦਾ ਇੱਕ ਨਿੱਜੀ ਇਤਿਹਾਸ ਵੀ ਹੈ, ਜਿਸ ਤੋਂ ਉਹਦੇ ਸਵੈ ਤੇ ਪਰ ਨਾਲ ਰਿਸ਼ਤਿਆਂ ਦੀ ਸਮਝ ਆ ਜਾਂਦੀ ਹੈ। ਪੱਛਮ ਵਿੱਚ ਸਵੈ ਜੀਵਨੀ ਤੇ ਜੀਵਨੀ ਸਾਹਿਤ ਵੱਲ ਏਡਾ ਧਿਆਨ ਦਿੱਤੇ ਜਾਣ ਦਾ ਕਾਰਨ ਸ਼ਾਇਦ ਇਹੀ ਹੈ ਕਿ ਲੇਖਕ ਦੇ ਨਿੱਜ ਦਾ ਇਤਿਹਾਸ ਉਹਦੀ ਰਚਨਾ ਦਿਸ਼ਾ ਪ੍ਰਗਟ ਕਰਦੀ ਹੈ। ਅਸੀਂ ਜਾਣ ਸਕਦੇ ਹਾਂ ਕਿ ਰਚਨਾ ਰਾਹੀਂ ਲੇਖਕ ਆਪਣਾ ਸੁਪਨ ਸੰਸਾਰ ਪ੍ਰਗਟ ਕਰ ਰਿਹਾ ਹੈ, ਠੀਕ ਬੇਠੀਕ ਦੀ ਤਮੀਜ਼ ਦੱਸ ਰਿਹਾ ਹੈ, ਸਵੈ ਦੀ ਪਹਿਚਾਣ ਦੇ ਰਿਹਾ ਹੈ ਜਾਂ ਸਵੈ ਦੀ ਸਾਰਥਕਤਾ ਜਾਂ ਸਮਰਥਨ ਲਈ ਲਿਖ ਰਿਹਾ ਹੈ। ਇਹ ਠੀਕ ਹੈ ਕਿ ਜ਼ਿੰਦਗੀ ਦੀਆਂ ਸੰਚਾਲਕ ਸ਼ਕਤੀਆਂ ਧਰਮ, ਅਰਥ, ਕਾਮ, ਮੋਕਸ਼, ਸਮੇਂ ਤੇ ਸਥਾਨ ਦੇ ਸੰਦਰਭ 'ਚ ਯੁੱਗ ਚੇਤਨਾ ਦੇ ਸਹਾਰੇ ਉਹਦੇ ਵਿਅਕਤਿਤਵ ਨੂੰ ਘੜਦੀਆਂ ਹਨ। ਪਰ ਇਸ ਘਾੜਤ ਤੋਂ ਮਗਰੋਂ ਉਹ ਇਹਨਾਂ ਦਾ ਕਿੰਨਾ ਕੁ ਕੈਦੀ ਹੈ, ਕਿੰਨਾ ਕੁ ਆਜ਼ਾਦ, ਫਿਰ ਉਹਦੇ ਨਿੱਜੀ ਇਤਿਹਾਸ ਤੋਂ ਹੀ ਜਾਣ ਸਕਦੇ ਹਾਂ। ਸੋ ਮੇਰੇ ਇਹ ਬੇਲੋੜੇ ਵੇਰਵੇ ਬੇਲੋੜੇ ਨਹੀਂ। ਇੰਜ ਸਾਹਿਤਿਕ ਸਵੈ ਜੀਵਨੀ ਲਿਖਵਾਉਣ ਦੇ ਪਿੱਛੇ ਵੀ ਸ਼ਾਇਦ ਇਹੀ ਗੱਲ ਹੈ। ਅੰਗ 13। ਇੱਕ ਵਾਰੀ ਮੈਂ ਅੰਮ੍ਰਿਤਾ ਹੋਰਾਂ ਕੋਲ ਦਿੱਲੀ ਗਈ ਹੋਈ ਸੀ। ਉਹਨਾਂ ਦੇ ਘਰ ਕੰਮ ਕਰਨ ਆਈ ਮਾਈ ਨੇ ਮੇਰੇ ਵੱਲ ਹੱਥ ਕਰਕੇ ਅੰਮ੍ਰਿਤਾ ਨੂੰ ਪੁੱਛਿਆ, ਬੀਬੀ, ਇਹ ਤੇਰੀ ਭੈਣ ਹੈ ਕਿ ਧੀ? ਅੰਮ੍ਰਿਤਾ ਨੇ ਹੱਸ ਕੇ ਜਵਾਬ ਦਿੱਤਾ, ਇਹ ਮੇਰੀ ਭੈਣ ਵੀ ਹੈ ਤੇ ਧੀ ਵੀ। ਅੰਮ੍ਰਿਤਾ ਦਾ ਜਵਾਬ ਸੁਣ ਕੇ ਮੈਂ ਬਹੁਤ ਖੁਸ਼ ਹੋਈ ਸੀ। ਮੈਨੂੰ ਲੱਗਿਆ ਸੀ ਅਜਿਹਾ ਵਿਸ਼ੇਸ਼ ਰਿਸ਼ਤਾ ਸ਼ਾਇਦ ਉਹਦਾ ਸਿਰਫ ਮੇਰੇ ਨਾਲ ਹੀ ਸੀ, ਪਰ ਨਹੀਂ, ਅਜਿਹਾ ਵਿਸ਼ੇਸ਼ ਰਿਸ਼ਤਾ ਉਹਦਾ ਸਮੁੱਚੇ ਪੰਜਾਬੀ ਸਾਹਿਤ ਨਾਲ ਹੈ। ਪੌਣੀ ਸਦੀ ਤੋਂ ਸਾਡੇ ਨਾਲ ਹੈ। ਵਕਤ ਉਹਦੇ ਉੱਪਰੋਂ ਦੀ ਨਹੀਂ ਲੰਘਿਆ, ਸਗੋਂ ਉਹ ਵਕਤ ਦੇ ਉੱਪਰ ਦੀ ਲੰਘੀ ਹੈ, ਜਿਸ ਕਰਕੇ ਸਾਡੇ ਤੋਂ ਪਹਿਲੀ ਪੀੜ੍ਹੀ ਦੀ ਹੋਣ ਦੇ ਬਾਵਜੂਦ ਵੀ ਉਹ ਸਾਡੀ ਸਮਕਾਲੀ ਹੈ, ਸੋਚ ਦੇ ਪੱਖ ਤੋਂ ਵੀ ਤੇ ਕਲਾ ਦੇ ਪੱਖ ਤੋਂ ਵੀ।
ਇਸੇ ਲਈ ਪੰਜਾਬੀ ਸਾਹਿਤ ਦਾ ਕੋਈ ਵੀ ਜ਼ਿਕਰ ਉਹਦੇ ਹਵਾਲੇ ਤੋਂ ਬਿਨਾਂ ਪੂਰਾ ਨਹੀਂ। ਇਹ ਠੀਕ ਹੈ ਕਿ ਉਹ ਕੋਈ ਦਾਰਸ਼ਨਿਕ ਨਹੀਂ, ਉਹ ਕਿਸੇ ਖਾਸ ਵਿਚਾਰਧਾਰਾ ਨਾਲ ਵਚਨਬੱਧ ਨਹੀਂ, ਸਗੋਂ ਵਾਲਟ ਵਿਟਮੈਨ ਵਾਂਗ ਉਹ ਤਾਂ ਬਾਂਸ ਦੀ ਪੂਰੀ ਹੈ ਜਿਸ ਵਿੱਚੋਂ ਲੰਘਦੀ ਹਵਾ ਸੰਗੀਤ ਪੈਦਾ ਕਰਦੀ ਰਹਿੰਦੀ ਹੈ। ਲਿਖਣਾ ਉਹਦਾ ਸਹਿਜ ਕਰਮ ਹੈ। ਮੈਂ ਉਹਦੀ ਬੋਲੀ ਤੋਂ ਵੀ ਪ੍ਰਭਾਵਿਤ ਨਹੀਂ, ਕਿਉਂਕਿ ਉਹਦੀ ਬੋਲੀ ਐਡੀ ਨਿੱਜੀ ਹੈ ਕਿ ਕੋਈ ਦੂਸਰਾ ਜੇ ਉਹਨੂੰ ਵਰਤੇਗਾ ਤਾਂ ਉਹ ਉਹਦੀ ਨਕਲ ਲੱਗੇਗੀ। ਮੈਨੂੰ ਉਹਦੀ ਰਚਨਾ ਇਸ ਲਈ ਚੰਗੀ ਲੱਗਦੀ ਹੈ ਕਿ ਉਹਨੂੰ ਪੜ੍ਹਦਿਆਂ ਤੁਸੀਂ ਆਪਣੇ ਆਪ ਵੱਲ ਪਰਤ ਪੈਂਦੇ ਹੋ। ਆਪਣੇ ਆਪ ਦੀ ਤਲਾਸ਼ ਤੋਂ ਬੇਮੁਖ ਹੋਏ ਆਮ ਤੌਰ ਉੱਪਰ ਅਸੀਂ ਆਪੇ ਨੂੰ ਭੁੱਲਣ ਦੇ ਆਰ 'ਚ ਰਹਿੰਦੇ ਹਾਂ। ਉਹਦੀ ਲਿਖਤ ਆਪੇ ਦੀਆਂ ਡੂੰਘਾਣਾਂ 'ਚ ਉੱਥੇ ਤੱਕ ਪਹੁੰਚ ਜਾਂਦੀ ਹੈ ਜਿੱਥੇ ਧਰਤੀ ਹੇਠਲਾ ਪਾਣੀ ਲੱਭ ਜਾਂਦਾ ਹੈ, ਜਿੱਥੇ ਪਹੁੰਚ ਕੇ ਸਮਝ ਲੱਗਦੀ ਹੈ ਕਿ ਜਿੱਥੋਂ ਮਰਜ਼ੀ ਧਰਤੀ ਪੁੱਟੋ ਪਾਣੀ ਲੱਭ ਹੀ ਜਾਏਗਾ ਤੇ ਪਾਣੀ ਦੀ ਜਾਤ ਹਰ ਥਾਂ ਇੱਕੋ ਰਹਿੰਦੀ ਹੈ। ਇਉਂ ਅਸੀਂ ਆਪੇ ਦੇ ਸਰੋਤ ਨਾਲ ਜਾ ਜੁੜਦੇ ਹਾਂ। ਉੱਥੇ ਪਹੁੰਚ ਕੇ ਸਵੈ ਤੇ ਪਰ ਨਾਲ ਰਿਸ਼ਤਿਆਂ ਦੇ ਰੰਗ ਹੀ ਬਦਲ ਜਾਂਦੇ ਹਨ। ਇਹੋ ਜਿਹੀ ਕਰਾਮਾਤੀ ਸ਼ਕਤੀ ਮੈਨੂੰ ਓਸ਼ੋ ਰਜਨੀਸ਼ ਦੀਆਂ ਰਚਨਾਵਾਂ ਤੋਂ ਬਿਨਾਂ ਕਿਧਰੇ ਨਹੀਂ ਲੱਭੀ। ਮੈਂ ਗੁਰਬਾਣੀ ਦੀ ਕੀਮਤ ਅਤੇ ਅਹਿਮੀਅਤ ਤੋਂ ਮੁਨਕਰ ਨਹੀਂ, ਪਰ ਗੁਰਬਾਣੀ ਪਹੁੰਚੇ ਹੋਏ ਬੰਦਿਆਂ ਦੀ ਬਾਣੀ ਹੈ, ਜਿਹੜੇ ਦਰਿਆ ਦੇ ਪਾਰਲੇ ਕੰਢੇ ਖੜੋਤੇ ਆਖ ਰਹੇ ਨੇ, ਲੰਘ ਆਓ, ਪਾਰ ਲੰਘ ਆਓ। ਪਰ ਓਸ਼ੋ ਤਰਨ ਵੇਲੇ ਵੀ ਤੇ ਡੁੱਬਣ ਵੇਲੇ ਵੀ ਸਾਡੇ ਨਾਲ ਹੁੰਦਾ ਹੈ ਤੇ ਅੰਮ੍ਰਿਤਾ ਉਸ ਰਾਹ ਦੀ ਦੱਸ ਪਾਉਂਦੀ ਹੈ ਜਿੱਥੋਂ ਦੀ ਲੰਘ ਕੇ ਕੋਈ ਆਖ ਸਕਦਾ ਹੈ, ਲਹਿਰਾਂ ਪਾਣੀ ਹਨ ਤੇ ਸਮੁੰਦਰ ਵੀ ਪਾਣੀ ਹੀ ਹੈ। ਵੇਵਸ ਆਰ ਵਾਟਰ ਐਂਡ ਸੋ ਇਜ਼ ਦ ਸੀ। ਕਈ ਲੋਕ ਮੇਰੀ ਇਸ ਗੱਲ ਉੱਪਰ ਇਤਬਾਰ ਨਹੀਂ ਕਰਨਗੇ ਕਿਉਂਕਿ ਉਹ ਅੰਮ੍ਰਿਤਾ ਦੇ ਲੰਘਣੋਂ ਮੁਨਕਰ 16ਵੇਂ ਵਰ੍ਹੇ ਦੇ ਕੋਲ ਹੀ ਖੜੋ ਜਾਂਦੇ ਨੇ ਤੇ ਗਿਲਾ ਕਰਦੇ ਨੇ, ਇਹ ਵੀ ਕੋਈ ਉਮਰ ਹੈ ਹੁਸਨ ਇਸ਼ਕ ਦੀਆਂ ਗੱਲਾਂ ਕਰਨ ਦੀ। ਕੁਮਰ ਸਵਾਮੀ ਆਖਦਾ ਹਿੰਦੁਸਤਾਨ ਇੱਕੋ ਵੇਲੇ ਕਈ ਸਦੀਆਂ 'ਚ ਜਿਉਂਦਾ ਹੈ ਤੇ ਇਹਦੇ ਉਲਟ ਅੰਮ੍ਰਿਤਾ ਵਿੱਚ ਇੱਕੋ ਵੇਲੇ ਕਈ ਸਦੀਆਂ ਜਿਉਂਦੀਆਂ ਹਨ। ਲੋਕਾਂ ਦੇ ਕਈ ਗਿਲੇ ਸ਼ਿਕਵਿਆਂ ਦੇ ਬਾਵਜੂਦ ਮੈਂ ਅੰਮ੍ਰਿਤਾ ਦੇ ਪੰਜਾਬੀ ਸਾਹਿਤ ਸਿਰ ਰਿਣ ਨੂੰ ਭੁਲਾ ਨਹੀਂ ਸਕਦੀ। ਬਹੁਤ ਪਹਿਲਾਂ ਉਸ ਬਾਰੇ ਮੈਂ ਲਿਖਿਆ ਸੀ, ਅੰਮ੍ਰਿਤਾ ਪ੍ਰੀਤਮ ਇੱਕ ਪਰੀ ਕਥਾ, ਤੇ ਉਸ ਵਿਚਲੇ ਸੱਚ ਤੋਂ ਮੈਂ ਅੱਜ ਵੀ ਇਨਕਾਰੀ ਨਹੀਂ। ਮੈਂ ਜਦੋਂ ਵੀ ਦਿੱਲੀ ਜਾਂਦੀ ਅੰਮ੍ਰਿਤਾ ਨੂੰ ਮਿਲਣਾ ਜ਼ਰੂਰੀ ਹੁੰਦਾ ਸੀ, ਪਰ ਅੰਮ੍ਰਿਤਾ ਦੇ ਘਰ ਦੇ ਬਿਲਕੁਲ ਨੇੜੇ ਹਾਊਸ ਖਾਸ ਵਿੱਚ ਕਰਤਾਰ ਸਿੰਘ ਦੁੱਗਲ ਦਾ ਵੀ ਘਰ ਸੀ। ਉੱਥੇ ਮੈਂ ਕਦੀ ਨਹੀਂ ਸੀ ਜਾਂਦੀ। ਗੁਆਂਢੀ ਘਰ, ਮੇਰਾ ਮਤਲਬ ਹੈ ਅੰਮ੍ਰਿਤਾ ਦੇ ਘਰ ਨੇ ਦੁੱਗਲ ਦੇ ਘਰ ਵੱਲ ਆਪਣਾ ਦਰਵਾਜ਼ਾ ਭੀੜਿਆ ਹੋਇਆ ਸੀ। ਮੈਂ ਅੰਮ੍ਰਿਤਾ ਨੂੰ ਨਾਰਾਜ਼ ਕਰਨਾ ਨਹੀਂ ਸੀ ਚਾਹੁੰਦੀ। ਉਂਝ ਮੈਂ ਆਪਣੇ PhD ਦੇ ਥੀਸਿਸ ਵਿੱਚ ਕਹਾਣੀਕਾਰ ਦੁੱਗਲ ਉੱਪਰ ਸਭ ਤੋਂ ਵੱਧ ਲਿਖਿਆ ਸੀ। ਮੈਂ ਉਹਦੀ ਇੰਨਾ ਲਿਖ ਸਕਣ ਦੀ ਸ਼ਕਤੀ ਦੀ ਕਾਇਲ ਸੀ। ਮੈਂ ਵੀ ਸਮਝਦੀ ਸੀ ਕਿ ਦੁੱਗਲ ਦੀਆਂ ਕੁਝ ਕਹਾਣੀਆਂ ਜ਼ਰੂਰ ਵਿਸ਼ਵ ਦੀਆਂ ਚੰਗੀਆਂ ਤੋਂ ਚੰਗੀਆਂ ਕਹਾਣੀਆਂ ਦੇ ਮੁਕਾਬਲੇ ਦੀਆਂ ਸਨ। ਮੈਨੂੰ ਇਹ ਵੀ ਪਤਾ ਸੀ ਪੰਜਾਬੀ ਕਹਾਣੀ ਨੂੰ ਯੁੱਗ ਬੋਧ ਦੀ ਧਾਰਨੀ ਬਣਾਉਣ ਵਿੱਚ ਦੁੱਗਲ ਨੇ ਸਭ ਤੋਂ ਵੱਧ ਹਿੱਸਾ ਪਾਇਆ, ਤੇ ਮੈਂ ਵੀ ਜਾਣਦੀ ਸੀ ਕਿ ਦਰਿਆਵਾਂ ਵਰਗੇ ਇਹ ਲੋਕ ਮੁੜ ਨਹੀਂ ਲੱਭਦੇ। ਫਿਰ ਵੀ ਮੈਂ ਹਮੇਸ਼ਾ ਉਹਨਾਂ ਦੇ ਘਰ ਦੇ ਕੋਲੋਂ ਹੋ ਕੇ ਪਰਤ ਆਉਂਦੀ ਰਹੀ। ਪਟਿਆਲੇ ਯੂਨੀਵਰਸਿਟੀ 'ਚ ਦੁੱਗਲ ਹੋਰੀ ਆਏ ਤਾਂ ਸਾਡੇ ਘਰ ਵੀ ਆ ਗਏ। ਮੈਂ ਹੈਰਾਨ ਹੋਈ। ਉਹਨਾਂ ਨੇ ਮੇਰੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ। ਮੈਨੂੰ ਬਿਨਾਂ ਦੱਸੇ, ਬਿਨਾਂ ਜਤਲਾਏ ਉਹਨਾਂ ਨੇ 1-2 ਕਿਤਾਬਾਂ ਦੇ ਰਿਵਿਊ ਵੀ ਕੀਤੇ ਹੋਏ ਸਨ ਤੇ ਮੇਰੇ ਲਈ ਆਪਣੀ ਨਵੀਂ ਕਿਤਾਬ ਵੀ ਲੈ ਕੇ ਆਏ ਸਨ। ਬੜੀ ਸ਼ਰਮ ਆਈ ਮੈਨੂੰ ਕਿ ਕਈ ਵਾਰ ਅਸੀਂ ਕਿੱਡੀ ਬੇਇਨਸਾਫੀ ਕਰਦੇ ਹਾਂ ਦੂਸਰੇ ਲੋਕਾਂ ਨਾਲ। ਉਹਨਾਂ ਦੀ ਕਿਤਾਬ ਫੁੱਲਾਂ ਦਾ ਸਾਥ ਦਾ ਆਰਸੀ ਵਿੱਚ ਜਦੋਂ ਮੈਂ ਰਿਵਿਊ ਅਖਬਾਰੀ ਸੁਭਾਅ ਵਾਲੀ ਲਿਖਤ ਆਖ ਕੇ ਕੀਤਾ ਤਾਂ ਮੈਨੂੰ ਯਕੀਨ ਸੀ ਹੁਣ ਦੁੱਗਲ ਹੋਰੀ ਜ਼ਰੂਰ ਮੇਰੇ ਨਾਲ ਨਾਰਾਜ਼ ਹੋ ਜਾਣਗੇ, ਪਰ ਉਹ ਨਾਰਾਜ਼ ਉੱਕਾ ਹੀ ਨਹੀਂ ਹੋਏ। ਨਾਰਾਜ਼ ਹੋਣਾ ਤਾਂ ਇੱਕ ਪਾਸੇ ਰਿਹਾ, ਉਹਨਾਂ ਉਸ ਰਿਵਿਊ ਦਾ ਕਦੇ ਜ਼ਿਕਰ ਤੱਕ ਨਾ ਕੀਤਾ। ਸਾਹਿਤ ਵਿੱਚ ਪਲ ਛਿਨ ਬਦਲਦੇ ਜਟਿਲ ਤਰਲ ਪਲਾਂ ਨੂੰ ਫੜਨ ਵਾਲਾ ਦੁੱਗਲ ਜ਼ਿੰਦਗੀ 'ਚ ਬੜਾ ਸਰਲ, ਸਹਿਜ ਤੇ ਸੁਹਿਰਦ ਹੈ। ਕਿਸੇ ਦੀ ਨਿੰਦਾ ਚੁਗਲੀ ਲਈ ਉਸ ਕੋਲ ਵੇਲ ਨਹੀਂ। ਹਾਂ, ਕਿਸੇ ਦੀ ਵਧੀਆ ਕਿਤਾਬ ਛਪ ਜਾਏ ਤਾਂ ਉਸ ਕੋਲੋਂ ਪੜ੍ਹੇ ਬਿਨਾਂ ਰਹਿ ਨਹੀਂ ਹੁੰਦਾ। ਉਹਨੂੰ ਕਿਸੇ ਦੀ ਚੰਗੀ ਰਚਨਾ ਨਾਲ ਈਰਖਾ ਨਹੀਂ ਹੁੰਦੀ, ਸਗੋਂ ਪੜ੍ਹ ਕੇ ਅਖਬਾਰਾਂ ਰਸਾਲਿਆਂ ਰਾਹੀਂ ਦੂਜੇ ਲੋਕਾਂ ਨੂੰ ਵੀ ਦੱਸੇਗਾ ਕਿ ਫਲਾਣੇ ਨੇ ਫਲਾਣੀ ਚੀਜ਼ ਕਿੱਡੀ ਵਧੀਆ ਲਿਖੀ ਹੈ। ਲੱਗਦਾ ਹੈ ਦੁੱਗਲ ਸਾਹਿਤ ਸਿਰਫ ਲਿਖਦਾ ਨਹੀਂ, ਸਾਹਿਤ ਜਿਉਂਦਾ ਵੀ ਹੈ। ਨਿਰਸੰਦੇਹ ਦੁੱਗਲ ਪੰਜਾਬੀ ਸਾਹਿਤ ਦੀ ਅੱਧੀ ਸਦੀ ਹੈ। ਪਿਛਲੀ ਵਾਰੀ ਜਦੋਂ ਮੈਂ ਦਿੱਲੀ ਗਈ ਤਾਂ ਅੰਮ੍ਰਿਤਾ ਪ੍ਰੀਤਮ ਹੋਰਾਂ ਵੱਲ ਜਾਣ ਤੋਂ ਪਹਿਲਾਂ ਦੁੱਗਲ ਹੋਰਾਂ ਨੂੰ ਤੇ ਉਹਨਾਂ ਦੀ ਵਹੁਟੀ ਆਇਸ਼ਾ ਨੂੰ ਮਿਲਣ ਗਈ। ਮੈਂ ਇਹ ਗੱਲ ਅੰਮ੍ਰਿਤਾ ਨੂੰ ਦੱਸ ਵੀ ਦਿੱਤੀ। ਉਹ ਨਾਰਾਜ਼ ਨਹੀਂ ਹੋਈ। ਦੁੱਗਲ ਹੋਰਾਂ ਦੇ ਘਰ ਵੱਲ ਢੋਇਆ ਹੋਇਆ ਅੰਮ੍ਰਿਤਾ ਦੇ ਘਰ ਦਾ ਬੂਹਾ ਦੁੱਗਲ ਹੋਰਾਂ ਦੇ ਘਰ ਵੱਲੋਂ ਆਉਂਦੀ ਹਵਾ ਕਾਰਨ ਸ਼ਾਇਦ ਆਪਣੇ ਆਪ ਖੁੱਲ੍ਹ ਗਿਆ ਸੀ
ਜਾਂ ਸ਼ਾਇਦ ਫਿਰ ਅਮਰਤਾ ਹੋਰਾਂ ਨੂੰ ਵੀ ਲੱਗਿਆ ਸੀ ਕਿ ਮੈਂ ਤੇ ਦੁੱਗਲ ਨੇ ਹਮੇਸ਼ਾ ਇੱਥੇ ਹੀ ਤਾਂ ਨਹੀਂ ਬੈਠੇ ਰਹਿਣਾ, ਅਤੇ ਦਿੱਲੀ 'ਚ ਅਜੀਤ ਵੀ ਰਹਿੰਦੀ ਹੈ। ਅਜੀਤ ਦੀਆਂ ਕਹਾਣੀਆਂ ਤੋਂ ਵੱਧ ਅਜੀਤ ਬਾਰੇ ਕਹਾਣੀਆਂ ਲੋਕਾਂ ਵਿੱਚ ਪ੍ਰਚਲਿਤ ਹਨ। ਦਿੱਲੀ ਤੇ ਦਿੱਲੀ ਤੋਂ ਬਾਹਰਲੇ ਲੋਕਾਂ ਨੂੰ ਅਜੀਤ ਨੂੰ ਮਿਲੇ ਬਿਨਾਂ ਵੀ ਨਹੀਂ ਸੀ ਸਰਦਾ, ਤੇ ਮਿਲ ਕੇ ਉਸ ਬਾਰੇ ਯੱਕੜ ਮਾਰੇ ਬਿਨਾਂ ਵੀ ਨਹੀਂ ਸੀ ਸਰਦਾ। ਇੱਕ ਆਲੋਚਕ ਨੇ ਇੱਕ ਅਖਬਾਰ 'ਚ ਉਹਦੀਆਂ ਕਹਾਣੀਆਂ ਦੀ ਬੜੀ ਨਿੰਦਾ ਕੀਤੀ ਹੋਈ ਸੀ, ਤੇ ਉਸ ਅਖਬਾਰ ਵਿੱਚ ਉਹਨਾਂ ਹੀ ਕਹਾਣੀਆਂ ਦੀ ਉਸੇ ਆਲੋਚਕ ਨੇ ਕੁਝ ਚਿਰ ਮਗਰੋਂ ਬੜੀ ਪ੍ਰਸ਼ੰਸਾ ਕੀਤੀ ਹੋਈ ਸੀ। ਮੈਂ ਆਪ ਜਦੋਂ ਉਹਦੀਆਂ ਕਹਾਣੀਆਂ ਪੜ੍ਹੀਆਂ ਤਾਂ ਲੱਗਿਆ, ਅਜਿਹਾ ਅੰਦਾਜ਼ੇ ਬਿਆਨ ਪੰਜਾਬੀ 'ਚ ਹੋਰ ਕਿਸੇ ਕੋਲ ਨਹੀਂ। ਉਹ ਬੋਲੀ ਨੂੰ ਸਿਰਫ ਵਰਤਦੀ ਨਹੀਂ, ਬੋਲੀ ਨੂੰ ਸਿਰਜਦੀ ਹੈ। ਅੰਤਾਂ ਦਾ ਮੋਹ ਤੇ ਅੰਤਾਂ ਦਾ ਰੋਹ ਉਸ ਵਾਂਗ ਹੋਰ ਕੋਈ ਨਹੀਂ ਬਿਆਨ ਕਰ ਸਕਦਾ। ਬੇਬਾਕੀ ਉਸ ਕੋਲ ਮਰਦਾਂ ਵਰਗੀ ਹੈ। ਇਸੇ ਕਾਰਨ ਪੰਜਾਬ ਦੇ ਵੱਡੇ ਟੁੱਕੇ ਸੋਗੀ ਵਰਤਮਾਨ ਬਾਰੇ ਉਹ ਨਾ ਮਾਰੋ ਵਰਗੀ ਜੁਰਤ ਵਾਲੀ ਕਹਾਣੀ ਲਿਖ ਸਕੀ ਹੈ। ਅਸਲ ਵਿੱਚ ਉਹਦੀਆਂ ਕਹਾਣੀਆਂ ਉਹਨਾਂ ਲੋਕਾਂ ਦੀ ਗੱਲ ਕਰਦੀਆਂ ਹਨ ਜਿਨ੍ਹਾਂ ਲਈ ਵਿਗਿਆਨ ਦੇ ਕਾਰਨ ਕਰਮ ਨਿਯਮ ਨੇ ਸਾਰੇ ਪੁਰਾਤਨ ਨਿਯਮਾਂ, ਕੀਮਤਾਂ, ਸਿਧਾਂਤਾਂ ਤੇ ਆਦਰਸ਼ਾਂ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ, ਜੋ ਜੜ੍ਹਹੀਣ ਹੋ ਗਏ ਹਨ, ਜਿਨ੍ਹਾਂ ਦੇ ਜੀਵਨ ਦਾ ਕੋਈ ਨਿਸ਼ਚਿਤ ਸਿਧਾਂਤ ਨਹੀਂ, ਕਿਸੇ ਕਾਇਦੇ ਕਾਨੂੰਨ ਦੇ ਉਹ ਪਾਬੰਦ ਨਹੀਂ, ਨਾ ਕਿਸੇ ਨੈਤਿਕਤਾ ਦੇ ਉਹ ਪਾਲਕ ਹਨ। ਜਿਉਣਾ ਉਹਨਾਂ ਲਈ ਮਹਿਜ਼ ਇੱਕ ਆਦਤ ਹੈ। ਅੱਜ ਦੀ ਜ਼ਿੰਦਗੀ ਦਾ ਇਹੋ ਸੱਚ ਹੈ, ਤੇ ਅਜੀਤ ਇਸ ਸੱਚ ਨੂੰ ਸਵੀਕਾਰ ਕਰਕੇ ਤੁਰਦੀ ਹੈ। ਪਰ ਕਦੇ ਆਖਣ ਨੂੰ ਮਨ ਕਰਦਾ, ਅਜੀਤ, ਇਹ ਅੱਜ ਦਾ ਸੱਚ ਤਾਂ ਹੈ, ਪਰ ਸਾਰੇ ਸਮਿਆਂ ਦਾ ਸੱਚ ਨਹੀਂ। ਮੈਂ ਜਦੋਂ ਵੀ ਕਿਸੇ ਨਾਲ ਅਜੀਤ ਦੀ ਗੱਲ ਕਰਦੀ ਤਾਂ ਅਗਲੇ ਨੂੰ ਬੋਝੇ ਵਿੱਚੋਂ ਕੱਢ ਕੇ ਕੋਈ ਨਾ ਕੋਈ ਮੈਲੀ ਗੱਲ ਹੱਥ ਵਿੱਚ ਫੜੀ ਖੜਾ ਦੇਖਦੀ। ਪਰ ਜਦੋਂ ਖਾਨਾ ਬਦੋਸ਼ ਵਿੱਚ ਮੈਂ 101 ਅੱਗ ਬੁਝਾਉਣ ਲਈ ਫੋਨ ਨੰਬਰ ਪੜ੍ਹਿਆ ਤਾਂ ਬਹੁਤ ਰੋਈ। ਉਸ ਰੋਣ 'ਚ ਝੂਠੀਆਂ ਸੱਚੀਆਂ ਸਭ ਮੈਲੀਆਂ ਸੋਚਾਂ ਦਾ ਜ਼ਿਕਰ ਹੜ ਗਿਆ। 101 ਦੇ ਅਖੀਰ ਵਿੱਚ 21 ਵਰ੍ਹਿਆਂ ਦੀ ਸੜ ਕੇ ਮਰ ਗਈ ਧੀ ਦੇ ਸੰਸਕਾਰ ਮਗਰੋਂ ਦੀ ਹਾਲਤ ਬਾਰੇ ਉਹ ਲਿਖਦੀ ਹੈ। ਸ਼ਾਮ ਵੇਲੇ ਫੇਰ ਉੱਥੇ ਗਏ। ਉਹਨਾਂ ਲੋਕਾਂ ਨੇ ਇੱਕ ਛੋਟਾ ਲੱਕੜ ਦਾ ਬਕਸਾ ਸਾਡੇ ਹਵਾਲੇ ਕਰ ਦਿੱਤਾ, ਜਿਸ ਉੱਤੇ ਲਾਲ ਮੋਹਰਾਂ ਲੱਗੀਆਂ ਹੋਈਆਂ ਸਨ। ਬਕਸੇ ਨੂੰ ਕਲੇਜੇ ਨਾਲ ਲਾ ਕੇ ਮੈਂ ਬਾਹਰ ਨਿਕਲੀ। ਇੰਜ ਲੱਗਣ ਲੱਗ ਪਿਆ ਕੈਂਡੀ ਹੁਣ ਮੇਰੇ ਕੋਲ ਹੈ। ਬਾਹਰ ਬੈਂਚਾਂ ਤੇ ਬਜ਼ੁਰਗ ਔਰਤਾਂ ਤੇ ਮਰਦ ਬੈਠੇ ਸਨ, ਸਿਰ ਝੁਕਾ ਕੇ, ਚੁੱਪਚਾਪ। ਲੱਗਾ ਮੈਂ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਸਫੈਦ ਵਾਲਾਂ ਨਾਲ ਉਹਨਾਂ ਹੀ ਬੈਂਚਾਂ ਤੇ ਬੈਠੀ ਰਹਾਂਗੀ ਹੁਣ। ਹਾਂ ਦੋਸਤੋ, ਮੈਂ ਅਜੇ ਤੱਕ ਉਹਨਾਂ ਬੈਂਚਾਂ ਤੇ ਬੈਠੀ ਹਾਂ, ਲੀਓ ਦੀ ਕਬਰਗਾਹ 'ਚ ਪਏ ਬੈਂਚਾਂ ਉੱਤੇ। ਸੱਚ ਕਹਿੰਦੀ ਹਾਂ, ਦਿਨ ਰਾਤ ਉੱਥੇ ਬੈਠੀ ਰਹਿੰਦੀ ਹਾਂ, ਸਿਰ ਝੁਕਾ ਕੇ। ਧੁੱਪ ਚੜ੍ਹਦੀ ਵੀ ਏ, ਲਹਿ ਵੀ ਜਾਂਦੀ ਏ। ਮੈਂ ਉਹਨਾਂ ਸਾਰਿਆਂ ਦਾ ਖਿਆਲ ਰੱਖਦੀ ਹਾਂ, ਕਿਉਂਕਿ ਉਹ ਮੇਰੀ ਕੈਂਡੀ ਦੇ ਮਹੱਲੇ ਵਿੱਚ ਜੋ ਰਹਿੰਦੇ ਹੋਏ, ਮੇਰੀ ਕੈਂਡੀ ਦੇ ਗੁਆਂਢੀ। ਇਹ ਪੜ੍ਹਦਿਆਂ ਭਰੀਆਂ ਅੱਖਾਂ ਨਾਲ ਮੈਂ ਅਜੀਤ ਨੂੰ ਲਿਖਿਆ ਸੀ, ਅਜੀਤ, ਤੂੰ ਉਤਾਰ ਝਾਕ ਕੇ ਦੇਖ ਲੈ, ਅਸੀਂ ਕੁਝ ਕੁ ਤੇਰੇ ਸਮਕਾਲੀ ਉੱਥੇ ਲੀਓ ਦੀ ਕਬਰਗਾਹ 'ਚ ਤੇਰੇ ਕੋਲ ਖਲੋਤੇ ਹੋਏ ਆ, ਸਿਰ ਝੁਕਾ ਕੇ, ਚੁੱਪਚਾਪ। ਪੰਜਾਬੀ ਸਮਾਜ ਉਹਨੂੰ ਕੁਝ ਵੀ ਸਮਝੇ, ਪੰਜਾਬੀ ਸਾਹਿਤ ਉਸ ਲਈ ਹਮੇਸ਼ਾ ਰਿਣੀ ਰਹੇਗਾ, ਕਿਉਂਕਿ ਅਜੀਤ ਜਦੋਂ ਨਹੀਂ ਵੀ ਜਿਉਂਦੀ ਹੋਏਗੀ, ਉਹਦੀ ਰਚਨਾ ਉਸ ਵੇਲੇ ਵੀ ਹੋਏਗੀ। ਤੁਸੀਂ ਕਹੋਗੇ ਇਹਨਾਂ ਗੱਲਾਂ ਨਾਲ ਮੇਰੀ ਸਾਹਿਤਕ ਸਵੈ ਜੀਵਨੀ ਦਾ ਕੀ ਤਾਲੁਕ ਹੈ? ਮੇਰੀ ਸਮਰੱਥਾ ਦੇ ਮਾਪ ਤੋਲ ਵੀ ਤਾਂ ਇਹੀ ਲੋਕ ਹਨ, ਮੇਰੇ ਸਮਕਾਲੀ ਤੇ ਮੇਰੇ ਵਿਦਿਆਰਥੀ। ਉਹਨਾਂ ਬਾਰੇ ਲਿਖਣ ਲੱਗਾ ਤਾਂ ਪੂਰੀ ਕਿਤਾਬ ਹੀ ਉਹਨਾਂ ਬਾਰੇ ਲਿਖਣੀ ਪਏਗੀ। ਉਹਨਾਂ ਦਾ ਕਰਜ਼ਾ ਲਾਉਣ ਲਈ ਹੀ ਤਾਂ ਕਥਾ ਕੋਕੂਨਸ ਦੀ ਨਾਵਲ ਦੇ ਸਮਰਪਣ ਵੇਲੇ ਮੈਂ ਲਿਖਿਆ ਸੀ, ਆਪਣੇ ਵਿਦਿਆਰਥੀਆਂ ਦੇ ਨਾਮ, ਜਿਨ੍ਹਾਂ ਤੋਂ ਮੈਂ ਬੜਾ ਕੁਝ ਸਿੱਖਿਆ ਹੈ। ਮੈਂ ਕਿਧਰੇ ਲਿਖਿਆ ਸੀ ਕਿ ਕੋਈ ਵੀ ਲੇਖਕ ਆਪਣੇ ਨਾਲੋਂ ਵੱਡੀ ਰਚਨਾ ਨਹੀਂ ਕਰ ਸਕਦਾ, ਤੇ ਜਿੱਡੀਆਂ ਕੁ ਮੇਰੀਆਂ ਰਚਨਾਵਾਂ ਹਨ, ਉਹਨਾਂ ਦੇ ਪਿੱਛੇ ਜਿੱਡੀ ਕੁ ਵੀ ਮੈਂ ਹਾਂ, ਉਹਨੂੰ ਸਿਰਜਣ ਵਿੱਚ ਮੇਰੇ ਵਿਦਿਆਰਥੀਆਂ ਦਾ ਵੀ ਹੱਥ ਹੈ, ਤੇ ਉਹਨਾਂ ਦੇ ਆਖਣ ਅਨੁਸਾਰ ਮੇਰਾ ਬੜਾ ਕੁਝ ਉਹਨਾਂ ਦੀ ਜ਼ਿੰਦਗੀ 'ਚ ਰਲ ਗਿਆ ਹੈ। ਇਸੇ ਲਈ ਨਾ ਮੈਂ ਉਹਨਾਂ ਨੂੰ ਕਦੇ ਓਪਰੀ ਲੱਗਦੀ ਹਾਂ, ਤੇ ਨਾ ਹੀ ਉਹ ਕਦੇ ਮੈਨੂੰ ਓਪਰੇ ਲੱਗਦੇ ਹਨ। ਤੇ ਮੇਰੇ ਘਰਦਿਆਂ ਨੂੰ ਕਈ ਵਾਰੀ ਗਿਲਾ ਹੋ ਜਾਂਦਾ ਹੈ ਕਿ ਮੈਨੂੰ ਆਪਣਿਆਂ ਤੇ ਬੇਗਾਨਿਆਂ 'ਚ ਫਰਕ ਹੀ ਨਹੀਂ ਯਾਦ ਰਹਿ ਜਾਂਦਾ। ਉਹ ਮੇਰੇ ਖੰਭ ਬਣੇ ਹੋਏ ਹਨ, ਜਿਨ੍ਹਾਂ ਨੇ ਜ਼ਿੰਦਗੀ 'ਚ ਮੈਨੂੰ ਕਦੇ ਕਿਸੇ ਗੱਲ ਲਈ ਥੋੜ੍ਹਨ ਨਹੀਂ ਦਿੱਤਾ। ਇਹਨਾਂ ਸਾਰਿਆਂ ਦੀਆਂ ਪ੍ਰਾਪਤੀਆਂ ਸੱਚ ਜਾਣੋ ਮੈਨੂੰ ਆਪਣੀਆਂ ਹੀ ਪ੍ਰਾਪਤੀਆਂ ਲੱਗਦੀਆਂ ਹਨ, ਜਿਸ ਕਰਕੇ ਇੱਕ ਵਾਰੀ ਮੈਂ ਆਖਿਆ ਸੀ, ਕਦੇ ਨੀਟਸ਼ੇ ਦੀ ਮਾਂ ਕਾਰਨ
ਲੋਕ ਨੀਟਸ਼ੇ ਨੂੰ ਜਾਣਦੇ ਸਨ ਤੇ ਅੱਜ ਅਸੀਂ ਨੀਟਸ਼ੇ ਕਾਰਨ ਉਹਦੀ ਮਾਂ ਨੂੰ ਜਾਣਦੇ ਹਾਂ। ਇਹੋ ਜਿਹਾ ਹੀ ਕੁਝ ਮੇਰਾ ਹਾਲ ਹੈ। ਕਦੀ ਇਹ ਵਿਦਿਆਰਥੀ ਮੇਰੇ ਵਿਦਿਆਰਥੀ ਹੋਣ ਕਰਕੇ ਜਾਣੇ ਜਾਂਦੇ ਸਨ, ਪਰ ਅੱਜ ਮੈਂ ਉਹਨਾਂ ਦੀ ਟੀਚਰ ਹੋਣ ਕਰਕੇ ਜਾਣੀ ਜਾਂਦੀ ਹਾਂ ਤੇ ਮੈਂ ਬਹੁਤ ਖੁਸ਼ ਹਾਂ। ਇਹ ਹੋ ਨਹੀਂ ਸਕਦਾ ਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਮੈਂ ਹਾਕ ਮਾਰਾਂ ਤੇ ਮੋੜਵਾਂ ਉੱਤਰ ਨਾ ਆਏ। ਇਹ ਵੀ ਨਹੀਂ ਹੋ ਸਕਦਾ ਕਿ ਉਹਨਾਂ ਵਿੱਚੋਂ ਕਿਸੇ ਦਾ ਵੀ ਕਦੇ ਮੈਨੂੰ ਪਤਾ ਭੁੱਲ ਜਾਏ। ਇੱਕ ਵਾਰੀ ਡਾਕਟਰ ਹਰਭਜਨ ਸਿੰਘ ਹੋਰੀ ਯੂਨੀਵਰਸਿਟੀ ਨੇ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਉੱਪਰ ਮਹੀਨੇ ਕੁ ਲਈ ਬੁਲਾਏ। ਵਿਭਾਗ ਵਿੱਚ ਵਿਦਿਆਰਥੀਆਂ ਦੇ ਨਾਲ ਮੈਂ ਵੀ ਉਹਨਾਂ ਦੇ ਵਿਦਵਤਾ ਭਰਪੂਰ ਭਾਸ਼ਣ ਸੁਣਦੀ ਰਹੀ। ਇੱਕ ਦਿਨ ਚਾਹ ਪੀਂਦੇ ਆਖਣ ਲੱਗੇ, ਮੈਂ ਤੇਰੇ ਨਾਵਲ ਸਰਕੰਡਿਆਂ ਦੇ ਦੇਸ਼ ਬਾਰੇ ਲਿਖਣਾ ਚਾਹੁੰਦਾ ਸੀ ਕਿ ਇੰਨੀਆਂ ਸਾਊ ਤਾਂ ਅੱਜ ਕੱਲ੍ਹ ਕੁੜੀਆਂ ਹੀ ਨਹੀਂ ਹੁੰਦੀਆਂ ਜਿਹੋ ਜਿਹੀ ਤੂੰ ਉਸ ਨਾਵਲ ਦੀ ਨਾਇਕਾ ਬਣਾ ਦਿੱਤੀ ਹੈ। ਦਿੱਲੀ ਸ਼ਾਇਦ ਨਾ ਹੁੰਦੀਆਂ, ਹੁਣ ਇੱਥੇ ਪੰਜਾਬ 'ਚ ਹੁੰਦੀਆਂ ਨੇ ਅਜਿਹੀਆਂ ਕੁੜੀਆਂ। ਮੈਂ ਹੱਸ ਕੇ ਕਿਹਾ, ਪਰ ਲਿਖ ਦੇਣਾ ਸੀ ਜਿਹੋ ਜਿਹੀ ਉਹ ਲੜਕੀ ਲੱਗੀ ਹੈ ਤੁਹਾਨੂੰ। ਮੈਂ ਡਰ ਗਿਆ। ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਤੇਰੇ ਵਿਦਿਆਰਥੀ ਤੈਨੂੰ ਇੰਨਾ ਚਾਹੁੰਦੇ ਨੇ ਕਿ ਜੇ ਤੂੰ ਆਖ ਦੇਵੇਂ ਕਿ ਡਾਕਟਰ ਨੂੰ ਜਾ ਕੇ ਨਹਿਰ 'ਚ ਰੁੜਾ ਆਓ ਤਾਂ ਪੁੱਛਣਗੇ ਨਹੀਂ ਕਿ ਕਿਉਂ ਰੁੜਾ ਆਈਏ, ਸਗੋਂ ਰੁੜਾ ਆ ਕੇ ਹੀ ਦੱਸਣਗੇ ਕਿ ਰੁੜਾ ਆਏ ਆ। ਡਾਕਟਰ ਹਰਭਜਨ ਸਿੰਘ ਹੋਰਾਂ ਨੇ ਜਦੋਂ ਦੱਸਿਆ, ਮੈਂ ਹੱਸ ਪਈ, ਪਰ ਮਗਰੋਂ ਮੈਨੂੰ ਖਿਆਲ ਆਇਆ ਕਿ ਡਾਕਟਰ ਸਾਹਿਬ ਸ਼ਾਇਦ ਠੀਕ ਆਖਦੇ ਸਨ ਕਿ ਇੰਨੀਆਂ ਸਾਊ ਤਾਂ ਅੱਜ ਕੱਲ੍ਹ ਕੁੜੀਆਂ ਹੀ ਨਹੀਂ ਹੁੰਦੀਆਂ। ਤੇ ਮੈਨੂੰ ਕਿੰਨੀਆਂ ਹੀ ਨਿੱਕੀਆਂ ਮੋਟੀਆਂ ਗੱਲਾਂ ਯਾਦ ਆਈਆਂ। ਅਤੇ ਕੁਝ ਚਿਰ ਮਗਰੋਂ ਡਾਕਟਰ ਹਰਭਜਨ ਸਿੰਘ ਨੇ ਮੈਨੂੰ ਆਰਸੀ ਦੀ ਮਾਰਫਤ ਇੱਕ ਚਿੱਠੀ ਲਿਖੀ, ਜਿਹਦਾ ਜਵਾਬ ਮੈਂ ਆਰਸੀ ਜਨਵਰੀ 81 ਵਿੱਚ ਹੀ ਇਸ ਤਰ੍ਹਾਂ ਦਿੱਤਾ ਸੀ। ਮੇਰੀ ਪੀਲੇ ਪੱਤਿਆਂ ਦੀ ਦਾਸਤਾਨ ਬਾਰੇ ਲਿਖੀ ਚਿੱਠੀ ਆਰਸੀ ਦੀ ਮਾਰਫਤ ਪਹੁੰਚ ਗਈ ਹੈ। ਮੈਂ ਤੇਰੀ ਗੱਲ ਕਹਿਣ ਦੀ ਜਾਂਚ ਦੀ ਦਾਦ ਦਿੰਦੀ ਹਾਂ। ਤੂੰ ਬੜੀ ਵਧੀਆ ਸਾਹਿਤਕ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਇਲਜ਼ਾਮ ਲਗਾਇਆ ਹੈ ਕਿ ਮੈਂ ਔਰਤ ਨੂੰ ਅਣਹੋਈ ਜਿਹੀ ਤੇ ਨਿਕੰਮੀ ਚੀਜ਼ ਮੰਨ ਬੈਠੀ ਹਾਂ, ਜਿਸ ਕਾਰਨ ਆਪਣੇ ਨਾਵਲਾਂ 'ਚ ਉਹਨੂੰ ਅਜਾਈ ਮਾਰ ਮੁਕਾ ਦਿੰਦੀ ਹਾਂ। ਇਉਂ ਕਿਉਂ ਨਹੀਂ ਆਖਦਾ ਕਿ ਜਿਸ ਸੱਚ ਦੇ ਰੂਬਰੂ ਮੇਰੇ ਨਾਵਲਾਂ ਦੀਆਂ ਔਰਤਾਂ ਤੈਨੂੰ ਲਿਆ ਖੜਾ ਕਰਦੀਆਂ ਨੇ, ਉਹ ਤੇਰੇ ਕੋਲੋਂ ਜਰਿਆ ਨਹੀਂ ਜਾਂਦਾ ਤੇ ਤੂੰ ਉਸ ਸੱਚ ਤੋਂ ਹੀ ਮੁਨਕਰ ਹੋਣ ਲਈ ਮੈਨੂੰ ਉਲਾਂਭਾ ਦੇਣ ਤੁਰ ਪਿਆ ਹੈ ਕਿ ਸਾਹਿਤ ਦੀ ਮੈਨੂੰ ਸਮਝ ਨਹੀਂ। ਵੱਡਿਆ ਕਲਾਕਾਰਾ, ਜਿਸ ਕੋਲ ਸਾਹਿਤ ਦੇ ਨੇੜੇ ਹੋਣ ਦਾ ਮੈਨੂੰ ਤੂੰ ਮਿਹਣਾ ਮਾਰਿਆ, ਮੈਂ ਉਸੇ ਨੂੰ ਆਪਣੀ ਪ੍ਰਾਪਤੀ ਸਮਝਦੀ ਹਾਂ। ਫਿਰ ਵੀ ਤੇਰੀ ਚਿੱਠੀ ਮਿਲਣ ਮਗਰੋਂ ਸਰਕੰਡਿਆਂ ਦੇ ਦੇਸ਼ ਵਾਲੀ ਨੂੰ ਮੈਂ ਆਖਿਆ, ਵੇਖ ਮੇਰਾ ਵਿਦਵਾਨ ਭਾਈ ਤੇਰੇ ਚੁੱਪਚਾਪ ਦੁੱਖ ਜਰਨ ਤੇ ਮਰਨ ਕਾਰਨ ਮੈਨੂੰ ਕੋਸ ਰਿਹਾ ਹੈ ਕਿ ਮੈਂ ਦੁੱਖ ਵਿਖਾਉਂਦੀ ਤਾਂ ਹਾਂ, ਪਰ ਇਹਦਾ ਦਾਰੂ ਨਹੀਂ ਦੱਸਦੀ। ਉਹ ਬੋਲੀ, ਤੇਰਾ ਇਹ ਵਿਦਵਾਨ ਭਾਈ ਜਾਣ ਬੁੱਝ ਕੇ ਅਣਜਾਣ ਬਣ ਰਿਹਾ, ਮਾਸਟਰਾਂ ਵਾਲੀਆਂ ਗੱਲਾਂ ਕਰ ਰਿਹਾ। ਜਦੋਂ ਕੰਡਾ ਚੁੱਭਦਾ ਹੈ ਤਾਂ ਰਹਿਮ ਕਰਮ ਵਾਲਾ ਹੱਥ ਆਪੇ ਉੱਥੇ ਅੱਪੜ ਜਾਂਦਾ ਹੈ। ਉਸ ਹੱਥ ਨੂੰ ਫੜ ਕੇ ਉੱਥੇ ਲੈ ਕੇ ਜਾਣ ਦੀ ਲੋੜ ਨਹੀਂ ਹੁੰਦੀ। ਦੂਜੀ ਗੱਲ, ਮੇਰੇ ਨਾਵਲ ਦੀ ਅਣਹੋਈ ਨਿਕੰਮੀ ਔਰਤ ਬਾਰੇ ਤੂੰ ਏਡਾ ਬੇਆਰਾਮ ਕਿਉਂ ਹੋ ਗਿਆ, ਜਿਹੜੀ ਆਪ ਮੁੱਕ ਗਈ ਤੇ ਜਿਹਦੀ ਕਹਾਣੀ ਨਾਵਲ ਦੇ ਸਫ਼ਿਆਂ ਤੇ ਮੁੱਕ ਜਾਣ ਮਗਰੋਂ ਵੀ ਜੇ ਤੇਰੇ ਮਨ 'ਚ ਤੁਰ ਰਹੀ ਹੈ। ਇੱਕ ਚੇਤਨ ਬੁੱਧ ਪਾਠਕ ਦੇ ਮਨ ਵਿੱਚ ਕਿ ਫਿਰ ਵੀ ਇਹ ਦੱਸਣਾ ਪਏਗਾ ਕਿ ਕਈ ਲਿਖਤਾਂ ਦੀ ਹੋਂਦ ਹੀ ਪਹਿਚਾਨ ਹੁੰਦੀ ਹੈ, ਬਸ ਉਸ ਪਹਿਚਾਨ ਦੀ ਪਹਿਚਾਨ ਹੋਣੀ ਚਾਹੀਦੀ ਹੈ। ਤੂੰ ਆਖਦਾ ਅਜਿਹੀਆਂ ਲਿਖਤਾਂ ਪੀੜ ਨੂੰ ਮੱਠਿਆ ਕਰਨ ਲਈ ਜਾਂ ਸਹਿੰਦੜ ਬਣਾਉਣ ਲਈ ਹੁੰਦੀਆਂ ਨੇ। ਭਲਿਆਂ ਵੇਲਿਆਂ 'ਚ ਪਿੱਪਲ ਦਾ ਇੱਕ ਪੱਤਾ ਕੋਈ ਬਹੁਤ ਵੱਡੀ ਕਸਮ ਖਵਾਉਣ ਲਈ ਤੋੜਿਆ ਜਾਂਦਾ ਸੀ। ਸੁੱਕੇ ਪੱਤੇ ਦੀ ਖੜਖੜ ਸੁਣ ਕੇ ਲੋਕ ਗੀਤਾਂ ਦੀ ਨਾਇਕਾ ਨੂੰ ਜ਼ਿੰਦਗੀ ਦਾ ਆਵਾਗਾਉਣ ਯਾਦ ਆ ਜਾਂਦਾ ਹੈ। ਝੜ ਜਾਣ ਪੁਰਾਣੇ, ਰੁੱਤ ਨਵਿਆਂ ਦੀ ਆਈ ਤੇ ਇਹ ਨਾਵਲ ਜਿਸ ਵਿੱਚ ਆਪਣੇ ਸੱਭਿਆਚਾਰ, ਸੱਭਿਅਤਾ, ਸਮਾਜ, ਇੱਥੋਂ ਤੱਕ ਕਿ ਆਪਣੇ ਆਪ ਨਾਲੋਂ ਵੀ ਟੁੱਟਦੇ ਡਿੱਗਦੇ ਮਰਦੇ ਤੇ ਭਟਕਦੇ ਲੋਕਾਂ ਨੂੰ ਦੇਖ ਕੇ ਤੈਨੂੰ ਇਹ ਲਿਖਤ ਪੀੜ ਨੂੰ ਮੱਠਿਆ ਕਰਨ ਵਾਲੀ ਲੱਗਦੀ ਹੈ, ਤੂੰ ਅੱਜ ਭੰਗ ਤੇ ਨਹੀਂ ਪੀ ਰੱਖੀ। ਅਗਲੀ ਗੱਲ ਤੂੰ ਆਖੀ ਹੈ ਕਿ ਮੈਂ ਆਪਣੀਆਂ ਲਿਖਤਾਂ 'ਚ ਇਸਤਰੀ ਦਾ ਪੱਖ ਪੂਰਦੀ ਹਾਂ, ਮਰਦ ਨੂੰ ਦੁੱਖ ਦੇਣ ਵਾਲੇ ਦੇ ਰੂਪ ਵਿੱਚ ਚਿੱਤਰ ਕੇ ਸਮਾਜਿਕ ਰਿਸ਼ਤਿਆਂ ਨੂੰ ਬੜੇ ਸਰਲ ਰੂਪ 'ਚ ਵੇਖਦੀ ਹਾਂ। ਇਸ ਤਰ੍ਹਾਂ ਦਾ ਇਲਜ਼ਾਮ ਲਗਾਉਣਾ ਬੜਾ ਸੌਖਾ ਹੁੰਦਾ ਕਿਉਂਕਿ ਫੈਮਿਨਨ ਕੌਨਸ਼ੀਅਸਨੈਸ ਤੇ ਕੌਨਸ਼ੀਅਸ ਦੇ ਜਿਨ੍ਹਾਂ ਲੋਕਾਂ ਨੂੰ ਸਾਰ ਨਹੀਂ, ਉਹ ਇਹਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਨੇ। ਇਸ ਤਰ੍ਹਾਂ ਤਾਂ ਮੈਂ ਵੀ ਆਖ ਸਕਦੀ ਹਾਂ ਕਿ ਤੂੰ ਮੇਰੀ ਲਿਖਤ ਨੂੰ ਨਿਰੋਲ ਇੱਕ ਮਰਦ ਦੇ ਦ੍ਰਿਸ਼ਟੀਕੋਣ ਤੋਂ ਪਰਖ ਰਿਹਾ। ਇਸ ਵਿੱਚੋਂ ਵੀ ਤੂੰ ਦ੍ਰਿਸ਼ਟੀ ਖਾਰਜ ਕਰ ਦਿੱਤੀ ਹੈ ਤੇ ਸਿਰਫ ਇੱਕ ਕੋਣ ਤੋਂ ਦੇਖ ਰਿਹਾ, ਨਹੀਂ ਤਾਂ ਤੈਨੂੰ ਸਪਸ਼ਟ ਦਿਸ ਜਾਂਦਾ ਕਿ ਆਪਣੇ ਨਾਵਲਾਂ ਵਿੱਚ ਗੱਲ ਮੈਂ ਨਾ ਕਦੇ ਇਸਤਰੀ ਦੀ ਕੀਤੀ ਹੈ ਤੇ ਨਾ ਮਰਦ ਦੀ।
ਹਮੇਸ਼ਾ ਇਸਤਰੀ ਮਰਦ ਦੇ ਰਿਸ਼ਤੇ ਦੀ ਗੱਲ ਕੀਤੀ ਹੈ, ਉਹਦੇ ਉਲਾਰ ਹੋਣ ਦੀ ਵੀ ਤੇ ਉਸ ਵਕਤ ਦੀ ਵੀ ਜਦੋਂ ਔਰਤ ਨੂੰ ਛਿੱਲ ਕੇ ਉਸ ਰਿਸ਼ਤੇ ਦੇ ਮੇਚਦੀ ਕੀਤਾ ਜਾਂਦਾ ਹੈ। ਜੇ ਆਪਣੇ ਨਾਲੋਂ ਚਿਪਰਾਂ ਲੈਣ ਵੇਲੇ ਕੋਈ ਔਰਤ ਮਰ ਜਾਂਦੀ ਹੈ ਜਾਂ ਭਟਕ ਜਾਂਦੀ ਹੈ ਜਾਂ ਤਾਂ ਕਸੂਰ ਤੂੰ ਮੇਰਾ ਦੱਸਦਾ ਹੈ, ਪਰ ਮੈਂ ਆਖਦੀ ਹਾਂ ਮਰਨ ਤੇ ਭਟਕਣ ਦੇ ਰਾਹਾਂ ਤੋਂ ਜਾਣੂ ਸਰਕੰਡਿਆਂ ਦੇ ਦੇਸ ਵਾਲੀਆਂ ਪੀਲੇ ਪੱਤਿਆਂ ਵਰਗੀਆਂ ਆਪੇ ਕੋਈ ਰਾਹ ਤਲਾਸ਼ ਕਰ ਲੈਣਗੀਆਂ ਆਪਣੀ ਆਪਣੀ ਸਮਰੱਥਾ ਅਨੁਸਾਰ। ਪੀਲੇ ਪੱਤਿਆਂ ਦੀ ਦਾਸਤਾਂ ਵਾਲੀ ਨੂੰ ਮੈਂ ਆਖਿਆ ਸੀ, ਤੂੰ ਭਟਕ ਜਾਣ ਦਾ ਰਾਹ ਹੀ ਕਿਉਂ ਚੁਣ ਲਿਆ? ਉਹ ਬੜੀ ਕਹਿਰਵਾਨ ਹੋ ਕੇ ਮੇਰੀ ਵੱਲ ਝਾਕੀ ਤੇ ਬੋਲੀ, ਮੈਂ ਚੁਣ ਲਿਆ ਤੇ ਤੂੰ ਆਖਦਾ ਏ ਦੁੱਖ ਦੇਣ ਤੇ ਦੁੱਖ ਜਰਨ ਵਾਲੇ ਜਿਸ ਸਿਸਟਮ ਨਾਲ ਸੰਬੰਧਿਤ ਨੇ, ਮੈਂ ਉਹਨਾਂ ਨੂੰ ਉਸ ਨਾਲ ਜੋੜ ਕੇ ਨਹੀਂ ਦੇਖਿਆ। ਤੂੰ ਆਖਦਾ ਏ ਤੈਨੂੰ ਮੇਰੀ ਉੱਚੀ ਵਿੱਦਿਆ ਤੇ ਸ਼ੱਕ ਨਹੀਂ, ਫਿਰ ਵੀ ਪੀਲੇ ਪੱਤਿਆਂ ਦੀ ਦਾਸਤਾਂ ਪੜ੍ਹੇ ਲਿਖੇ ਯੁੱਗ ਦੀ ਕਿਰਤ ਨਹੀਂ, ਕਿਉਂਕਿ ਇਸ ਵਿੱਚ ਸੋਚਣ ਜੋਗਾ ਕੁਝ ਨਹੀਂ। ਉਹੀ ਪੁਰਾਣੀ ਗੱਲ ਕਿ ਮਰਦ ਔਰਤ ਵੱਲ ਖਿੱਚਿਆ ਜਾਂਦਾ ਹੈ, ਉਹਨੂੰ ਵਰਤਦਾ ਤੇ ਛੱਡ ਦਿੰਦਾ। ਇਹ ਤਾਂ ਤੂੰ ਇਉਂ ਗੱਲ ਕੀਤੀ ਜਿਵੇਂ ਕਿਸੇ ਨੇ ਇੱਕ ਹਰਿਆਣਵੀ ਨੂੰ ਪੁੱਛਿਆ ਰਮਾਇਣ 'ਚ ਕੀ ਹੈ ਤਾਂ ਉਹ ਬੋਲਿਆ ਰਾਮ 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 ਰੇ, ਉਹਨੇ ਉਹਦੀ ਜੋਰੂ ਖੋਲੀ, ਉਹਨੇ ਉਹਦਾ ਗਾਵਰੇ। ਕੀ ਰਮਾਇਣ ਇਹੀ ਹੈ? ਦੁਨੀਆ ਦਾ ਮੰਨਿਆ ਪਰਮੰਨਿਆ ਮਨੋਵਿਗਿਆਨੀ ਫਰਾਇਡ ਔਰਤ ਦੀ ਸਾਈਕੀ ਨੂੰ ਨਾ ਸਮਝ ਸਕਣ ਦੀ ਆਪਣੀ ਅਸਮਰਥਾ ਪ੍ਰਵਾਨ ਕਰ ਲੈਂਦਾ ਹੈ ਤੇ ਇੱਕ ਤੁਸੀਂ ਲੋਕ ਹੋ ਕਿ ਬਿਨਾਂ ਔਰਤ ਨੂੰ ਜਾਣੇ ਸਮਝੇ, ਬਿਨਾਂ ਉਸਦੇ ਆਪਣੀ ਰਚਨਾ ਨਾਲ ਰਿਸ਼ਤੇ ਨੂੰ ਪਹਿਚਾਣੇ, ਬਿਨਾਂ ਉਹਦੀ ਸਾਈਕੀ ਦੀ ਤਲਾਸ਼ ਵੱਲ ਧਿਆਨ ਦਿੱਤਿਆਂ ਉਹਦੀ ਰਚਨਾ ਉੱਪਰ ਫਤਵੇ ਦੇਣ ਲੱਗ ਜਾਂਦੇ ਹੋ। ਮੈਂ ਦੱਸਾਂ ਅਸਲ 'ਚ ਤੈਨੂੰ ਮੇਰੀਆਂ ਕਿਰਤਾਂ ਦੀ ਸਮਝ ਹੀ ਨਹੀਂ ਲੱਗੀ। ਗੱਲ ਇਹਨਾਂ ਔਰਤਾਂ ਦੇ ਤਕੜੀਆਂ ਜਾਂ ਮਾੜੀਆਂ ਹੋਣ ਦੀ ਨਹੀਂ, ਅਜੇ ਤਾਂ ਔਰਤ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਵੀ ਜੂਝਣਾ ਪੈ। ਸਦੀਆਂ ਤੋਂ ਵਸਤ ਬਣੀ ਔਰਤ ਅਜੇ ਤਾਂ ਅਗਨੀ ਪ੍ਰੀਖਿਆ ਵਿੱਚੋਂ ਲੰਘ ਰਹੀ ਹੈ। ਇਸੇ ਲਈ ਆਪਣੇ ਕਦੇ ਚੁੱਪ ਤੇ ਉਦਾਸ, ਕਦੇ ਟੁੱਟੇ ਬਿਖਰੇ, ਕਦੇ ਭਟਕੇ ਰੂਪਾਂ ਵਿੱਚੋਂ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਪਹਿਚਾਨ ਮਗਰੋਂ ਹੀ ਉਹ ਪਰ ਨਾਲ ਰਿਸ਼ਤਿਆਂ ਨੂੰ ਸਿਰਜਣ ਵਿਅੰਤਣ ਤੋਂ ਪਹਿਲਾਂ ਆਪਣੇ ਆਪ ਨਾਲ ਸੱਜਰੇ, ਸਾਵੇਂ ਤੇ ਤੰਦਰੁਸਤ ਸੰਬੰਧ ਸਥਾਪਿਤ ਕਰਨ ਦੇ ਸਮਰੱਥ ਹੋ ਸਕੇਗੀ। ਇਸੇ ਲਈ ਮੈਂ ਪਰੀ ਮਾਂ ਬਣ ਕੇ ਉਹਨਾਂ ਦੇ ਦੁੱਖ ਹਰਨ ਲਈ ਕੋਈ ਕਰਾਮਾਤੀ ਸੇਧ ਦੇਣ ਤੋਂ ਸੰਕੋਚ ਕੀਤਾ ਹੈ ਤੇ ਮੈਨੂੰ ਉਲਾਂਭਾ ਦਿੱਤਾ ਹੈ ਕਿ ਸਾਹਿਤਕਾਰ ਨੂੰ ਸੁਪਰ ਰੱਬ ਆਖਣ ਵਾਲੀ ਮੈਂ ਇਹਨਾਂ ਨਾਇਕਾਵਾਂ ਦੇ ਕਿਹੋ ਜਿਹੇ ਲੇਖ ਲਿਖੀ ਜਾ ਰਹੀ ਹਾਂ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਇਹ ਨਾਇਕਾਵਾਂ ਆਪਣੇ ਆਪ ਵਿੱਚ ਬਹੁਤ ਵੱਡਾ ਉਲਾਂਭਾ ਨੇ ਸੰਸਾਰ ਸਮਾਜ ਦੇ ਰਿਸ਼ਤਿਆਂ ਦੇ ਸਿਰਜਕਾਂ ਨੂੰ, ਤੇ ਉਹ ਉਲਾਂਭਾ ਜਦੋਂ ਚੇਤਨ ਬੁੱਧ ਤੇ ਸੂਖਮ ਭਾਵੀ ਤੇਰੇ ਮੱਥੇ 'ਚ ਆ ਕੇ ਵੱਜਦਾ ਹੈ ਤਾਂ ਤੂੰ ਮੇਰੇ ਵੱਲ ਕ੍ਰੋਧਵਾਨ ਹੋ ਤੱਕਦਾ ਹੈ। ਤੂੰ ਨਹੀਂ ਇਹ ਸਦੀਆਂ ਤੋਂ ਤੁਰੇ ਆ ਰਹੇ, ਤੇਰੇ ਸੰਸਕਾਰ ਬੋਲ ਰਹੇ ਨੇ। ਤੂੰ ਬਾਈਸਿਆਂ ਆਖਦਾ ਤੇਰੀਆਂ ਇਹ ਨਾਇਕਾਵਾਂ ਘੱਟ ਖੂਬਸੂਰਤ ਤੇ ਘੱਟ ਤੰਦਰੁਸਤ ਕਿਉਂ ਨੇ, ਜਦੋਂ ਕਿ ਤੂੰ ਚੰਗੀ ਪੜ੍ਹੀ ਲਿਖੀ ਹੈ ਤੇ ਇਸ ਤੋਂ ਚੰਗੀਆਂ ਔਰਤਾਂ ਸਿਰਜ ਸਕਦੀਆਂ। ਗੱਲ ਸਿਰਫ ਸਿਰਜਣ ਦੀ ਨਹੀਂ, ਸੱਚ ਦੀ ਵੀ ਹੈ। ਹਾਂ, ਜੇ ਤੂੰ ਆਪਣੀ ਸੰਰਚਨਾਵਾਦੀ ਆਲੋਚਨਾ ਵਿਧੀ ਨਾਲ ਪੀਲੇ ਪੱਤਿਆਂ ਦੀ ਦਾਸਤਾਂ ਦਾ ਅਧਿਐਨ ਕਰਕੇ ਇਸ ਵਿੱਚੋਂ ਕੁਝ ਕੱਢਦਾ ਪਾਉਂਦਾ ਤਾਂ ਮੈਂ ਸਮਝਦੀ ਤੂੰ ਸਿਰਫ ਆਪਣੀ ਐਨਕ ਵਿੱਚੋਂ ਨਹੀਂ ਦੇਖ ਰਿਹਾ ਤੇ ਮੈਂ ਤੇਰੀਆਂ ਕਰਾਮਾਤੀ ਕਿਸਮ ਦੀਆਂ ਦਲੀਲਾਂ ਦੀ ਜ਼ਰੂਰ ਕਾਇਲ ਹੋ ਜਾਣਾ ਸੀ। ਪਰ ਤੂੰ ਤਾਂ ਆਪਣੀ ਉਸ ਆਲੋਚਨਾ ਪ੍ਰਣਾਲੀ ਤੋਂ ਵੀ ਬੇਮੁਖ ਹੋਇਆ ਲੱਗਦਾ ਹੈ ਜਿਸ ਦਾ ਕਿ ਤੂੰ ਬੜਾ ਸਮਰਥਕ ਸੀ। ਕਿਉਂ? ਤੂੰ ਮੇਰੇ ਨਾਵਲਾਂ ਦੀਆਂ ਕਮਜ਼ੋਰ ਨਾਇਕਾਵਾਂ ਬਾਰੇ ਗਿਲਾ ਕੀਤਾ। ਮੈਂ ਤੇਰੇ ਬਰਾਬਰ ਦੀ ਪੜ੍ਹੀ ਲਿਖੀ, ਤੇਰੇ ਬਰਾਬਰ ਕਮਾਉਂਦੀ ਤੇਰੀ ਭੈਣ ਤੇਰੀ ਚਿੱਠੀ ਦੇ ਜਵਾਬ ਲਿਖਣ ਨੂੰ ਕਈ ਦਿਨ ਟਾਲਦੀ ਰਹੀ ਕਿਉਂਕਿ ਜਾਣਦੀ ਸੀ ਇਸ ਸਿਸਟਮ ਵਿੱਚ ਕੋਈ ਔਰਤ ਅੱਗੋਂ ਜਵਾਬ ਤਲਬੀ ਕਰੇ ਇਹ ਜਰਿਆ ਜਾਣਾ ਬੜਾ ਔਖਾ ਹੈ। ਪਰ ਤੈਨੂੰ ਜਵਾਬ ਲਿਖ ਸਕਣ ਦੇ ਸਮਰੱਥ ਹੋਣ ਲਈ ਤੇਰੇ ਬਰਾਬਰ ਦੀ ਪੜ੍ਹੀ ਲਿਖੀ, ਤੇਰੇ ਬਰਾਬਰ ਕਮਾਉਂਦੀ, ਇੱਥੋਂ ਤੱਕ ਕਿ ਤੇਰੇ ਬਰਾਬਰ ਲਿਖਦੀ ਹੋਣਾ ਜ਼ਰੂਰੀ ਸੀ। ਇਸੇ ਲਈ ਅੱਜ ਦੀ ਸਾਡੀ ਔਰਤ ਆਪਣੀ ਜ਼ਿੰਦਗੀ ਦੇ ਸੱਚ ਨੂੰ ਵੀ ਤੇ ਹੱਕ ਨੂੰ ਵੀ ਪ੍ਰਾਪਤ ਹੋਣ ਲਈ ਜਦੋਂ ਤੀਕ ਇਹ ਪੜਾਅ ਪਾਰ ਨਹੀਂ ਕਰ ਲੈਂਦੀ, ਉਸਨੂੰ ਸਰਕੰਡਿਆਂ ਦੇ ਦੇਸ ਵਾਲੀ ਜਾਂ ਪੀਲੇ ਪੱਤਿਆਂ ਦੀ ਦਾਸਤਾਂ ਵਰਗੀਆਂ ਤਕਦੀਰਾਂ ਹੀ ਹੰਢਾਉਣੀਆਂ ਪੈਣਗੀਆਂ। ਇਹਨਾਂ ਰਾਹਾਂ ਤੋਂ ਲੰਘ ਕੇ ਹੀ ਉਹ ਕਿਧਰੇ ਅੱਪੜ ਸਕੇਗੀ। ਮੈਨੂੰ ਵੀ ਉਸ 'ਤੇ ਕਿਤੇ ਪਹੁੰਚਣ ਦੀ ਆਸ ਹੈ। ਮੈਨੂੰ ਤੇਰੀਆਂ ਸ਼ੁਭ ਇੱਛਾਵਾਂ 'ਤੇ ਵੀ ਭਰੋਸਾ ਹੈ ਤੇ ਆਪਣੀ ਕਲਮ 'ਤੇ ਵੀ। ਇੱਕ ਵਾਰ ਵਲੈਤ ਤੋਂ ਕਮਲ ਹਰਨੇਕ ਹੋਰਾਂ ਦਾ ਇੱਕ ਵਾਕਫ ਆਇਆ ਸੀ। ਮੈਂ ਯੂਨੀਵਰਸਿਟੀ ਦੀ ਕੈਂਟੀਨ ਦੇ ਲੌਨ 'ਚ ਬੈਠ ਕੇ ਉਹਨੂੰ ਚਾਹ ਪਿਲਾਈ। ਕਮਾਲ ਹੈ, ਇਹੋ ਜਿਹੀ ਨਿੱਘੀ ਧੁੱਪ ਨੂੰ ਹੀ ਉੱਥੇ ਤਰਸ ਜਾਈਦਾ। ਉਹਨੇ ਆਲੇ ਦੁਆਲੇ ਝਾਕ ਕੇ ਆਖਿਆ, ਹੋ ਸਕਦਾ ਕਦੇ ਉਹ ਆਪਣਾ ਸੂਰਜ ਹੀ ਇੱਕ ਨਵਾਂ ਚਾੜ ਲੈਣ। ਆਖਦੇ ਨੇ ਆਰਟੀਫਿਸ਼ਲ ਮੀਂਹ ਤਾਂ ਉਹ ਉੱਥੇ ਵਲੈਤ 'ਚ ਪਾ ਹੀ ਲੈਂਦੇ ਨੇ। ਮੈਂ ਹੱਸ ਕੇ ਆਖਿਆ, ਫਿਰ ਵੀ ਆਪਣੇ ਹਿੰਦੁਸਤਾਨੀ ਸੂਰਜ ਦੀ ਰੀਸ ਨਹੀਂ। ਐਂ ਕਰਿਆ ਕਰੋ,
ਜਦੋਂ ਕਿਤੇ ਮਿਲਣ ਨੂੰ ਜੀ ਕੀਤਾ ਰਿਟਰਨ ਟਿਕਟ ਭੇਜ ਦਿੱਤੀ। ਮੈਂ ਕਿਹਾ ਤੁਸੀਂ ਆਉਣ ਵਾਲੇ ਬਣੋ, ਟਿਕਟਾਂ ਦਾ ਕੀ ਘੱਟ ਹੈ। ਉਹ ਬੋਲਿਆ। ਮੈਨੂੰ ਨਹੀਂ, ਸੂਰਜ ਨੂੰ। ਉਹ ਠਾਕਾ ਮਾਰ ਕੇ ਹੱਸ ਪਿਆ ਤੇ ਹੱਸਦੇ ਵੀ ਦੀ ਨਜ਼ਰ ਉਹਦੇ ਆਪਣੇ ਹੱਥਾਂ ਉੱਪਰ ਚਲੀ ਗਈ। ਕਾਲੇ ਗੱਦਰ ਖਮੀਰੇ ਆਟੇ ਵਰਗੇ ਹੱਥ। ਮਿਹਨਤ ਮਜ਼ਦੂਰੀ ਕਰਦਿਆਂ ਹੱਥਾਂ ਦਾ ਦੇਖੋ ਕੀ ਹਾਲ ਹੋ ਜਾਂਦਾ। ਉਹਨੇ ਆਪਣੇ ਹੱਥ ਮੇਰੇ ਸਾਹਮਣੇ ਉਲਟਾਉਂਦਿਆਂ ਪਲਟਾਉਂਦਿਆਂ ਆਖਿਆ। ਮੈਂ ਸੋਚਿਆ ਆਉਣ ਲੱਗੇ ਹੱਥ ਤੁਸੀਂ ਕਿਸੇ ਦੇ ਮੰਗ ਕੇ ਲਿਆਏ ਹੋ, ਜਿਵੇਂ ਵਿਆਹ ਜਾਣ ਲੱਗੀ ਗੁਟਾਰ ਮੋਰ ਦੇ ਪੈਰ ਮੰਗ ਕੇ ਲੈ ਗਈ ਸੀ। ਮੈਂ ਹੱਸ ਕੇ ਆਖਿਆ, ਜੇ ਮੰਗਣੇ ਹੁੰਦੇ ਤਾਂ ਮੈਂ ਤੁਹਾਡੇ ਹੱਥ ਮੰਗਦਾ, ਨਾਵਲ ਲਿਖਣ ਵਾਲੇ ਹੱਥ। ਹਾਂ ਸੱਚ, ਤੁਸੀਂ ਨਾਵਲ ਕਿਵੇਂ ਲਿਖ ਲੈਂਦੇ ਹੋ, ਦੱਸੋ ਤਾਂ ਸਹੀ। ਉਹ ਬੋਲਿਆ, ਵਧੀਆ ਜੇ ਕਾਗਜ਼ ਲੈ ਲੈਂਦੀ ਹਾਂ, ਵਧੀਆ ਜਿਹਾ ਪੈਨ ਵਿੱਚ ਸਿਆਹੀ ਭਰ ਲੈਂਦੀ ਹਾਂ ਤੇ ਉਹ ਨਾਵਲ ਲਿਖ ਲੈਂਦੀ ਹਾਂ। ਮੈਂ ਮਜ਼ਾਕ ਵਾਂਗ ਦੱਸਿਆ। ਵਧੀਆ ਜੇ ਕਾਗਜ਼ ਤੇ ਵਧੀਆ ਜੇ ਪੈਨ ਤਾਂ ਮੈਂ 20 ਇਕੱਠੇ ਕਰਦੇ ਹਾਂ ਜੇ ਇਉਂ ਵਧੀਆ ਨਾਵਲ ਲਿਖੇ ਜਾਂਦੇ ਹੋਣ। ਤੁਸੀਂ ਮੇਰੀਆਂ ਗੱਲਾਂ ਨੂੰ ਸੀਰੀਅਸਲੀ ਨਹੀਂ ਲੈ ਰਹੇ। ਨਹੀਂ, ਮੈਂ ਤੇ ਤੁਹਾਡੀਆਂ ਗੱਲਾਂ ਬਹੁਤ ਸੀਰੀਅਸਲੀ ਲੈ ਰਹੀ ਹਾਂ। ਮੇਰੇ ਮਨ 'ਚ ਤੁਹਾਡਾ ਹੋਰ ਹੀ ਤਰ੍ਹਾਂ ਦਾ ਇਮੇਜ ਸੀ, ਉਦਾਸ, ਲਿੱਸੀ, ਗੁਆਚੀ ਜਿਹੀ ਔਰਤ ਦਾ। ਉਹਨੇ ਦੱਸਿਆ। ਅਫਸੋਸ ਹੈ ਮੈਂ ਤੁਹਾਡੀਆਂ ਐਕਸਪੈਕਟੇਸ਼ਨਸ ਉੱਪਰ ਪੂਰੀ ਨਹੀਂ ਉਤਰੀ। ਮੈਂ ਹੱਸ ਕੇ ਆਖਿਆ। ਕਮਾਲ ਦੀ ਗੱਲ ਹੈ, ਤੁਸੀਂ ਇੰਨਾ ਹੱਸ ਵੀ ਸਕਦੇ ਹੋ। ਉਹਨੇ ਹੈਰਾਨ ਹੋ ਕੇ ਆਖਿਆ। ਮੈਂ ਤਾਂ ਸੋਚਦਾ ਜਿੰਨਾ ਚਿਰ ਤੁਹਾਡੇ ਮੂੰਹ ਵਿੱਚ ਦੰਦ ਹਨ ਜ਼ਰੂਰ ਹੱਸੋ। ਵਲਾਇਤ 'ਚ ਲੋਕ ਹੱਸਦੇ ਨਹੀਂ। ਮੈਂ ਫਿਰ ਹੱਸ ਕੇ ਪੁੱਛਿਆ। ਉੱਥੇ ਤਾਂ ਬੰਦਾ ਬੰਦਾ ਹੀ ਨਹੀਂ ਰਹਿ ਜਾਂਦਾ। ਉਹਨੇ ਹੱਸਣਾ ਹਸਾਉਣਾ ਕੀ ਹੈ। ਉਹਨੇ ਜਿਵੇਂ ਵਲਾਇਤ ਦੇ ਆਪਣੇ ਜਿਉਣ ਨੂੰ ਯਾਦ ਕਰਕੇ ਦੱਸਿਆ। ਕਹਿੰਦੇ ਨੇ ਉੱਥੇ ਇੱਕ ਲਾਫਿੰਗ ਗੈਸ ਹੁੰਦੀ ਹੈ, ਸੁੰਘ ਲਓ ਤੇ ਬੰਦਾ ਹੱਸਦਾ ਹੀ ਰਹਿੰਦਾ ਹੈ। ਬਸ ਸ਼ੀਸ਼ੀ ਜੇਬ 'ਚ ਪਾ ਰੱਖੋ, ਜਦੋਂ ਜੀ ਕੀਤਾ ਸੁੰਘ ਲਈ। ਮੈਂ ਫਿਰ ਮਜ਼ਾਕ ਕੀਤਾ। ਭੈਣ ਜੀ, ਇੱਕ ਗੱਲ ਦੱਸੋਗੇ? ਪੁੱਛੋ। ਚੰਗਾ ਲੇਖਕ ਕਿਵੇਂ ਬਣੀਦਾ? ਮੈਨੂੰ ਆਪ ਨੂੰ ਪਤਾ ਨਹੀਂ, ਪਰ ਇੱਕ ਪ੍ਰਿੰਸੀਪਲ ਆਖਦਾ ਹੁੰਦਾ ਸੀ, 2 ਤੋਲੇ ਪਾ ਲਓ ਯਥਾਰਥਵਾਦ, 2 ਤੋਲੇ ਰੋਮਾਂਸਵਾਦ, 1 ਤੋਲਾ ਸਸਪੈਂਸ, 1 ਤੋਲਾ ਆਦਰਸ਼ਵਾਦ। ਤੇ ਤੁਸੀਂ ਤਾਂ ਮਜ਼ਾਕ ਕਰ ਰਹੇ ਹੋ। ਮੈਂ ਸੀਰੀਅਸਲੀ ਪੁੱਛ ਰਿਹਾ। ਜੀ ਕਰਦਾ ਹੈ ਕਿ ਲਿਖੇ ਤਾਂ ਬੰਦਾ ਵਧੀਆ ਹੀ ਲਿਖੇ, ਪਰ ਪਤਾ ਨਹੀਂ ਲੱਗਦਾ ਵਧੀਆ ਬੰਦਾ ਲਿਖੇ ਕਦੋਂ, ਵਧੀਆ ਬੰਦਾ ਲਿਖੇ ਕਿਵੇਂ। ਉਹ ਮੇਰੀ ਗੱਲ ਟੋਕ ਕੇ ਆਖਣ ਲੱਗਾ। ਤੁਸੀਂ ਵਲਾਇਤ ਰਹਿੰਦੇ ਹੋ, ਅੰਗਰੇਜ਼ੀ ਦੇ ਕਿੰਨੇ ਕੁ ਲੇਖਕ ਪੜ੍ਹੇ ਨੇ? ਮੈਂ ਸੰਜੀਦਗੀ ਨਾਲ ਪੁੱਛਿਆ। ਲਓ ਜੀ, ਉੱਥੇ ਇੰਨਾ ਟਾਈਮ ਹੀ ਕਿੱਥੇ ਮਿਲਦਾ। ਕੁਝ ਪੜ੍ਹਨ ਲਈ ਵੀ ਟਾਈਮ ਨਹੀਂ ਮਿਲਦਾ। ਰੱਬ ਰੱਬ ਕਰੋ ਜੀ, ਉੱਥੇ ਤਾਂ ਮਰਨ ਲਈ ਵੀ ਟਾਈਮ ਨਹੀਂ ਮਿਲਦਾ। ਮਹੀਨਾ ਮਹੀਨਾ ਚਿੱਠੀ ਦਾ ਜਵਾਬ ਲਿਖਣ ਦੀ ਵਿਹਲ ਨਹੀਂ ਮਿਲਦੀ। ਜੇ ਕੁਝ ਕਰਨ ਲਈ ਵੀ ਉੱਥੇ ਟਾਈਮ ਨਹੀਂ ਮਿਲਦਾ, ਫਿਰ ਉੱਥੇ ਰਹਿੰਦੇ ਕਾਹਦੇ ਲਈ ਹੋ? ਇਹੀ ਤਾਂ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਉੱਥੇ ਰਹੀ ਕਾਹਦੇ ਲਈ ਜਾਂਦੇ ਹਾਂ। ਬਸ ਇਸੇ ਆਸ ਉੱਪਰ ਜਿਉਂ ਹੀ ਜਾਂਦੇ ਹਾਂ ਵੀ ਕੁਝ ਪੈਸੇ ਇਕੱਠੇ ਕਰਕੇ ਕਦੇ ਆਪਣੇ ਘਰਾਂ ਨੂੰ ਮੁੜਾਂਗੇ। ਜਦੋਂ ਨੂੰ ਮੁੜਨਾ ਚਾਹੋਗੇ, ਇੱਥੋਂ ਵਾਲੇ ਘਰ ਢਹਿ ਚੁੱਕੇ ਹੋਣਗੇ। ਮੇਰਾ ਤਾਂ ਸੱਚ ਪੁੱਛੋ ਭੈਣ ਜੀ, ਇਉਂ ਜੀ ਕਰਦਾ ਵੀ ਘੱਟੋ ਘੱਟ ਮਰੀਏ ਤਾਂ ਆਪਣੇ ਦੇਸ਼ ਵਿੱਚ। ਇਸੇ ਦੇਸ਼ ਦੀ ਮਿੱਟੀ 'ਚ ਰਲੇ। ਉਹ ਉਦਾਸ ਜਿਹਾ ਆਖ ਰਿਹਾ ਸੀ। ਪਰ ਮੈਡੀਕਲ ਸਾਇੰਸ ਤਾਂ ਆਖਦੀ ਹੈ ਕਿ 7 ਵਰ੍ਹਿਆਂ ਵਿੱਚ ਬੰਦੇ ਦੇ ਸਾਰੇ ਪੁਰਾਣੇ ਸੈੱਲਸ ਮਰ ਚੁੱਕੇ ਹੁੰਦੇ ਨੇ ਤੇ ਉਹਨਾਂ ਦੀ ਥਾਂ ਨਵੇਂ ਸੈੱਲਸ ਜਨਮ ਲੈ ਚੁੱਕੇ ਹੁੰਦੇ ਨੇ। ਇਸ ਤਰ੍ਹਾਂ ਜੋ ਤੂੰ ਇੱਥੋਂ ਗਿਆ ਸੀ 7 ਵਰ੍ਹਿਆਂ ਤੱਕ, ਉਹ ਤਾਂ ਮਰ ਮੁੱਕ ਗਿਆ। ਤੁਸੀਂ ਤੇ ਕੋਈ ਹੋਰ ਹੀ ਹੋ, ਪਹਿਲੇ ਮਰ ਮੁੱਕੇ। ਉਸ ਦਾ ਭੂਤ ਸ਼ਾਇਦ। ਮੈਂ ਫਿਰ ਹੱਸ ਕੇ ਕਿਹਾ, ਇਹ ਗੱਲ ਤੁਸੀਂ ਕਮਾਲ ਦੀ ਕੀਤੀ ਹੈ। ਮੈਨੂੰ ਵੀ ਲੱਗਦਾ ਹੁੰਦਾ ਸੀ ਮੈਂ ਉਹ ਤਾਂ ਜਿਵੇਂ ਹੈ ਹੀ ਨਹੀਂ। ਤੇ ਉਹ ਗਿਆ ਕਿੱਥੇ ਮੈਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ। ਹੁਣ ਸਮਝ ਲੱਗਦੀ ਹੈ ਵੀ ਲੋਕ ਵਲਾਇਤ ਜਾ ਕੇ ਮੁੜਦੇ ਕਿਉਂ ਨਹੀਂ। ਇਹਦਾ ਮਤਲਬ ਹੈ ਅਸੀਂ ਜਿਹੜੇ ਇੱਥੋਂ ਗਏ ਸੀ ਉੱਥੇ ਉਹਨਾਂ ਦੇ ਸਿਰਫ ਭੂਤ ਤੁਰੇ ਫਿਰਦੇ ਨੇ। ਤਾਈਏ ਉਹ ਕੁਝ ਸੋਚਦਾ ਕਹਿੰਦਾ ਗਿਆ। ਫਿਰ ਕੁਝ ਚਿਰ ਮਗਰੋਂ ਬੋਲਿਆ, ਤੁਸੀਂ ਨਹੀਂ ਕਦੇ ਉੱਥੇ ਆਉਣਾ? ਕਵਲ ਹਰਨੇਕ ਤੁਹਾਨੂੰ ਬੜਾ ਯਾਦ ਕਰਦੇ ਰਹਿੰਦੇ ਨੇ। ਆਵਾਂਗੀ ਕਦੇ ਤੁਹਾਡੇ ਸ਼ਹਿਰ ਮਾਰਕਸ ਦੀ ਕਬਰ ਦੇਖਣ। ਅੱਛਾ, ਮਾਰਕਸ ਦੀ ਕਬਰ ਲੰਡਨ 'ਚ ਹੈ? ਉਹਨੇ ਹੈਰਾਨ ਹੋ ਕੇ ਪੁੱਛਿਆ। ਉਸੇ ਸ਼ਹਿਰ ਦੇ ਮਿਊਜ਼ੀਅਮ ਵਿੱਚ ਗੁਰੂ ਗੋਬਿੰਦ ਸਿੰਘ ਦੀ ਹੱਥ ਲਿਖਤ ਵੀ ਪਈ ਹੈ। ਮੈਂ ਦੱਸਿਆ। ਅੱਛਾ, ਕਮਾਲ ਹੋ ਗਈ ਫਿਰ ਤਾਂ। ਉਸੇ ਸ਼ਹਿਰ 'ਚ ਉਦਾਸ ਨਸਲੀਨ ਕਿਤਾਬ ਦਾ ਲੇਖਕ ਅਬਦੁੱਲਾ ਵੀ ਤੇ ਗੋਲਡਨ ਨੋਟਬੁੱਕਸ ਦੀ ਲੇਖਿਕਾ ਡੋਰਿਸ ਲੈਂਸਿੰਗ ਵੀ ਰਹਿੰਦੇ ਹਨ। ਤੇ ਉਸੇ ਸ਼ਹਿਰ ਵਿੱਚ ਤੂੰ ਵੀ ਰਹਿਣਾ। ਮੈਂ ਹੱਸ ਕੇ ਕਿਹਾ। ਤੁਹਾਨੂੰ ਦੇਖ ਕੇ ਲੱਗਿਆ ਸੀ ਜਿਵੇਂ ਕੋਈ ਪਿੰਡ ਦੀ ਕੁੜੀ ਹੁੰਦੀ ਹੈ। ਕੋਈ ਸੋਚ ਵੀ ਨਹੀਂ ਸਕਦਾ ਤੁਸੀਂ ਯੂਨੀਵਰਸਿਟੀ 'ਚ ਪੜ੍ਹਾਉਂਦੇ ਹੋਵੋਗੇ ਤੇ ਤੁਸੀਂ ਲੇਖਿਕਾ ਵੀ ਹੋ। ਇੰਨੇ ਨੂੰ ਚਾਹ ਆ ਗਈ। ਚਾਹ ਪੀਂਦਾ ਉਹ ਕਦੇ ਮੇਰੇ ਵੱਲ ਵੇਖ ਕੇ ਜਿਵੇਂ ਕੁਝ ਸੋਚਣ ਲੱਗ ਜਾਂਦਾ। ਚਾਹ ਪੀ ਕੇ ਉਹ ਜਾਣ ਲਈ ਤਿਆਰ ਹੋ ਗਿਆ। ਕਵਲ ਹਰਨੇਕ ਤੇ ਉਹਨਾਂ ਦੇ ਬੱਚਿਆਂ ਲਈ ਸੁੱਖ ਸੁਨੇਹੀ ਪੁੱਛਦਾ ਰਿਹਾ। ਭੈਣ ਜੀ, ਇੱਕ ਗੱਲ ਹੋਰ ਪੁੱਛ ਲਵਾਂ? ਉਹਨੇ ਜਾਣ ਲਈ ਖੜੇ ਹੁੰਦੇ ਨੇ ਪੁੱਛਿਆ।
ਹਾਂ ਇੱਕ ਦੀ ਥਾਂ ਭਾਵੇਂ ਦੋ ਪੁੱਛੋ। ਇਹ ਵੀ ਤੁਸੀਂ ਆਪਣੇ ਨਾਵਲ ਕਿਤੋਂ ਲਿਖਵਾਉਂਦੇ ਹੁੰਦੇ ਹੋ? ਇਹ ਗੱਲ ਜਦੋਂ ਤੁਸੀਂ 2-4 ਵਰ੍ਹਿਆਂ ਮਗਰੋਂ ਫੇਰ ਆਏ ਉਦੋਂ ਦੱਸਾਂਗੀ। ਸਾਰੀਆਂ ਗੱਲਾਂ ਇੱਕੋ ਵਾਰੀ ਨਹੀਂ ਨਾ ਦੱਸ ਦਈਦੀਆਂ। ਮੈਂ ਮਜ਼ਾਕ ਨਾਲ ਆਖਿਆ ਤੇ ਉਹ ਚਲਾ ਗਿਆ। ਤੇ ਮੈਨੂੰ ਲੱਗਿਆ ਲੇਖਕਾਂ ਬਾਰੇ ਤੇ ਲੇਖਕ ਔਰਤਾਂ ਬਾਰੇ ਵੀ ਹਰ ਬੰਦਾ ਆਪਣੀ ਮਰਜ਼ੀ ਦੀ ਤਸਵੀਰ ਬਣਾ ਲੈਂਦਾ, ਆਪਣੀ ਮਰਜ਼ੀ ਦੇ ਰੰਗ ਭਰ ਲੈਂਦਾ ਤੇ ਫਿਰ ਉਹਨਾਂ ਹੀ ਰੰਗਾਂ ਦੇ ਮਿਹਣੇ ਦੇਣ ਬੈਠ ਜਾਂਦਾ। ਪਰ ਮੈਂ ਆਖਦੀ ਹਾਂ ਲੇਖਕ ਜਾਂ ਲੇਖਕਾਂ ਨੇ ਤਾਂ ਕੁਝ ਚਿਰ ਹੀ ਰਹਿਣਾ ਇਸ ਸੰਸਾਰ ਉੱਪਰ। ਲਿਖਤ ਤਾਂ ਉਸ ਤੋਂ ਮਗਰੋਂ ਵੀ ਰਹੇਗੀ। ਲਿਖਤ ਨੂੰ ਲੇਖਕ ਨਾਲ ਜੋੜ ਕੇ ਦੇਖਣ ਦੀ ਲੋੜ ਨਹੀਂ ਹੁੰਦੀ। ਚੰਗੇ ਖੱਤ ਆਉਂਦੇ ਨੇ ਤਾਂ ਲੱਗਦਾ ਹੈ ਇਹੀ ਤਾਂ ਲੇਖਕ ਦੀ ਕਮਾਈ ਹੁੰਦੀ ਹੈ। ਕੁਝ ਗਿਲਿਆਂ ਵਾਲੀਆਂ ਚਿੱਠੀਆਂ ਵੀ ਆਉਂਦੀਆਂ ਨੇ ਕਿ ਤੁਹਾਡੇ ਨਾਵਲਾਂ ਦੀਆਂ ਔਰਤਾਂ ਐਡੀਆਂ ਕਮਜ਼ੋਰ ਕਿਉਂ ਨੇ, ਕੁਝ ਕਰਦੀਆਂ ਕਿਉਂ ਨਹੀਂ। ਮੈਂ ਆਖ ਦਿੰਦੀ ਹਾਂ ਕਮਜ਼ੋਰ ਕਿੱਥੇ ਨੇ, ਤੁਹਾਡੇ ਮਨ 'ਚ ਇਹ ਵਿਚਾਰ ਜੋ ਪੈਦਾ ਕਰ ਦਿੱਤਾ ਕਿ ਕੁਝ ਕਰਦੀਆਂ ਕਿਉਂ ਨਹੀਂ, ਬਹੁਤ ਹੈ। ਦੂਸਰਾ, ਇਹਨਾਂ ਨਾਵਲਾਂ 'ਚ ਔਰਤ ਦੀ ਜ਼ਿੰਦਗੀ ਦੇ ਸੱਚ ਨੂੰ ਸਵੀਕਾਰ ਕੀਤਾ ਗਿਆ ਹੈ। ਉਹਦੇ ਸਾਰੇ ਰੂਪ ਚਿੱਤਰੇ ਗਏ ਹਨ। ਉਹ ਧਰਤੀ ਵਰਗੀ ਵੀ ਹੈ ਤੇ ਰੱਬ ਵਰਗੀ ਵੀ। ਧਰਤੀ ਤੇ ਰੱਬ ਦੀ ਸਮਰੱਥਾ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ, ਪਰ ਨਾ ਧਰਤੀ ਸ਼ੋਰ ਕਰਦੀ ਹੈ ਤੇ ਨਾ ਹੀ ਰੱਬ। ਇਹਨਾਂ ਨਾਵਲਾਂ ਵਿੱਚ ਵਿਦਰੋਹ ਨਹੀਂ, ਵਿਕਾਸ ਹੈ। ਇਹ ਹਮਾਰਾ ਜੀਵਨਾ ਦੀ ਭਾਨੋ ਤੇ ਕਥਾ ਕੁਕਨਸ ਦੀ ਭਾਰਤੀ ਇੱਕ ਨਹੀਂ ਹਨ। ਉਹਨਾਂ ਦੀ ਖਾਮੋਸ਼ੀ ਦੇ ਬਹੁਤ ਸਾਰੇ ਅਰਥ ਹਨ। ਨਾਅਰੇਬਾਜ਼ੀ ਦਾ ਸਿਰਫ ਇੱਕ ਹੀ ਅਰਥ ਹੁੰਦਾ ਹੈ। ਇਹ ਹਮਾਰਾ ਜੀਵਨਾਂ ਦੀ ਭਾਨੋ ਹੋਂਦ ਦੇ ਪੱਧਰ ਉੱਪਰ ਜਿਉਂਦੀ ਹੈ। ਪੈੜ ਚਾਲ ਦੀ ਸਿਮਰਨ ਸੋਚ ਦੇ ਪੱਧਰ ਉੱਪਰ ਜਿਉਂਦੀ ਹੈ। ਕਥਾ ਕੁਕਨਸ ਦੀ ਭਾਰਤੀ ਹੋਂਦ ਤੇ ਸੋਚ ਤੋਂ ਅਗਾਂਹ ਭੌਤਿਕ ਪੱਧਰ ਉੱਪਰ ਜਾ ਪਹੁੰਚਦੀ ਹੈ। ਚਲੋ ਛੱਡੋ, ਇਹ ਗੱਲਾਂ ਆਪੇ ਲੋਕ ਦੇਖ ਲੈਣਗੇ, ਲੱਭ ਲੈਣਗੇ ਕਿ ਉਹ ਕੀ ਹਨ, ਕੌਣ ਹਨ। ਮੈਂ ਤਾਂ ਪਾਪਾ ਪ੍ਰੀਤਮ ਸਿੰਘ ਨਵਯੁੱਗ ਵਾਲਿਆਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀਆਂ ਲਿਖਤਾਂ ਨੂੰ ਪਾਠਕਾਂ ਤੀਕ ਪਹੁੰਚਾਇਆ। ਇਹ ਗੱਲ ਨਹੀਂ ਕਿ ਮੇਰੀਆਂ ਲਿਖਤਾਂ ਕਿਸੇ ਨੇ ਛਾਪਣੀਆਂ ਨਹੀਂ ਸਨ, ਪਰ ਏਡੀਆਂ ਸੋਹਣੀਆਂ ਕਿਸੇ ਨੇ ਨਹੀਂ ਸੀ ਛਾਪਣੀਆਂ। ਪੈਸਿਆਂ ਦਾ ਕੀ ਹੈ, ਪੈਸੇ ਤਾਂ ਆਖਦੇ ਨੇ ਹੱਥਾਂ ਦੀ ਮੈਲ ਹੁੰਦੇ ਨੇ। ਉਂਝ ਲੇਖਕ ਨੂੰ ਪਰਖਣ ਲਈ ਤਾਂ ਪੁਸਤਕਾਂ ਦੇ ਨਾਮ ਤੇ ਉਹਨਾਂ ਦੇ ਸਮਰਪਣ ਹੀ ਕਾਫੀ ਹੁੰਦੇ ਨੇ।